सर आर्थर कानन डायल द्वारा लिखित, महेंद्र बेती जैतों द्वारा अनुवादित नॉवल है पिशाच कुत्ता, शार्लक होम्स का सब तो मशहूर कारनामा। अंग 10वां, डॉक्टर वाटसन की डायरी के कुछ अंश। ਹੁਣ तक मैं उन्होंने रिपोर्टां विचों वर्णन किया सी ਜਿਹੜੀਆਂ मैं शुरू के दिनों शर्लक होम्स ਨੂੰ ਭੇਜੀਆਂ ਸੀ, पर हुण मैं कहानी ਦੇ ਅਜਿਹੇ ਮੋੜ ਤੇ आ गया कि उस तरीके ਨੂੰ ਛੱਡ ਕੇ अपनी डायरी की मदद नाल ਜਿਹੜੀ मैं उस दौरान लिखी सी अपनी याददाश्त उत्ते भरोसा करदा होया अगला विस्तार दस्सां। मेरी डायरी के कुछ अंश मैनू फिर उन्हां दृश्यां तक लै गए ਜਿਹੜੇ मेरी याददाश्त उत्ते अमिट छाप छड्ड गए सी। ਹੁਣ मैं उस रात की अगली सवेर तो शुरू करदा जिस रात असीं उस कैदी का असफल पिछा करन पिछों जंगल विच वो अजीबो गरीब घटनावां महसूस कीतियां सी। 16 अक्तूबर वो एक धुंध भरिया उदास जिहा दिन सी ते मींह दी फुहार पै रही सी। इमारत उपर संघने ਬੱਦਲ मंडला रहे सन ਜਿਹੜੇ ਜਦੋਂ ਕਦੇ ਇੱਧਰ ਉੱਧਰ ਹੁੰਦੇ ਤਾਂ ਜੰਗਲ ਦੇ ਵੀਰਾਨ ਤੇ ਸੁੰਨਸਾਨ ਘੁੰਮਣ ਘੇਰੇ ਦਿਖਾਈ ਦੇਣ ਲੱਗਦੇ। ਪਹਾੜੀਆਂ ਦੇ ਇਰਦ ਗਿਰਦ ਚਾਂਦੀ ਵਰਗੀਆਂ ਸਫੈਦ ਲਕੀਰਾਂ ਘੁੰਮਦੀਆਂ ਦਿਖਾਈ ਦਿੰਦੀਆਂ ਸਨ ਤੇ ਜਦੋਂ ਕਦੇ ਬਿਜਲੀ ਕੜਕ ਕੇ ਚਮਕਦੀ ਤਾਂ ਦੂਰ ਦੀਆਂ ਚੱਟਾਨਾਂ ਦੇ ਗਿੱਲੇ ਚਿਹਰੇ ਲਿਸ਼ਕੋਰਾ ਮਾਰਦੇ। ਬਾਹਰ ਸਭ ਕੁਝ ਬੜਾ ਉਦਾਸ ਜਿਹਾ ਸੀ। ਰਾਤ ਦੀ ਉਤੇਜਨਾ ਤੇ ਸਾਰੀ ਭੱਜ ਨੱਠ ਪਿੱਛੋਂ ਜਗੀਰਦਾਰ ਦਾ ਮੂਡ ਕਾਫੀ ਉਖੜਿਆ ਹੋਇਆ ਸੀ। ਮੈਂ ਖੁਦ ਇੰਜ ਮਹਿਸੂਸ ਕਰ ਰਿਹਾ ਸੀ ਜਿਵੇਂ ਦਿਲ ਉੱਤੇ ਕੋਈ ਪੱਥਰ ਰੱਖਿਆ ਹੋਵੇ ਤੇ ਕਿਸੇ ਆਉਣ ਵਾਲੇ ਖਤਰੇ ਦਾ ਅਹਿਸਾਸ ਹੋ ਰਿਹਾ ਹੋਵੇ ਜਿਹਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਤੇ ਕੀ ਇੰਜ ਮਹਿਸੂਸ ਕਰਨ ਦਾ ਮੇਰੇ ਕੋਲ ਕੋਈ ਕਾਰਨ ਨਹੀਂ ਸੀ? ਜ਼ਰਾ ਸਾਰੀਆਂ ਘਟਨਾਵਾਂ ਦੇ ਉਸ ਲੰਮੇ ਸਿਲਸਿਲੇ ਬਾਰੇ ਸੋਚੋ ਜਿਹੜੀਆਂ ਸਿੱਧਾ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਸਨ ਕਿ ਸਾਡੇ ਚਾਰੇ ਪਾਸੇ ਹਰ ਵੇਲੇ ਕਿਸੇ ਖਤਰਨਾਕ ਸਾਜ਼ਿਸ਼ ਦਾ ਜਾਲ ਲਹਿਰਾ ਰਿਹਾ ਸੀ। ਹਵੇਲੀ ਦੇ ਪਿਛਲੇ ਵਾਸੀ ਦੀ ਮੌਤ ਹੋ ਚੁੱਕੀ ਸੀ, ਬਿਲਕੁਲ ਅਜਿਹੇ ਹਾਲਤਾਂ ਵਿੱਚ ਜਿਨ੍ਹਾਂ ਨਾਲ ਪਰਿਵਾਰਕ ਸਰਾਪ ਦੀ ਕਹਾਣੀ ਨੂੰ ਬਲ ਮਿਲਦਾ ਹੈ। ਇਹਦੇ ਇਲਾਵਾ ਕਿਸਾਨਾਂ ਵੱਲੋਂ ਬਾਰੀ-ਬਾਰੀ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ ਕਿ ਜੰਗਲ 'ਚ ਕੋਈ ਅਜੀਬ ਜਾਨਵਰ ਦਿਖਾਈ ਦਿੰਦਾ ਹੈ। 2 ਵਾਰੀ ਮੈਂ ਖੁਦ ਆਪਣੇ ਕੰਨਾਂ ਨਾਲ ਉਹ ਆਵਾਜ਼ ਸੁਣੀ ਜਿਹੜੀ ਕਿਤੋਂ ਦੂਰੋਂ ਕਿਸੇ ਸ਼ਿਕਾਰੀ ਕੁੱਤੇ ਦੀ ਗੁਰਰਾਹਟ ਨਾਲ ਮਿਲਦੀ ਜੁਲਦੀ ਸੀ। ਇਹ ਬਿਲਕੁਲ ਅਸੰਭਵ ਜਿਹੀ ਤੇ ਵਿਸ਼ਵਾਸ ਨਾ ਕਰਨ ਯੋਗ ਗੱਲ ਸੀ ਕਿ ਉਹ ਵਿਚਿੱਤਰ ਆਵਾਜ਼ ਅਸਲ 'ਚ ਕੁਦਰਤ ਦੇ ਸਧਾਰਨ ਨਿਯਮਾਂ ਦੇ ਵਿਰੁੱਧ ਤੇ ਅਲੌਕਿਕ ਹੋਏ। ਕੋਈ ਪਿਸ਼ਾਚ ਕੁੱਤਾ ਧਰਤੀ ਉੱਪਰ ਆਪਣੇ ਪੰਜਿਆਂ ਦੇ ਨਿਸ਼ਾਨ ਛੱਡ ਦੇ ਤੇ ਆਪਣੀ ਭਿਆਨਕ ਆਵਾਜ਼ ਨਾਲ ਚਾਰੇ ਪਾਸੇ ਹਵਾਵਾਂ ਨੂੰ ਗੂੰਜਾ ਵੀ ਦੇ। ਨਹੀਂ, ਇੰਜ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਹੋ ਸਕਦਾ ਹੈ ਸਟੇਲਪਟਨ ਇਸ ਤਰ੍ਹਾਂ ਦੀ ਅੰਧ ਵਿਸ਼ਵਾਸ ਦਾ ਸ਼ਿਕਾਰ ਹੋ ਜਾਏ ਤੇ ਉਹ ਡਾਕਟਰ ਮਾਰਟੀਮਰ ਵੀ, ਪਰ ਜੇ ਇਸ ਧਰਤੀ ਉੱਤੇ ਮੇਰੇ 'ਚ ਕੋਈ ਵਿਸ਼ੇਸ਼ ਗੁਣ ਹੈ ਤਾਂ ਉਹ ਹੈ ਮੇਰੀ ਸਹਿਜ ਬੁੱਧੀ ਤੇ ਕੋਈ ਵੀ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ 'ਚ ਵਿਸ਼ਵਾਸ ਕਰਨ ਲਈ ਰਾਜ਼ੀ ਨਹੀਂ ਕਰ ਸਕਦਾ ਸੀ। ਇੰਜ ਕਰਨਾ ਤਾਂ ਉਹਨਾਂ ਵਿਚਾਰੇ ਕਿਸਾਨਾਂ ਵਾਂਗ ਅਨਪੜ੍ਹ ਬਣ ਜਾਣਾ ਸੀ ਜਿਹੜੇ ਸਿਰਫ ਇੱਕ ਪਿਸ਼ਾਚ ਕੁੱਤੇ ਨਾਲ ਸੰਤੁਸ਼ਟ ਨਹੀਂ ਹੋ ਗਏ ਸਨ ਬਲਕਿ ਇਸ ਗੱਲ ਦੀ ਜ਼ਰੂਰਤ ਵੀ ਸਮਝਦੇ ਸਨ ਕਿ ਉਹਦਾ ਵਰਣਨ ਕਰਦਿਆਂ ਹੋਇਆਂ ਇਹ ਵੀ ਦੱਸਣ ਕਿ ਉਹਦੇ ਮੂੰਹ ਤੇ ਅੱਖਾਂ ਵਿੱਚੋਂ ਨਰਕੀ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸੀ। ਹੋਮਜ਼ ਇਸ ਤਰ੍ਹਾਂ ਦੀਆਂ ਬਕਵਾਸਾਂ ਨੂੰ ਸੁਣਨਾ ਪਸੰਦ ਨਹੀਂ ਕਰਦਾ ਤੇ ਉਹਦਾ ਪ੍ਰਤੀਨਿਧ ਹੋਣ ਕਰਕੇ ਮੈਂ ਵੀ ਨਹੀਂ। ਪਰ ਤੱਥ ਦਾ ਤੱਥ ਹੀ ਨੇ। ਮੈਂ 2 ਵਾਰੀ ਉਹ ਭਿਆਨਕ ਆਵਾਜ਼ ਜੰਗਲ 'ਚ ਸੁਣ ਚੁੱਕਿਆ। ਜੇ ਇਹ ਮੰਨ ਲਿਆ ਜਾਏ ਕਿ ਉੱਥੇ ਕੋਈ ਸ਼ਿਕਾਰੀ ਕੁੱਤਾ ਵਾਕਈ ਖੁੱਲ੍ਹਾ ਘੁੰਮ ਰਿਹਾ ਹੈ ਤਾਂ ਸਾਰੀ ਗੱਲ ਆਪਣੇ ਆਪ ਹੀ ਸਾਫ਼ ਹੋ ਜਾਣੀ ਚਾਹੀਦੀ ਹੈ, ਪਰ ਇੰਜ ਨਹੀਂ ਹੈ ਕਿਉਂਕਿ ਇਹਦੇ ਨਾਲ ਹੀ ਕਈ ਸਵਾਲ ਪੈਦਾ ਹੋ ਜਾਂਦੇ ਨੇ ਕਿ ਆਖਰ ਉਹ ਲੁਕਿਆ ਕਿੱਥੇ ਰਹਿੰਦਾ ਹੈ, ਆਪਣਾ ਖਾਣਾ ਕਿਵੇਂ ਹਾਸਲ ਕਰਦਾ ਹੈ, ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ। ਇੰਜ ਕਿਉਂ ਹੈ ਕਿ ਦਿਨੇ ਉਹ ਕਿਸੇ ਨੂੰ ਵਿਖਾਈ ਨਹੀਂ ਦਿੰਦਾ? ਮੰਨਣਾ ਪਏਗਾ ਕਿ ਇਹਨਾਂ ਸਵਾਲਾਂ ਦੇ ਸੁਭਾਵਿਕ ਜਵਾਬ ਉਨੇ ਹੀ ਮੁਸ਼ਕਿਲ ਨੇ ਜਿੰਨੇ ਕਿ ਸ਼ੈਤਾਨੀ ਸ਼ਕਤੀਆਂ ਦੇ ਜਾਦੂਈ ਪ੍ਰਭਾਵ ਨਾਲ ਸੰਬੰਧਿਤ ਜਵਾਬ। ਤੇ ਉਸ ਸ਼ਿਕਾਰੀ ਕੁੱਤੇ ਦੇ ਇਲਾਵਾ ਲੰਦਨ 'ਚ ਜੋ ਕੁਝ ਹੋਇਆ ਉਹਦੇ ਪਿੱਛੇ ਵੀ ਪੱਕੀ ਗੱਲ ਹੈ ਕਿ ਇਨਸਾਨੀ ਚੱਕਰ ਦਾ ਹੱਥ ਹੈ। ਆਖਿਰ ਬੱਗੀ 'ਚ ਉਹ ਦਾੜੀ ਵਾਲਾ ਕੌਣ ਸੀ? ਸਰ ਹੈਨਰੀ ਨੂੰ ਜੰਗਲ ਤੋਂ ਦੂਰ ਰਹਿਣ ਦਾ ਉਹ ਚੇਤਾਵਨੀ ਭਰਿਆ ਖੱਤ ਭੇਜਣ ਪਿੱਛੇ ਕੀ ਕੋਈ ਇਨਸਾਨੀ ਹੱਥ ਹੀ ਨਹੀਂ ਸੀ ਕੰਮ ਕਰ ਰਿਹਾ? ਘੱਟੋ ਘੱਟ ਉਸ ਖੱਤ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਗੱਲ ਦੂਜੀ ਹੈ ਕਿ ਉਸ ਖੱਤ ਨੂੰ ਉਨੀ ਆਸਾਨੀ ਨਾਲ ਹੀ ਕਿਸੇ ਹਿਤੈਸ਼ੀ ਦੋਸਤ ਦਾ ਵੀ ਮੰਨਿਆ ਜਾ ਸਕਦਾ ਹੈ ਜਿੰਨੀ ਆਸਾਨੀ ਨਾਲ ਕਿਸੇ ਦੁਸ਼ਮਣ ਦਾ। ਉਹ ਦੋਸਤ ਜਾਂ ਦੁਸ਼ਮਣ ਇਸ ਵੇਲੇ ਕਿੱਥੇ ਹੈ? ਕਿ ਉਹ ਲੰਦਨ 'ਚ ਹੀ ਹੈ ਜਾਂ ਸਾਡੇ ਪਿੱਛੇ ਪਿੱਛੇ ਇੱਥੋਂ ਤੱਕ ਆ ਗਿਆ? ਕਿਤੇ ਉਹੀ ਅਜਨਬੀ ਤਾਂ ਨਹੀਂ ਜਿਹਨੂੰ ਮੈਂ ਉਸ ਪਹਾੜੀ ਟੀਸੀ ਉੱਤੇ ਦੇਖਿਆ ਸੀ? ਇਹ ਠੀਕ ਹੈ ਕਿ ਉਸ ਆਦਮੀ ਨੂੰ ਮੈਂ ਸਿਰਫ ਇੱਕ ਨਜ਼ਰ ਦੇਖਿਆ ਸੀ, ਪਰ ਫਿਰ ਵੀ ਕੁਝ ਗੱਲਾਂ ਅਜਿਹੀਆਂ ਸਨ ਜਿਹੜੀਆਂ ਮੈਂ ਸਹੁੰ ਖਾ ਕੇ ਕਹਿ ਸਕਦਾ, ਜਿਵੇਂ ਕਿ ਉਹ ਇੱਥੇ ਰਹਿਣ ਵਾਲੇ ਲੋਕਾਂ 'ਚੋਂ ਨਹੀਂ ਹੈ ਕਿਉਂਕਿ ਮੈਂ ਉੱਥੇ ਆਸੇ ਪਾਸੇ ਦੇ ਸਾਰੇ ਲੋਕਾਂ ਨੂੰ ਮਿਲ ਚੁੱਕਿਆ ਸੀ। ਉਹਦਾ ਕੱਦ ਸਟੇਪਲਟਨ ਨਾਲੋਂ ਵੀ ਲੰਮਾ ਸੀ ਤੇ ਉਹ ਫਰੈਕਲੈਂਡ ਨਾਲੋਂ ਵੀ ਵੱਧ ਪਤਲਾ ਸੀ। ਇਹ ਹੋ ਸਕਦਾ ਹੈ
ਕਿ ਇਹ ਸ਼ਾਇਦ ਬੈਰੀਮੋਰ ਹੋਏ, ਪਰ ਉਹਨੂੰ ਅਸੀਂ ਆਪਣੇ ਪਿੱਛੇ ਛੱਡ ਆਏ ਸੀ ਅਤੇ ਮੈਨੂੰ ਯਕੀਨ ਹੈ ਕਿ ਉਹ ਸਾਡਾ ਪਿੱਛਾ ਨਹੀਂ ਕਰ ਸਕਦਾ ਸੀ। ਇਹਦਾ ਮਤਲਬ ਇਹ ਸੀ ਕਿ ਅਜਨਬੀ ਅਜੇ ਵੀ ਸਾਡੇ ਪਿੱਛੇ ਲੱਗਿਆ ਹੋਇਆ ਸੀ, ਬਲਕਿ ਉਸੇ ਤਰ੍ਹਾਂ ਜਿਵੇਂ ਕਿ ਉਹ ਲੰਦਨ 'ਚ ਸਾਡਾ ਪਿੱਛਾ ਕਰ ਰਿਹਾ ਸੀ। ਯਾਨੀ ਅਸੀਂ ਅਜੇ ਤੱਕ ਉਹ ਤੋਂ ਪਿੱਛਾ ਨਹੀਂ ਛੁਡਾ ਸਕੇ ਸੀ। ਕਾਸ਼ ਮੈਂ ਉਸ ਆਦਮੀ ਨੂੰ ਕਿਸੇ ਤਰ੍ਹਾਂ ਫੜ ਸਕਦਾ, ਫਿਰ ਸ਼ਾਇਦ ਸਾਡੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਅੰਤ ਹੋ ਗਿਆ ਹੁੰਦਾ। ਹੁਣ ਸਾਨੂੰ ਸਿਰਫ ਇਸੇ ਉਦੇਸ਼ ਲਈ ਆਪਣੀਆਂ ਸਾਰੀਆਂ ਯੋਗਤਾਵਾਂ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਹੈ। ਆਪਣੇ ਜੋਸ਼ 'ਚ ਮੇਰੇ ਮਨ 'ਚ ਪਹਿਲਾ ਸਵਾਲ ਇਹੀ ਆਇਆ ਕਿ ਮੈਂ ਸਰ ਹੈਨਰੀ ਨੂੰ ਆਪਣੀਆਂ ਯੋਜਨਾਵਾਂ ਬਾਰੇ ਦੱਸ ਦਿਆਂ, ਪਰ ਦੂਜਾ ਵਧੇਰੇ ਬੁੱਧੀਮਾਨੀ ਵਾਲਾ ਸੀ ਕਿ ਮੈਨੂੰ ਆਪਣੀ ਖੇਡ ਆਪਣੇ ਢੰਗ ਨਾਲ ਖੇਡਣੀ ਚਾਹੀਦੀ ਹੈ ਅਤੇ ਇਸ ਬਾਰੇ ਜਿੰਨੀ ਸੰਭਵ ਹੋ ਸਕੇ ਉਨੀ ਘੱਟ ਤੋਂ ਘੱਟ ਗੱਲਬਾਤ ਕਿਸੇ ਨਾਲ ਕੀਤੀ ਜਾਏ। ਜਦੋਂ ਮੈਂ ਉਹਨੂੰ ਮਿਲਿਆ ਤਾਂ ਬੜਾ ਹੀ ਚੁੱਪ ਅਤੇ ਘਬਰਾਇਆ ਹੋਇਆ ਸੀ। ਜੰਗਲ ਵੀ ਉਸ ਅਜੀਬ ਆਵਾਜ਼ ਨੇ ਉਹਨੂੰ ਅੰਦਰ ਤੱਕ ਬੜੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਇਸ ਲਈ ਮੇਰਾ ਇਹ ਵਿਚਾਰ ਹੋਰ ਵੀ ਵੱਧ ਪੱਕਾ ਹੋ ਗਿਆ ਕਿ ਮੈਨੂੰ ਹੁਣ ਉਸ ਨਾਲ ਕੋਈ ਵੀ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਸ ਨਾਲ ਉਹਦੀ ਪਰੇਸ਼ਾਨੀ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਹੋਵੇ। ਮੈਂ ਫੈਸਲਾ ਕੀਤਾ ਕਿ ਆਪਣਾ ਕੰਮ ਮੈਂ ਆਪਣੇ ਢੰਗ ਨਾਲ ਹੀ ਕਰਾਂਗਾ। ਨਾਸ਼ਤੇ ਪਿੱਛੋਂ ਸਵੇਰ ਵੇਲੇ ਇੱਕ ਹੋਰ ਨਾਟਕ ਹੋਇਆ। ਬੈਰੀਮੋਰ ਨੇ ਸਰ ਹੈਨਰੀ ਨਾਲ ਗੱਲ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਉਹ ਥੋੜ੍ਹੀ ਦੇਰ ਲਈ ਸਟੱਡੀ ਰੂਮ 'ਚ ਬੰਦ ਹੋ ਗਏ। ਵਿਲੀਅਰਡ ਰੂਮ 'ਚ ਬੈਠੇ ਹੋਏ ਮੈਂ ਕਈ ਵਾਰ ਉਹਨਾਂ ਦੀਆਂ ਆਵਾਜ਼ਾਂ ਤੇਜ਼ ਹੁੰਦੀਆਂ ਸੁਣੀਆਂ ਅਤੇ ਮੈਨੂੰ ਇਸ ਗੱਲ ਦਾ ਵੀ ਚੰਗਾ ਖਾਸਾ ਅੰਦਾਜ਼ਾ ਹੋ ਗਿਆ ਕਿ ਉਹਨਾਂ ਦੋਵਾਂ ਦੀ ਆਪਸੀ ਬਹਿਸ ਦਾ ਵਿਸ਼ਾ ਕੀ ਹੈ। ਕਾਫੀ ਦੇਰ ਬਾਅਦ ਜਾਗੀਰਦਾਰ ਨੇ ਦਰਵਾਜ਼ਾ ਖੋਲ੍ਹ ਕੇ ਮੈਨੂੰ ਬੁਲਾਇਆ। ਬੈਰੀਮੋਰ ਨੂੰ ਇੱਕ ਬੜੀ ਅਜੀਬ ਸ਼ਿਕਾਇਤ ਹੈ, ਉਹਨੇ ਕਿਹਾ। ਇਹਦਾ ਕਹਿਣਾ ਹੈ ਕਿ ਜਦੋਂ ਉਹਨੇ ਆਪਣੇ ਆਪ ਹੀ ਸਾਨੂੰ ਲੋਕਾਂ ਨੂੰ ਸਭ ਕੁਝ ਦੱਸ ਦਿੱਤਾ ਤਾਂ ਫਿਰ ਸਾਡਾ ਲੋਕਾਂ ਦਾ ਉਹਦੇ ਸਾਲੇ ਦੀ ਭਾਲ 'ਚ ਜਾਣਾ ਬੜਾ ਹੀ ਗਲਤ ਗੱਲ ਸੀ। ਬਟਲਰ ਦੇ ਚਿਹਰੇ ਤੋਂ ਸਭ ਕੁਝ ਸਪਸ਼ਟ ਹੋ ਰਿਹਾ ਸੀ, ਫਿਰ ਵੀ ਸਾਡੇ ਸਾਹਮਣੇ ਪੂਰੀ ਤਰ੍ਹਾਂ ਸ਼ਾਂਤ ਖੜਾ ਹੋਇਆ ਸੀ। ਹੋ ਸਕਦਾ ਹੈ ਮੈਂ ਕੁਝ ਜ਼ਿਆਦਾ ਗਰਮੀ 'ਚ ਬੋਲ ਗਿਆ ਹੋਵਾਂ ਸਰ, ਉਹ ਬੋਲਿਆ। ਜੇ ਇੰਝ ਹੈ ਤਾਂ ਮੈਂ ਤੁਹਾਤੋਂ ਮਾਫੀ ਚਾਹੁੰਦਾ, ਪਰ ਇਹਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ, ਜਦੋਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਦੋਵੇਂ ਸੱਜਣ ਰਾਤ ਨੂੰ ਸੇਲਡਨ ਦੀ ਭਾਲ 'ਚ ਗਏ ਸੀ ਤਾਂ ਸਵੇਰੇ ਵਾਪਸ ਆਏ ਹੋ, ਤਾਂ ਮੈਨੂੰ ਵਾਕਈ ਬੜਾ ਅਫਸੋਸ ਹੋਇਆ। ਉਸ ਵਿਚਾਰੇ ਕੋਲ ਜੂਝਣ ਲਈ ਆਪਣੀਆਂ ਹੀ ਇੰਨੀਆਂ ਸਾਰੀਆਂ ਪਰੇਸ਼ਾਨੀਆਂ ਨੇ। ਮੈਨੂੰ ਦੁੱਖ ਹੈ ਕਿ ਮੇਰੇ ਕਰਕੇ ਹੋਰ ਵੀ ਵੱਧ ਪਰੇਸ਼ਾਨੀਆਂ ਉਹਦੇ ਪਿੱਛੇ ਲੱਗ ਗਈਆਂ। ਜੇ ਤੂੰ ਸਾਨੂੰ ਇਹ ਗੱਲ ਖੁਦ ਬਖੁਦ ਦੱਸੀ ਹੁੰਦੀ ਤਾਂ ਮਾਮਲਾ ਸ਼ਾਇਦ ਹੋਰ ਹੁੰਦਾ, ਜਾਗੀਰਦਾਰ ਨੇ ਕਿਹਾ। ਪਰ ਤੂੰ ਸਾਨੂੰ ਉਦੋਂ ਦੱਸਿਆ, ਬਲਕਿ ਤੂੰ ਵੀ ਨਹੀਂ, ਤੇਰੀ ਪਤਨੀ ਨੇ ਸਾਨੂੰ ਉਦੋਂ ਦੱਸਿਆ ਜਦੋਂ ਤੇਰੇ 'ਤੇ ਦਬਾਅ ਪਾਇਆ ਗਿਆ ਅਤੇ ਉਸ ਵੇਲੇ ਤੂੰ ਪੂਰੀ ਤਰ੍ਹਾਂ ਫਸਿਆ ਹੋਇਆ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਇਸ ਗੱਲ ਦਾ ਇਸ ਤਰ੍ਹਾਂ ਫਾਇਦਾ ਲੈਣ ਦੀ ਕੋਸ਼ਿਸ਼ ਕਰੋਗੇ ਸਰ ਹੈਨਰੀ। ਇੰਝ ਤਾਂ ਮੈਂ ਸੋਚਿਆ ਵੀ ਨਹੀਂ ਸੀ। ਉਹ ਆਮ ਲੋਕਾਂ ਲਈ ਜ਼ਬਰਦਸਤ ਖਤਰਾ ਬਣਿਆ ਹੋਇਆ। ਸੁੰਨਸਾਨ ਜੰਗਲ 'ਚ ਇਕੱਲੇ ਘਰ ਰਹਿੰਦੇ ਨੇ ਜਿਨ੍ਹਾਂ ਨੂੰ ਸਮੇਂ ਸਿਰ ਕਿਤੋਂ ਮਦਦ ਵੀ ਨਹੀਂ ਮਿਲ ਸਕਦੀ ਅਤੇ ਉਹ ਖਤਰਨਾਕ ਹਥਿਆਰਾ ਕੁਝ ਵੀ ਕਰ ਸਕਦਾ। ਸਟੇਪਲਟਨ ਨੂੰ ਹੀ ਦੇਖ ਲਓ। ਮਿਸਾਲ ਦੇ ਤੌਰ 'ਤੇ ਉੱਥੇ ਉਹ ਆਪਣੀ ਭੈਣ ਨਾਲ ਇਕੱਲਾ ਰਹਿੰਦਾ। ਜੇ ਕੋਈ ਗੱਲ ਹੋ ਜਾਏ ਤਾਂ ਕੋਈ ਉਹਨਾਂ ਦੀ ਮਦਦ ਨੂੰ ਵੀ ਨਹੀਂ ਪਹੁੰਚ ਸਕਦਾ। ਇਸ ਇਲਾਕੇ 'ਚ ਉਦੋਂ ਤੱਕ ਕੋਈ ਆਦਮੀ ਸੁਰੱਖਿਅਤ ਨਹੀਂ ਜਦੋਂ ਤੱਕ ਉਹਨੂੰ ਮੁੜ ਜੇਲ੍ਹ 'ਚ ਬੰਦ ਨਾ ਕਰਤਾ ਜਾਏ। ਉਹ ਹੁਣ ਕਿਸੇ ਘਰ 'ਚ ਨਹੀਂ ਵੜੇਗਾ ਸਰ, ਬੈਰੀਮੋਰ ਨੇ ਕਿਹਾ। ਮੈਂ ਸਹੁੰ ਖਾ ਕੇ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰ ਸਕਦਾ। ਉਹ ਹੁਣ ਇਸ ਇਲਾਕੇ 'ਚ ਕਿਸੇ ਨੂੰ ਕਦੀ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਮੈਂ ਤੁਹਾਨੂੰ ਯਕੀਨ ਦਿਵਾਉਣਾ ਸਰ ਹੈਨਰੀ ਕਿ ਕੁਝ ਹੀ ਦਿਨਾਂ 'ਚ ਸਭ ਜ਼ਰੂਰੀ ਇੰਤਜ਼ਾਮ ਪੂਰੇ ਹੋ ਜਾਣਗੇ ਅਤੇ ਅਸੀਂ ਉਹਨੂੰ ਸਾਊਥ ਅਮਰੀਕਾ ਦੇ ਲਈ ਰਵਾਨਾ ਕਰ ਦਿਆਂਗੇ। ਮੈਂ ਤੁਹਾਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਸਰ ਕਿ ਭਗਵਾਨ ਦੇ ਵਾਸਤੇ ਪੁਲਿਸ ਨੂੰ ਇਹ ਨਾ ਦੱਸਣਾ ਕਿ ਉਹ ਜੰਗਲ 'ਚ ਲੁਕਿਆ ਹੋਇਆ ਹੈ। ਉਹਨਾਂ ਲੋਕਾਂ ਫਿਲਹਾਲ ਉਹਦੀ ਭਾਲ ਬੰਦ ਕਰ ਦਿੱਤੀ ਹੈ। ਜਦੋਂ ਤੱਕ ਉਹਦਾ ਜਹਾਜ਼ ਜਾਣ ਲਈ ਤਿਆਰ ਨਹੀਂ ਹੁੰਦਾ ਉਦੋਂ ਤੱਕ ਉਹ ਉੱਥੇ ਚੁੱਪਚਾਪ ਲੁਕਿਆ ਰਹੇਗਾ। ਜੇ ਤੁਸੀਂ ਉਸ ਬਾਰੇ ਕੁਝ ਵੀ ਕਿਹਾ ਤਾਂ ਮੈਂ ਅਤੇ ਮੇਰੀ ਪਤਨੀ ਬੜੀ ਵੱਡੀ ਮੁਸੀਬਤ 'ਚ ਫਸ ਜਾਵਾਂਗੇ। ਇਸ ਲਈ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰ ਰਿਹਾ ਸਰ ਕਿ ਤੁਸੀਂ ਇਸ ਬਾਰੇ ਪੁਲਿਸ ਨੂੰ ਕੁਝ ਨਾ ਦੱਸਣਾ। ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਵਾਟਸਨ? ਮੈਂ ਆਪਣੇ ਮੋਢੇ ਸਕੋੜੇ। ਜੇ ਉਹ ਚੁੱਪਚਾਪ ਇਸ ਦੇਸ਼ 'ਚੋਂ ਕਿਧਰੇ ਦੂਰ ਚਲਾ ਜਾਣਾ ਚਾਹੁੰਦਾ ਤਾਂ ਲਾਜ਼ਮੀ ਤੌਰ 'ਤੇ ਟੈਕਸ ਦੇਣ ਵਾਲੀ ਜਨਤਾ ਦਾ ਇੱਕ ਬੋਝ ਲੱਥ ਜਾਏਗਾ। ਇੱਕ ਛਿੰਡ ਸੋਚਣ ਪਿੱਛੋਂ ਮੈਂ ਜਵਾਬ ਦਿੱਤਾ। ਪਰ ਇਸ ਗੱਲ ਦੀ ਵੀ ਤਾਂ ਸੰਭਾਵਨਾ ਹੈ ਕਿ ਜਾਣ ਤੋਂ ਪਹਿਲਾਂ ਉਹ ਕਿਸੇ ਨਿਰਦੋਸ਼ ਦਾ ਕੰਮ ਤਮਾਮ ਕਰ ਜਾਏ। ਉਹ ਹੁਣ ਅਜਿਹੀ ਪਾਗਲਪਨ ਵਾਲੀ ਕੋਈ ਗੱਲ ਨਹੀਂ ਕਰੇਗਾ ਸਰ, ਬੈਰੀਮੋਰ ਨੇ ਕਿਹਾ। ਅਸੀਂ ਉਹਦੀ ਲੋੜ ਦੀ ਹਰ ਚੀਜ਼ ਉਹਨੂੰ ਮੁਹੱਈਆ ਕਰਾਈ ਹੋਈ ਹੈ। ਹੁਣ ਜੇ ਉਹ ਕੋਈ ਅਪਰਾਧ ਕਰਦਾ ਤਾਂ ਨਾ ਸਿਰਫ ਉਹਦੀ ਲੁਕਣ ਦੀ ਜਗ੍ਹਾ ਦਾ ਪਤਾ ਲੱਗ ਜਾਏਗਾ, ਬਲਕਿ ਉਸਦੇ ਇੱਥੋਂ ਬਾਹਰ ਜਾਣ ਦੇ ਸਾਰੇ ਰਸਤੇ ਵੀ ਬੰਦ ਹੋ ਜਾਣਗੇ। ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ ਬੈਰੀਮੋਰ, ਸਰ ਹੈਨਰੀ ਨੇ ਕਿਹਾ। ਬਸ ਤਾਂ ਫਿਰ ਠੀਕ ਹੈ। ਭਗਵਾਨ ਤੁਹਾਡਾ ਭਲਾ ਕਰੇ ਸਰ, ਬੈਰੀਮੋਰ ਨੇ ਅੱਗੇ ਬੋਲਣ ਦਾ ਮੌਕਾ ਦਿੱਤੇ ਬਿਨਾਂ ਹੀ ਕਿਹਾ। ਮੈਂ ਤੁਹਾਡਾ ਇਹ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਜੇ ਉਹ ਫੇਰ ਫੜਿਆ ਜਾਂਦਾ ਹੈ ਤਾਂ ਮੇਰੀ ਪਤਨੀ ਤਾਂ ਵਿਚਾਰੀ ਮਰ ਹੀ ਜਾਏਗੀ। ਮੇਰਾ ਖਿਆਲ ਹੈ ਵਾਟਸਨ ਕਿ ਅਸੀਂ ਇੱਕ ਅਪਰਾਧ 'ਚ ਸ਼ਾਮਲ ਹੋ ਕੇ ਉਹਦੀ ਸਹਾਇਤਾ ਕਰ ਰਹੇ ਹਾਂ।
ਪਰ ਜੋ ਕੁਝ ਵੀ ਅਸੀਂ ਸੁਣਿਆ ਉਹਦੇ ਆਧਾਰ 'ਤੇ ਮੈਂ ਸਮਝਦਾ ਕਿ ਸਾਨੂੰ ਉਸ ਆਦਮੀ ਨੂੰ ਇੱਕ ਮੌਕਾ ਤਾਂ ਦੇ ਦੇਣਾ ਚਾਹੀਦਾ ਹੈ। ਇਸ ਲਈ ਇਸ ਕਿੱਸੇ ਨੂੰ ਹੁਣ ਇੱਥੇ ਹੀ ਖ਼ਤਮ ਕਰ ਦੇਣਾ ਬਿਹਤਰ ਹੋਏਗਾ। ਠੀਕ ਹੈ ਬੈਰੀਮੋਰ, ਹੁਣ ਤੁਸੀਂ ਜਾ ਸਕਦੇ ਹੋ। ਅਸਪਸ਼ਟ ਜਿਹੇ ਸ਼ਬਦਾਂ 'ਚ ਧੰਨਵਾਦ ਕਰਦਾ ਹੋਇਆ ਬੈਰੀਮੋਰ ਉੱਥੋਂ ਜਾਣ ਲਈ ਮੁੜਿਆ, ਪਰ ਫਿਰ ਠਿਠਕ ਕੇ ਵਾਪਸ ਆਇਆ। ਤੁਸੀਂ ਮੇਰੇ 'ਤੇ ਅਜਿਹੀ ਦਇਆ ਕੀਤੀ ਹੈ ਸਰ ਕਿ ਬਦਲੇ 'ਚ ਮੈਂ ਵੀ ਤੁਹਾਡੇ ਲਈ ਕੁਝ ਚੰਗਾ ਕਰਨਾ ਚਾਹੁੰਦਾ। ਮੈਨੂੰ ਇੱਕ ਅਜਿਹੀ ਗੱਲ ਦਾ ਪਤਾ ਹੈ ਸਰ ਹੈਨਰੀ, ਜੋ ਸ਼ਾਇਦ ਮੈਨੂੰ ਪਹਿਲਾਂ ਹੀ ਦੱਸ ਦੇਣੀ ਚਾਹੀਦੀ ਸੀ, ਪਰ ਇਸ ਬਾਰੇ ਮੈਨੂੰ ਪੁਲਿਸ ਤਹਿਕੀਕਾਤ ਤੋਂ ਕਾਫੀ ਚਿਰ ਪਿੱਛੋਂ ਪਤਾ ਲੱਗਾ। ਪਰ ਮੈਂ ਇਸ ਬਾਰੇ ਅੱਜ ਤੱਕ ਇੱਕ ਸ਼ਬਦ ਵੀ ਕਿਸੇ ਨੂੰ ਨਹੀਂ ਦੱਸਿਆ। ਇਹਦਾ ਸਬੰਧ ਸਰ ਚਾਰਲਸ ਦੀ ਮੌਤ ਨਾਲ ਹੈ। ਸੁਣਦਿਆਂ ਹੀ ਮੈਂ ਤੇ ਸਰ ਹੈਨਰੀ ਦੋਵੇਂ ਬੁੜਕ ਕੇ ਖੜੇ ਹੋ ਗਏ। ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ? ਨਹੀਂ ਸਰ, ਇਹ ਤਾਂ ਮੈਂ ਨਹੀਂ ਜਾਣਦਾ। ਤਾਂ ਫਿਰ ਹੋਰ ਕੀ ਗੱਲ ਹੈ? ਮੈਨੂੰ ਇਹ ਪਤਾ ਹੈ ਕਿ ਉਹ ਉਸ ਵੇਲੇ ਜੰਗਲ ਵਾਲੇ ਗੇਟ ਕੋਲ ਕਿਉਂ ਮੌਜੂਦ ਸਨ। ਉਹਨਾਂ ਨੇ ਕਿਸੇ ਔਰਤ ਨੂੰ ਮਿਲਣਾ ਸੀ। ਕਿਸੇ ਔਰਤ ਨੂੰ ਮਿਲਣਾ ਸੀ? ਸਰ ਚਾਰਲਸ ਤੇ ਕੋਈ ਔਰਤ? ਕੀ ਕਹਿ ਰਹੇ ਹੋ ਤੁਸੀਂ? ਸਹੀ ਕਹਿ ਰਿਹਾ ਸਰ। ਤੇ ਉਸ ਔਰਤ ਦਾ ਨਾਂ ਕੀ ਹੈ? ਉਹਦਾ ਨਾਂ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਸਰ, ਪਰ ਮੈਂ ਉਹਦੇ ਨਾਂ ਦੇ ਪਹਿਲੇ ਅੱਖਰ ਤੁਹਾਨੂੰ ਜ਼ਰੂਰ ਦੱਸ ਸਕਦਾ। ਉਹ ਅੱਖਰ ਨੇ LL। ਇਹ ਤੁਸੀਂ ਕਿੰਜ ਕਹਿ ਸਕਦੇ ਹੋ ਬੈਰੀਮੋਰ? ਉਹ ਗੱਲ ਇਹ ਹੈ ਸਰ ਹੈਨਰੀ, ਤੁਹਾਡੇ ਅੰਕਲ ਨੂੰ ਉਸ ਸਵੇਰ ਇੱਕ ਖੱਤ ਮਿਲਿਆ ਸੀ। ਵੈਸੇ ਤਾਂ ਉਹਨਾਂ ਨੂੰ ਆਮ ਤੌਰ 'ਤੇ ਹੀ ਬਹੁਤ ਸਾਰੇ ਖੱਤ ਆਉਂਦੇ ਰਹਿੰਦੇ ਸੀ, ਕਿਉਂਕਿ ਉਹ ਇੱਕ ਉਦਾਰ ਦਿਲ ਸਮਾਜ ਸੇਵੀ ਵੀ ਸਨ। ਇਸ ਲਈ ਹਰ ਆਦਮੀ ਉਹਨਾਂ ਅੱਗੇ ਆਪਣਾ ਦੁੱਖੜਾ ਰੋਂਦਾ ਰਹਿੰਦਾ ਸੀ। ਪਰ ਉਸ ਸਵੇਰ ਸੰਯੋਗ ਨਾਲ ਸਿਰਫ ਇਹੋ ਇੱਕ ਹੀ ਖੱਤ ਆਇਆ ਸੀ, ਇਸ ਲਈ ਉਸ ਵੱਲ ਮੇਰਾ ਵਿਸ਼ੇਸ਼ ਧਿਆਨ ਜਾਣਾ ਸੁਭਾਵਕ ਹੀ ਸੀ। ਉਹ ਕੁੰਭ 83 ਨਾਮਕ ਸਥਾਨ ਤੋਂ ਆਇਆ ਸੀ ਤੇ ਉਸ 'ਤੇ ਪਤਾ ਕਿਸੇ ਔਰਤ ਦੇ ਹੱਥ ਦਾ ਲਿਖਿਆ ਸੀ। ਫਿਰ ਇਹ ਸਰ ਕਿ ਮੈਂ ਤਾਂ ਇਸ ਗੱਲ ਵੱਲ ਕੋਈ ਖਾਸ ਧਿਆਨ ਨਾ ਦਿੱਤਾ, ਸ਼ਾਇਦ ਦਿੰਦਾ ਵੀ ਨਾ, ਜੇ ਮੇਰੀ ਪਤਨੀ ਨੇ ਇਸ ਮਾਮਲੇ ਨੂੰ ਫੇਰ ਨਾ ਛੇੜਿਆ ਹੁੰਦਾ। ਕੁਝ ਹਫ਼ਤੇ ਪਹਿਲਾਂ ਉਹ ਸਰ ਚਾਰਲਸ ਦੇ ਕਮਰੇ ਦੀ ਸਫਾਈ ਕਰ ਰਹੀ ਸੀ। ਉਹਨਾਂ ਦੀ ਮੌਤ ਪਿੱਛੋਂ ਉਹਨੂੰ ਛੇੜਿਆ ਨਹੀਂ ਗਿਆ ਸੀ। ਸਫਾਈ ਦੌਰਾਨ ਉਹਨੂੰ ਆਤਿਸ਼ਦਾਨ ਦੇ ਕੋਨੇ 'ਚ ਇਸ ਸੜੇ ਹੋਏ ਖੱਤ ਦੀ ਸੁਆਹ ਨਜ਼ਰ ਆਈ। ਉਹਦਾ ਬਹੁਤਾ ਹਿੱਸਾ ਸੜ ਕੇ ਪਾਊਡਰ ਵਰਗੀ ਕਾਲੀ ਸੁਆਹ 'ਚ ਬਦਲ ਚੁੱਕਿਆ ਸੀ, ਪਰ ਇੱਕ ਛੋਟਾ ਜਿਹਾ ਹਿੱਸਾ, ਯਾਨੀ ਪੰਨੇ ਦਾ ਕਿਨਾਰਾ, ਸੜਨ ਦੇ ਬਾਵਜੂਦ ਵੀ ਭੁਰਨ ਤੋਂ ਬਚ ਗਿਆ ਸੀ। ਹਾਲਾਂਕਿ ਉਹ ਕਾਲੀ ਬੈਕਗ੍ਰਾਉਂਡ ਦੇ ਮੁਕਾਬਲੇ 'ਚ ਸਲੇਟੀ ਜਿਹਾ ਨਜ਼ਰ ਆ ਰਿਹਾ ਸੀ। ਉਸ ਉੱਤੇ ਹਾਲੇ ਵੀ ਕੁਝ ਅੱਖਰ ਚਮਕਦੇ ਦਿਖਾਈ ਦੇ ਰਹੇ ਸੀ। ਇੰਜ ਲੱਗਦਾ ਸੀ ਜਿਵੇਂ ਖੱਤ ਸਮਾਪਤ ਕਰਨ ਪਿੱਛੋਂ ਕੁਝ ਹੋਰ ਲਿਖਿਆ ਗਿਆ ਸੀ। ਕੀ ਲਿਖਿਆ ਸੀ? ਲਿਖਿਆ ਸੀ, ਪਲੀਜ਼ ਤੁਸੀਂ ਕਿਉਂਕਿ ਇੱਕ ਭੱਦਰ ਪੁਰਸ਼ ਹੋ, ਇਸ ਲਈ ਮਿਹਰਬਾਨੀ ਕਰਕੇ ਇਸ ਖੱਤ ਨੂੰ ਸਾੜ ਦੇਣਾ ਤੇ ਠੀਕ 10 ਵਜੇ ਗੇਟ 'ਤੇ ਮਿਲਣਾ। ਇਹਦੇ ਹੇਠ ਦਸਖਤ ਦੇ ਤੌਰ 'ਤੇ LL ਦੇ 2 ਅੱਖਰ ਸਨ। ਕੀ ਖੱਤ ਦਾ ਉਹ ਹਿੱਸਾ ਤੁਹਾਡੇ ਕੋਲ ਹੈ? ਨਹੀਂ ਸਰ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਸੜ ਚੁੱਕਿਆ ਸੀ ਤੇ ਜਿਵੇਂ ਹੀ ਅਸੀਂ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਭੁਰ ਕੇ ਖਿਲਰ ਗਿਆ। ਉਸੇ ਲਿਖਾਵਟ 'ਚ ਕੀ ਸਰ ਚਾਰਲਸ ਨੂੰ ਕੁਝ ਹੋਰ ਵੀ ਖੱਤ ਮਿਲੇ ਸੀ? ਉਹ ਗੱਲ ਇਹ ਹੈ ਸਰ ਕਿ ਉਹਨਾਂ ਦੇ ਖੱਤਾਂ ਵੱਲ ਮੈਂ ਕੋਈ ਖਾਸ ਧਿਆਨ ਨਹੀਂ ਦਿੰਦਾ ਸੀ। ਇਸ ਖੱਤ ਵੱਲ ਵੀ ਸ਼ਾਇਦ ਮੇਰਾ ਕੋਈ ਧਿਆਨ ਨਾ ਜਾਂਦਾ ਜੇ ਇਕੱਲਾ ਨਾ ਆਇਆ ਹੁੰਦਾ। ਤੇ ਤੁਹਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਇਹ LL ਕਿਸ ਦੇ ਨਾਂ ਦੇ ਪਹਿਲੇ ਅੱਖਰ ਹੋ ਸਕਦੇ ਨੇ? ਨਹੀਂ ਸਰ, ਇਸ ਬਾਰੇ 'ਚ ਤਾਂ ਮੇਰੀ ਜਾਣਕਾਰੀ ਵੀ ਉਨੀ ਕੁ ਹੈ ਜਿੰਨੀ ਕਿ ਤੁਹਾਡੀ ਹੈ, ਪਰ ਮੈਂ ਸਮਝਦਾ ਜੇ ਅਸੀਂ ਉਸ ਔਰਤ ਦਾ ਪਤਾ ਲਾ ਲਈਏ ਤਾਂ ਸ਼ਾਇਦ ਸਾਨੂੰ ਸਰ ਚਾਰਲਸ ਦੀ ਮੌਤ ਬਾਰੇ ਕੁਝ ਹੋਰ ਵੱਧ ਜਾਣਕਾਰੀ ਹਾਸਲ ਹੋ ਜਾਏ। ਮੇਰੀ ਸਮਝ 'ਚ ਨਹੀਂ ਆ ਰਿਹਾ ਬੈਰੀਮੋਰ ਕਿ ਤੁਸੀਂ ਇਹ ਮਹੱਤਵਪੂਰਨ ਜਾਣਕਾਰੀ ਹੁਣ ਤੱਕ ਲੁਕਾ ਕੇ ਕਿਉਂ ਰੱਖੀ। ਗੱਲ ਇਹ ਹੈ ਸਰ ਕਿ ਇਹਦੇ ਫੌਰਨ ਬਾਅਦ ਸਾਡੀਆਂ ਆਪਣੀਆਂ ਮੁਸ਼ਕਿਲਾਂ ਸ਼ੁਰੂ ਹੋ ਗਈਆਂ ਸੀ। ਉਹਦੇ ਨਾਲ ਹੀ ਇਹ ਗੱਲ ਵੀ ਸੀ ਸਰ ਕਿ ਅਸੀਂ ਦੋਵੇਂ ਹੀ ਸਰ ਚਾਰਲਸ ਨੂੰ ਬੇਹੱਦ ਚਾਹੁੰਦੇ ਸੀ। ਉਹਨਾਂ ਨੇ ਸਾਡੇ 'ਤੇ ਬੜੇ ਉਪਕਾਰ ਕੀਤੇ ਸੀ। ਹੁਣ ਜੇ ਇਸ ਮਾਮਲੇ ਨੂੰ ਉਛਾਲਿਆ ਜਾਂਦਾ ਤਾਂ ਸਰ ਚਾਰਲਸ ਦੇ ਚਰਿੱਤਰ ਪ੍ਰਤੀ ਕੁਝ ਸ਼ੰਕੇ ਪੈਦਾ ਹੋ ਸਕਦੇ ਸੀ, ਕਿਉਂਕਿ ਇਹ ਮਾਮਲਾ ਕਿਸੇ ਔਰਤ ਦਾ ਸੀ। ਵੱਡੇ ਤੋਂ ਵੱਡਾ ਸਮਝਦਾਰ ਵੀ ਇਸ ਮਾਮਲੇ ਨੂੰ, ਯਾਨੀ ਤੁਹਾਡਾ ਖਿਆਲ ਸੀ ਕਿ ਇਸ ਨਾਲ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚ ਸਕਦੀ ਸੀ। ਸਰ ਹੈਨਰੀ ਨੇ ਉਹਦੀ ਗੱਲ ਨੂੰ ਕੱਟਦਿਆਂ ਹੋਇਆਂ ਕਿਹਾ, ਹਾਂਜੀ ਸਰ, ਮੈਂ ਇਹੀ ਸੋਚਿਆ ਕਿ ਇਸ ਮਾਮਲੇ 'ਚ ਕੋਈ ਭਲਾਈ ਤਾਂ ਨਿਕਲ ਕੇ ਆਉਣ ਵਾਲੀ ਨਹੀਂ ਹੈ। ਹੁਣ ਜਦੋਂ ਤੁਸੀਂ ਸਾਡੇ ਨਾਲ ਇੰਨੀ ਉਦਾਰਤਾ ਨਾਲ ਪੇਸ਼ ਆਏ ਹੋ ਤਾਂ ਮੈਂ ਸੋਚਿਆ ਕਿ ਇਸ ਮਾਮਲੇ ਨੂੰ ਤੁਹਾਤੋਂ ਲੁਕਾਈ ਰੱਖਣਾ ਕੁਝ ਠੀਕ ਨਹੀਂ ਹੈ। ਤੁਸੀਂ ਬੜਾ ਚੰਗਾ ਕੀਤਾ ਬੈਰੀਮੋਰ, ਹੁਣ ਤੁਸੀਂ ਜਾ ਸਕਦੇ ਹੋ। ਜਦੋਂ ਬਟਲਰ ਉੱਥੋਂ ਚਲਾ ਗਿਆ ਤਾਂ ਸਰ ਹੈਨਰੀ ਨੇ ਮੇਰੇ ਵੱਲ ਭੌਂਦਿਆਂ ਹੋਇਆਂ ਕਿਹਾ, ਹੁਣ ਦੱਸੋ ਵਾਟਸਨ, ਇਸ ਨਵੇਂ ਮਾਮਲੇ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਮਾਮਲਾ ਤਾਂ ਹੁਣ ਪਹਿਲਾਂ ਨਾਲੋਂ ਵੀ ਵੱਧ ਉਲਝਿਆ ਹੋਇਆ ਨਜ਼ਰ ਆ ਰਿਹਾ। ਮੇਰਾ ਵੀ ਇਹੀ ਖਿਆਲ ਹੈ, ਪਰ ਜੇ ਤੁਸੀਂ ਕਿਸੇ ਤਰ੍ਹਾਂ ਇਸ LL ਵਾਲੀ ਦਾ ਪਤਾ ਲਾ ਸਕਦੇ ਹੋ ਤਾਂ ਸ਼ਾਇਦ ਸਾਰੇ ਮਾਮਲੇ ਨੂੰ ਸੁਲਝਾਉਣ 'ਚ ਕਾਮਯਾਬ ਹੋ ਜਾਵਾਂਗੇ। ਕਮ ਸੇ ਕਮ ਅਸੀਂ ਇੱਥੋਂ ਤੱਕ ਤਾਂ ਪਹੁੰਚੇ। ਹੁਣ ਸਾਡੇ ਕੋਲ ਇਹ ਜਾਣਕਾਰੀ ਤਾਂ ਹੈ ਕਿ ਕੋਈ ਔਰਤ ਇਸ ਬਾਰੇ ਕਾਫੀ ਕੁਝ ਜਾਣਦੀ ਹੈ। ਬਸ ਉਹਦਾ ਪਤਾ ਲਾਉਣ ਦੀ ਗੱਲ ਹੈ। ਤੁਹਾਡੇ ਖਿਆਲ 'ਚ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਮੇਰੇ ਖਿਆਲ 'ਚ ਤਾਂ ਸਾਨੂੰ ਹੋਮਜ਼ ਨੂੰ ਇਸ ਬਾਰੇ ਫੌਰਨ ਦੱਸ ਦੇਣਾ ਚਾਹੀਦਾ ਹੈ। ਉਹਦੇ ਹੱਥ ਇੱਕ ਹੋਰ ਸੂਤਰ ਆ ਜਾਏਗਾ
ਜਿਹਦੀ ਉਹਨੂੰ ਲੋੜ ਏ। ਜੇ ਮੈਂ ਗਲਤੀ ਤੇ ਨਹੀਂ ਤਾਂ ਉਹ ਇਸ ਗੱਲ ਦਾ ਪਤਾ ਲੱਗਦਿਆਂ ਹੀ ਇੱਥੇ ਆ ਜਾਏਗਾ। ਮੈਂ ਆਪਣੇ ਕਮਰੇ 'ਚ ਜਾ ਕੇ ਹੋਮਸ ਲਈ ਸਵੇਰ ਦੀ ਸਾਰੀ ਗੱਲਬਾਤ ਦੀ ਰਿਪੋਰਟ ਤਿਆਰ ਕੀਤੀ। ਜ਼ਾਹਰ ਸੀ ਕਿ ਉਹ ਪਿਛਲੇ ਦਿਨੀ ਕਾਫੀ ਰੁੱਝਿਆ ਹੋਇਆ ਸੀ, ਕਿਉਂਕਿ ਬੇਕਰ ਸਟਰੀਟ ਤੋਂ ਉਹਦੇ ਜਵਾਬ ਬੜੇ ਹੀ ਘੱਟ ਆਏ ਸਨ ਤੇ ਉਹ ਵੀ ਬੜੇ ਸੰਖੇਪ ਜਿਹੇ। ਮੈਂ ਵੀ ਜਿਹੜੀਆਂ ਸੂਚਨਾਵਾਂ ਉਹਨੂੰ ਭੇਜੀਆਂ ਸਨ ਉਹਨਾਂ ਬਾਰੇ ਵੀ ਕੋਈ ਟਿੱਪਣੀ ਨਹੀਂ ਸੀ ਤੇ ਨਾ ਮੇਰੀ ਕਾਰਗੁਜ਼ਾਰੀ ਦਾ ਕੋਈ ਖਾਸ ਜ਼ਿਕਰ ਹੀ ਸੀ। ਇਹਦਾ ਮਤਲਬ ਸਾਫ਼ ਸੀ ਕਿ ਉਹ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਨਾਲ ਉਸ ਬਲੈਕਮੇਲਿੰਗ ਵਾਲੇ ਕੇਸ 'ਚ ਰੁੱਝਿਆ ਹੋਇਆ ਸੀ। ਫਿਰ ਵੀ ਮੇਰਾ ਖਿਆਲ ਸੀ ਕਿ ਇਹ ਨਵਾਂ ਤੱਥ ਉਹਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚੇਗਾ ਤੇ ਮੁੜ ਇਸ ਮਾਮਲੇ 'ਚ ਦਿਲਚਸਪੀ ਲੈਣ ਲੱਗੇਗਾ। ਮੇਰੀ ਦਿਲੀ ਇੱਛਾ ਸੀ ਕਿ ਕਾਸ਼ ਉਹ ਇੱਥੇ ਹੁੰਦਾ। 17 ਅਕਤੂਬਰ। ਸਾਰਾ ਦਿਨ ਬਾਰਿਸ਼ ਹੁੰਦੀ ਰਹੀ। ਬੂੰਦਾਂ ਆਈਵੀ ਦੀਆਂ ਵੇਲਾਂ ਨਾਲ ਟਕਰਾਉਂਦੀਆਂ ਹੋਈਆਂ ਹੇਠਾਂ ਟਪਕਦੀਆਂ ਰਹੀਆਂ। ਮੈਂ ਉਸ ਕੈਦੀ ਬਾਰੇ ਸੋਚ ਰਿਹਾ ਸੀ ਜਿਹੜਾ ਬਾਹਰ ਉੱਥੇ ਠੰਡੇ ਮਨਹੂਸ ਜੰਗਲ 'ਚ ਬਿਨਾਂ ਕਿਸੇ ਆਸਰੇ ਦੇ ਪਿਆ ਹੋਇਆ ਸੀ। ਉਹਨੇ ਜੋ ਵੀ ਅਪਰਾਧ ਕੀਤਾ ਸੀ ਉਹਦੇ ਪ੍ਰਾਸ਼ਚਿਤ ਵਜੋਂ ਉਹ ਅਸੀਮ ਕਸ਼ਟ ਭੋਗ ਰਿਹਾ ਸੀ। ਤੇ ਫਿਰ ਮੈਂ ਉਸੇ ਦੂਜੇ ਬਾਰੇ ਸੋਚਣ ਲੱਗਾ, ਬੱਗੀ 'ਚੋਂ ਝਾਕਦੇ ਚਿਹਰੇ ਤੇ ਪਹਾੜੀ ਟੀਸੀ ਉੱਤੇ ਖੜੇ ਉਸ ਅਜਨਬੀ ਬਾਰੇ ਕਿ ਉਹ ਵੀ ਇਸ ਵੇਲੇ ਉਸ ਪਾਣੀ ਨਾਲ ਭਰੇ ਜੰਗਲ 'ਚ ਹੀ ਕਿਧਰੇ ਹੋਏਗਾ। ਉਹ ਅਦ੍ਰਿਸ਼ ਪਿੱਛਾ ਕਰਨ ਵਾਲਾ ਚਾਨਣੀ ਰਾਤ 'ਚ ਅਣਜਾਣ ਆਦਮੀ ਦਾ ਕਾਲਾ ਜਿਹਾ ਪਰਛਾਵਾਂ। ਸ਼ਾਮ ਨੂੰ ਮੈਂ ਆਪਣੀ ਬਰਸਾਤੀ ਪਾਈ ਤੇ ਭਿੱਜੇ ਹੋਏ ਜੰਗਲ 'ਚ ਦੂਰ ਤੱਕ ਨਿਕਲ ਗਿਆ। ਦਿਮਾਗ 'ਚ ਅਸ਼ੁੱਭ ਵਿਚਾਰ ਭੌਂ ਰਹੇ ਸੀ। ਬਾਰਿਸ਼ ਮੇਰੇ ਚਿਹਰੇ ਨਾਲ ਟਕਰਾ ਰਹੀ ਸੀ ਤੇ ਹਵਾ ਕੰਨਾਂ 'ਚ ਸੀਟੀਆਂ ਵਜਾ ਰਹੀ ਸੀ। ਭਗਵਾਨ ਉਹਨਾਂ ਦੀ ਰੱਖਿਆ ਕਰੇ ਜਿਹੜੇ ਉਸ ਵੇਲੇ ਉਸ ਭਿਆਨਕ ਦਲਦਲ 'ਚ ਕਿਤੇ ਘੁੰਮ ਰਹੇ ਹੋਣਗੇ, ਕਿਉਂਕਿ ਉਸ ਵੇਲੇ ਸਖਤ ਜ਼ਮੀਨ ਵੀ ਚਿੱਕੜ ਕਰਕੇ ਦਲਦਲ ਵਰਗੀ ਹੋ ਗਈ ਸੀ। ਮੈਂ ਉਸ ਪਹਾੜੀ ਟੀਸੀ ਤੱਕ ਪਹੁੰਚ ਗਿਆ ਜਿਸ ਉੱਤੇ ਮੈਂ ਉਸ ਰਾਤ ਉਸ ਇਕੱਲੇ ਪਰਛਾਵੇਂ ਨੂੰ ਖੜੇ ਦੇਖਿਆ ਸੀ ਤੇ ਹੁਣ ਉਹਦੇ ਉਗੜੇ ਦੁਗੜੇ ਸ਼ਿਖਰ ਹੇਠ ਫੈਲੇ ਹੋਏ ਜੰਗਲ ਤੇ ਉਸ ਮਨਹੂਸ ਵਿਸਥਾਰ ਨੂੰ ਦੇਖ ਰਿਹਾ ਸੀ। ਬਾਰਿਸ਼ ਦੀਆਂ ਬੌਛਾਰਾਂ ਛੋਟੇ ਵੱਡੇ ਪਹਾੜੀ ਟੇਲਿਆਂ ਦੇ ਅਣਘੜ ਚਿਹਰੇ ਉੱਤੇ ਪੈ ਰਹੀਆਂ ਸਨ ਤੇ ਸਲੇਟੀ ਰੰਗ ਦੇ ਵੱਡੇ ਵੱਡੇ ਬੱਦਲ ਹੇਠਾਂ ਲੁੜਕਦੇ ਹੋਏ ਮਹਿਸੂਸ ਹੋ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਸਲੇਟੀ ਰੰਗ ਦੀਆਂ ਮਾਲਾਵਾਂ ਉਹਨਾਂ ਅਦਭੁਤ ਪਹਾੜੀਆਂ ਦੇ ਗਲ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਖੱਬੇ ਪਾਸੇ ਦੂਰ ਦੇ ਖਾਲੀਪਨ 'ਚ ਧੁੰਦ ਦੀ ਹਲਕੀ ਚਾਦਰ ਨਾਲ ਢਕੀਆਂ ਬਾਸਕਰ ਵੇਲੇ ਹਾਲ ਦੀਆਂ ਦੋ ਮੀਨਾਰਾਂ ਰੁੱਖਾਂ ਉੱਪਰੋਂ ਝਾਕਦੀਆਂ ਨਜ਼ਰ ਆ ਰਹੀਆਂ ਸਨ। ਮਨੁੱਖੀ ਜੀਵਨ ਦੀਆਂ ਸਿਰਫ ਉਹੀ ਪ੍ਰਤੀਕ ਸਨ ਜਿਹੜੀਆਂ ਮੈਨੂੰ ਦਿਖਾਈ ਦੇ ਰਹੀਆਂ ਸਨ, ਸਿਵਾਏ ਉਹਨਾਂ ਪ੍ਰਾਗੈਤਿਹਾਸਕ ਕਾਲ ਦੇ ਪਥਰੀਲੇ ਘਰਾਂ ਦੇ ਖੰਡਰਾਂ ਦੇ ਜਿਹੜੇ ਪਹਾੜੀ ਢਲਵਾਨਾਂ ਉੱਪਰ ਫੈਲੇ ਹੋਏ ਸਨ। ਉਸ ਅਜਨਬੀ ਆਦਮੀ ਦਾ ਕਿਧਰੇ ਕੋਈ ਨਾਂ ਨਿਸ਼ਾਨ ਨਹੀਂ ਸੀ ਜਿਹਨੂੰ ਮੈਂ ਐਨ ਉਸੇ ਜਗ੍ਹਾ 2 ਰਾਤਾਂ ਪਹਿਲਾਂ ਦੇਖਿਆ ਸੀ। ਜਦੋਂ ਮੈਂ ਵਾਪਸ ਆ ਰਿਹਾ ਸੀ ਤਾਂ ਪਿੱਛੋਂ ਡਾਕਟਰ ਮਾਰਮੀਟਰ ਨੇ ਮੈਨੂੰ ਫੜ ਲਿਆ। ਉਹ ਆਪਣੇ ਛੋਟੇ ਜਿਹੇ ਤਾਂਗੇ ਨੂੰ ਹੱਕਦਾ ਹੋਇਆ ਫਾਊਲ ਮਾਇਰ ਵਾਲੇ ਫਾਰਮ ਹਾਊਸ ਵੱਲੋਂ ਆਉਣ ਵਾਲੀ ਕੱਚੀ ਸੜਕ ਉੱਪਰ ਆ ਰਿਹਾ ਸੀ। ਉਹ ਸਾਡਾ ਬੜਾ ਧਿਆਨ ਰੱਖਦਾ ਸੀ ਤੇ ਮੁਸ਼ਕਿਲ ਨਾਲ ਕੋਈ ਦਿਨ ਅਜਿਹਾ ਹੋਏਗਾ ਕਿ ਜਦੋਂ ਹਵੇਲੀ 'ਚ ਇਹ ਦੇਖਣ ਲਈ ਨਾ ਆਇਆ ਹੋਏ ਕਿ ਅਸੀਂ ਕੈਸੇ ਹਾਂ। ਉਹਨੇ ਬੜੀ ਨਿਮਰਤਾ ਨਾਲ ਬੇਨਤੀ ਕਰਕੇ ਮੈਨੂੰ ਆਪਣੀ ਘੋੜਾ ਗੱਡੀ 'ਚ ਬਿਠਾ ਲਿਆ। ਮੈਨੂੰ ਪਤਾ ਲੱਗਾ ਕਿ ਉਹ ਆਪਣੇ ਛੋਟੇ ਜਿਹੇ ਸਪੇਨੀਅਲ ਕੁੱਤੇ ਦੇ ਗਾਇਬ ਹੋ ਜਾਣ ਕਰਕੇ ਬੜਾ ਪਰੇਸ਼ਾਨ ਹੈ। ਉਹ ਕਿਤੇ ਘੁੰਮਦਾ ਘੁੰਮਦਾ ਜੰਗਲ 'ਚ ਪਹੁੰਚ ਗਿਆ ਸੀ ਤੇ ਫਿਰ ਵਾਪਸ ਮੁੜ ਕੇ ਨਹੀਂ ਸੀ ਆਇਆ। ਮੈਂ ਆਪਣੇ ਵੱਲੋਂ ਉਹਨੂੰ ਦਿਲਾਸਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਮੇਰੇ ਦਿਮਾਗ 'ਚ ਗ੍ਰੇਟ ਗ੍ਰਿਮਪੇਨ ਮਾਇਰ ਨਾਂ ਦੀ ਦਲਦਲ 'ਚ ਫਸਿਆ ਉਹ ਟੱਟੂ ਘੁੰਮ ਰਿਹਾ ਸੀ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਉਹ ਆਪਣੇ ਉਸ ਪਿਆਰੇ ਨਿੱਕੇ ਕੁੱਤੇ ਨੂੰ ਦੁਬਾਰਾ ਵੇਖ ਸਕੇਗਾ। ਵੈਸੇ ਇੱਕ ਗੱਲ ਏ ਮਾਰਮੀਟਰ, ਕੱਚੀ ਸੜਕ ਉੱਤੇ ਝਟਕੇ ਖਾਂਦਿਆਂ ਹੋਇਆਂ ਜਦੋਂ ਮੈਂ ਉਹਦੇ ਨਾਲ ਬੈਠਾ ਜਾ ਰਿਹਾ ਸੀ ਤਾਂ ਮੈਂ ਉਹਨੂੰ ਕਿਹਾ, ਮੇਰੇ ਖਿਆਲ ਏ ਕਿ ਆਲੇ ਦੁਆਲੇ ਦੇ ਇਲਾਕੇ 'ਚ ਬੜੇ ਘੱਟ ਲੋਕ ਹੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਹੋਵੋਗੇ। ਮੇਰੇ ਖਿਆਲ 'ਚ ਤਾਂ ਮੁਸ਼ਕਿਲ ਨਾਲ ਹੀ ਕੋਈ ਹੋਏਗਾ। ਕੀ ਤੁਸੀਂ ਮੈਨੂੰ ਕਿਸੇ ਅਜਿਹੀ ਔਰਤ ਬਾਰੇ ਦੱਸ ਸਕਦੇ ਹੋ ਜਿਹਦੇ ਨਾਂ ਦੇ ਪਹਿਲੇ ਅੱਖਰ LL ਹੋਣ? ਨਹੀਂ, ਉਹ ਬੋਲਿਆ, ਇੱਥੇ ਕੁਝ ਖਾਨਾ ਬਦੋਸ਼ ਦੇ ਮਜ਼ਦੂਰ ਤਾਂ ਅਜਿਹੇ ਨਹੀਂ ਜਿਨ੍ਹਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਪਰ ਰੱਜੇ ਪੁੱਜੇ ਲੋਕਾਂ ਤੇ ਕਿਸਾਨਾਂ 'ਚ ਤਾਂ ਕੋਈ ਅਜਿਹਾ ਨਹੀਂ ਹੈ ਜਿਹਦੇ ਨਾਂ ਦੇ ਪਹਿਲੇ ਅੱਖਰ ਇਹ ਹੋਣ। ਪਰ ਠਹਿਰੋ, 1 ਮਿੰਟ ਸੋਚਣ ਦਿਓ। ਹਾਂ, ਯਾਦ ਆਇਆ, ਲਾਰਾ ਲਾਇਓਨਸ, ਉਹਦੇ ਨਾਂ ਦੇ ਪਹਿਲੇ ਅੱਖਰ LL ਨੇ, ਪਰ ਉਹ ਤਾਂ ਕੁੰਭ 83 'ਚ ਰਹਿੰਦੀ ਹੈ। ਕੌਣ ਹੈ ਉਹ? ਮੈਂ ਪੁੱਛਿਆ। ਉਹ ਫਰੈਂਕਲੈਂਡ ਦੀ ਧੀ ਹੈ। ਕੀ ਕਿਹਾ? ਉਸ ਸਨਕੀ ਫਰੈਂਕਲੈਂਡ ਦੀ? ਹਾਂ, ਉਸੇ ਦੀ ਧੀ ਹੈ। ਉਹਨੇ ਲਾਇਓਨਸ ਨਾਂ ਦੇ ਇੱਕ ਆਰਟਿਸਟ ਨਾਲ ਸ਼ਾਦੀ ਕੀਤੀ ਸੀ ਜਿਹੜਾ ਜੰਗਲ 'ਚ ਸਕੈਚਿੰਗ ਕਰਨ ਲਈ ਆਇਆ ਸੀ, ਪਰ ਉਹ ਸਾਲਾ ਬਦਮਾਸ਼ ਨਿਕਲਿਆ ਤੇ ਉਹਨੇ ਉਹਨੂੰ ਛੱਡ ਦਿੱਤਾ। ਜਿਵੇਂ ਮੈਂ ਸੁਣਿਆ ਹੈ, ਉਹਨੂੰ ਤਾਂ ਲੱਗਦਾ ਹੈ ਕਿ ਗਲਤੀ ਦੋਵਾਂ ਦੀ ਹੀ ਸੀ। ਤਾਂ ਫਿਰ ਉਹ ਵਾਪਸ ਆਪਣੇ ਪਿਓ ਕੋਲ ਕਿਉਂ ਨਹੀਂ ਆਈ? ਉਹਦੇ ਪਿਓ ਦਾ ਕਹਿਣਾ ਸੀ ਕਿ ਕਿਉਂਕਿ ਉਹਨੇ ਉਹਦੀ ਮਰਜ਼ੀ ਦੇ ਖਿਲਾਫ ਸ਼ਾਦੀ ਕੀਤੀ ਹੈ, ਇਸ ਲਈ ਉਹਦਾ ਹੁਣ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ। ਹੋ ਸਕਦਾ ਹੈ ਕਿ ਇਹਦੇ ਇਲਾਵਾ 2-4 ਕਾਰਨ ਹੋਰ ਵੀ ਹੋਣ। ਚਲੋ ਖੈਰ, ਉਹਨੇ ਆਪਣੀ ਧੀ ਨੂੰ ਆਪਣੇ ਕੋਲ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਬੁੱਢੇ ਪਿਓ ਤੇ ਜਵਾਨ ਪਤੀ ਦੋਵਾਂ ਵੱਲੋਂ ਦੁਤਕਾਰੀ ਗਈ ਵਿਚਾਰੀ ਕੁੜੀ ਦੇ ਬੁਰੇ ਹਾਲ ਨੇ, ਤਾਂ ਫਿਰ ਉਸ ਔਰਤ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ? ਮੇਰਾ ਖਿਆਲ ਹੈ ਕਿ ਸ਼ਾਇਦ ਬੁੱਢਾ ਫਰੈਂਕਲੈਂਡ ਉਹਨੂੰ ਥੋੜ੍ਹਾ ਬਹੁਤ ਕੁਝ ਭੇਜਦਾ ਰਹਿੰਦਾ ਹੈ, ਪਰ ਉਹ ਕੁਝ ਬਹੁਤਾ ਨਹੀਂ ਹੋ ਸਕਦਾ ਕਿਉਂਕਿ ਕਈ ਮਾਮਲਿਆਂ 'ਚ ਉਲਝਿਆ ਹੋਣ ਕਰਕੇ ਇਨੀ ਦਿਨੀ ਉਸ ਵਿਚਾਰੇ ਦੀ ਆਪਣੀ ਹਾਲਤ ਬੇਹੱਦ ਪਤਲੀ ਹੋਈ ਪਈ ਹੈ। ਉਹਨੇ ਭਾਵੇਂ ਕੋਈ ਵੀ ਗਲਤੀ ਕਿਉਂ ਨਾ ਕੀਤੀ ਹੋਈ, ਪਰ ਕੋਈ ਉਸ ਵਿਚਾਰੀ ਕੁੜੀ ਦੀ ਇਹ ਦੁਰਦਸ਼ਾ ਤਾਂ ਨਹੀਂ ਦੇਖ ਸਕਦਾ ਸੀ। ਉਹਦੀ ਬਦਕਿਸਮਤੀ ਦਾ ਕਿੱਸਾ ਜਦੋਂ ਫੈਲਿਆ ਤਾਂ ਇੱਥੋਂ ਦੇ ਕਈ ਲੋਕਾਂ ਨੇ ਉਹਦੀ ਮਦਦ ਕੀਤੀ ਤਾਂ ਕਿ ਉਹ ਇੱਜ਼ਤਦਾਰ ਢੰਗ ਨਾਲ ਖਾ ਕਮਾ ਸਕੇ। ਸਟੇਪਲਟਨ ਨੇ ਮਦਦ ਕੀਤੀ, ਸਰ ਚਾਰਲਸ ਨੇ ਵੀ ਕਾਫੀ ਮਦਦ ਕੀਤੀ। ਥੋੜ੍ਹਾ ਬਹੁਤਾ ਜੋ ਮੈਂ ਕਰ ਸਕਦਾ ਸੀ ਮੈਂ ਵੀ ਕੀਤਾ। ਇਸ ਤਰ੍ਹਾਂ ਸਾਰਿਆਂ ਨੇ ਰਲ ਮਿਲਾ ਕੇ ਉਹਨੂੰ ਟਾਈਪ ਰਾਈਟਿੰਗ ਦਾ ਧੰਦਾ ਸ਼ੁਰੂ ਕਰਵਾ ਦਿੱਤਾ। ਉਹ ਮੇਰੀ ਪੁੱਛ-ਗਿੱਛ ਦਾ ਉਦੇਸ਼ ਜਾਣਨਾ ਚਾਹੁੰਦਾ ਸੀ, ਪਰ ਉਹਨੂੰ ਬਹੁਤਾ ਕੁਝ ਦੱਸੇ ਬਿਨਾਂ ਹੀ ਮੈਂ ਉਹਦੀ ਉਤਸੁਕਤਾ ਸ਼ਾਂਤ ਕਰਨ 'ਚ ਕਾਮਯਾਬ ਹੋ ਗਿਆ, ਕਿਉਂਕਿ ਅਜੇ ਕਿਸੇ ਨੂੰ ਵੀ ਵਿਸ਼ਵਾਸ 'ਚ ਲੈਣ ਦਾ ਕੋਈ ਕਾਰਨ ਨਜ਼ਰ ਨਹੀਂ ਸੀ ਆ ਰਿਹਾ। ਕੱਲ੍ਹ ਸਵੇਰੇ ਮੈਂ ਕੁਮਟਰਾਸੀ ਰਵਾਨਾ ਹੋ ਜਾਵਾਂਗਾ ਅਤੇ ਉੱਥੇ ਜੇ ਇਸ ਸ਼ੱਕੀ ਚਰਿੱਤਰ ਵਾਲੀ ਲਾਰਾ ਲਿਓਨਸ ਨਾਲ ਮੁਲਾਕਾਤ ਹੋ ਗਈ ਤਾਂ ਰਹੱਸਮਈ ਘਟਨਾਵਾਂ ਦੀ ਇਸ ਕੜੀ ਵਿੱਚੋਂ ਘੱਟੋ ਘੱਟ ਇੱਕ ਕੜੀ ਖੋਲ੍ਹਣ 'ਚ ਤਾਂ ਕਾਮਯਾਬੀ ਹਾਸਲ ਹੋਏਗੀ। ਫਿਲਹਾਲ ਆਪਣੇ ਆਪ 'ਚ ਇਹੀ ਇੱਕ ਬਹੁਤ ਵੱਡੀ ਪ੍ਰਾਪਤੀ ਹੋਏਗੀ। ਮੈਨੂੰ ਲੱਗਦਾ ਹੈ ਕਿ ਹੁਣ ਮੇਰੇ ਅੰਦਰ ਵੀ ਕਾਫੀ ਹੱਦ ਤੱਕ ਕਪਟ ਬੁੱਧੀ ਦਾ ਸੰਸਾਰ ਪਣਪਣ ਲੱਗਾ ਹੈ, ਕਿਉਂਕਿ ਜਦੋਂ ਮਾਰਟੀਮਰ ਨੇ ਮੇਰੀ ਪੁੱਛ-ਗਿੱਛ ਦਾ ਕਾਰਨ ਜਾਣਨ ਲਈ ਮੇਰੇ 'ਤੇ ਵੱਧ ਦਬਾਅ ਪਾ ਕੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤਾਂ ਮੈਂ ਉਹਨੂੰ ਪੁੱਛਿਆ ਕਿ ਫਰੈਂਕਲੈਂਡ ਦੀ ਖੋਪੜੀ ਕਿਸ ਤਰ੍ਹਾਂ ਦੀ ਹੈ। ਬਸ ਫਿਰ ਕੀ ਸੀ, ਡਾਕਟਰ ਮਾਰਮੀਟਰ ਨੂੰ ਆਪਣੇ ਸਭ ਤੋਂ ਪਿਆਰੇ ਵਿਸ਼ੇ ਉੱਤੇ ਬੋਲਣ ਦਾ ਮੌਕਾ ਮਿਲ ਗਿਆ ਅਤੇ ਫਿਰ ਤਾਂ ਮੇਰਾ ਬਾਕੀ ਦਾ ਸਫ਼ਰ ਖੋਪੜੀਆਂ ਦੀ ਵਿਗਿਆਨਕ ਵਿਆਖਿਆ ਸੁਣਨ ਵਿੱਚ ਹੀ ਨਿਬੜਿਆ। ਆਖਰ ਇੰਨੇ ਸਾਲ ਦਾ ਸ਼ਰਲਾਕ ਹੋਮਸ ਨਾਲ ਰਹਿਣ ਕਰਕੇ ਉਹਦੀ ਸੰਗਤ ਦਾ ਥੋੜ੍ਹਾ ਬਹੁਤ ਅਸਰ ਤਾਂ ਮੇਰੇ ਉੱਤੇ ਵੀ ਹੋਣਾ ਹੀ ਸੀ। ਅੱਜ ਦੇ ਇਸ ਪ੍ਰਚੰਡ ਬਾਰਿਸ਼ ਵਾਲੇ ਬੇਹੂਦਾ ਦਿਨ ਦੀ ਸਿਰਫ ਇੱਕ ਹੋਰ ਘਟਨਾ ਹੀ ਮੇਰੇ ਰਿਕਾਰਡ 'ਚ ਸ਼ਾਮਲ ਕਰਨ ਲਈ ਕਾਫੀ ਹੈ। ਉਹ ਹੈ ਬੈਰੀਮੋਰ ਨਾਲ ਹੋਈ ਮੇਰੀ ਗੱਲਬਾਤ, ਜਿਸ ਕਰਕੇ ਮੇਰੇ ਹੱਥ ਇੱਕ ਅਜਿਹਾ ਮਜ਼ਬੂਤ ਤੁਰਪ ਦਾ ਪੱਤਾ ਆ ਗਿਆ ਜਿਹਨੂੰ ਮੈਂ ਸਹੀ ਮੌਕੇ 'ਤੇ ਚੱਲਣਾ ਚਾਹੁੰਦਾ ਸੀ। ਮਾਰਟੀਮਰ ਡਿਨਰ ਤੱਕ ਰੁਕਿਆ ਅਤੇ ਬਾਅਦ ਵਿੱਚ ਉਹ ਤੇ ਜਗੀਰਦਾਰ ਦੋਵੇਂ ਆਪਸ 'ਚ ਤਾਸ਼ ਖੇਡਣ ਬੈਠ ਗਏ। ਬਟਲਰ ਮੇਰੀ ਕੌਫੀ ਲੈ ਕੇ ਲਾਇਬ੍ਰੇਰੀ 'ਚ ਆਇਆ ਅਤੇ ਉਸ ਮੌਕੇ ਦਾ ਲਾਭ ਲੈਂਦਿਆਂ ਹੋਇਆਂ ਮੈਂ ਉਹਨੂੰ ਕੁਝ ਸਵਾਲ ਕੀਤੇ। ਇਹ ਦੱਸੋ ਬੈਰੀਮੋਰ, ਕਿ ਤੁਹਾਡਾ ਉਹ ਖਾਸ ਰਿਸ਼ਤੇਦਾਰ ਇੱਥੋਂ ਚਲਾ ਗਿਆ ਜਾਂ ਅਜੇ ਵੀ ਉੱਥੇ ਜੰਗਲ 'ਚ ਭੌਂ ਰਿਹਾ? ਮੈਂ ਪੁੱਛਿਆ। ਮੈਨੂੰ ਨਹੀਂ ਪਤਾ ਸਰ, ਉਹ ਬੋਲਿਆ। ਮੈਂ ਤਾਂ ਭਗਵਾਨ ਨੂੰ ਇਹੀ ਪ੍ਰਾਰਥਨਾ ਕਰਦਾ ਰਹਿਣਾ ਕਿ ਉਹ ਜਲਦੀ ਤੋਂ ਜਲਦੀ ਇੱਥੋਂ ਚਲਾ ਜਾਏ, ਕਿਉਂਕਿ ਜਦੋਂ ਦਾ ਉਹ ਇੱਥੇ ਆਇਆ ਹੈ ਉਦੋਂ ਦੀਆਂ ਸਾਡੀਆਂ ਪਰੇਸ਼ਾਨੀਆਂ ਅਤੇ ਚਿੰਤਾਵਾਂ ਦਾ ਕੋਈ ਅੰਤ ਨਹੀਂ। ਪਿਛਲੀ ਵਾਰੀ ਜਦੋਂ ਦਾ ਉਸ ਲਈ ਖਾਣਾ ਛੱਡ ਕੇ ਆਇਆ ਉਦੋਂ ਤੋਂ ਬਾਅਦ ਮੈਨੂੰ ਉਹਦੇ ਵੱਲੋਂ ਕੋਈ ਖਬਰ ਨਹੀਂ ਮਿਲੀ। ਅੱਜ 3 ਦਿਨ ਹੋ ਗਏ ਆ ਇਸ ਗੱਲ ਨੂੰ। ਕੀ ਤੁਸੀਂ ਉਦੋਂ ਉਹਨੂੰ ਮਿਲੇ ਸੀ? ਨਹੀਂ ਜੀ ਸਰ, ਪਰ ਜਦੋਂ ਮੈਂ ਅਗਲੀ ਵਾਰੀ ਉੱਧਰੋਂ ਲੰਘਿਆ ਤਾਂ ਖਾਣਾ ਗਾਇਬ ਹੋ ਚੁੱਕਾ ਸੀ। ਇਹਦਾ ਮਤਲਬ ਤਾਂ ਇਹ ਹੈ ਕਿ ਉੱਥੇ ਹੀ ਭੌਂ ਰਿਹਾ। ਸੋਚਿਆ ਤਾਂ ਇਹੀ ਜਾਏਗਾ ਸਰ, ਬਸ਼ਰਤੇ ਕਿ ਉਹਨੂੰ ਉਹ ਦੂਜਾ ਆਦਮੀ ਚੁੱਕ ਕੇ ਨਾ ਲੈ ਗਿਆ ਹੋਵੇ। ਕੌਫੀ ਦੇ ਕੱਪ ਨੂੰ ਬੁੱਲ੍ਹਾਂ ਤੱਕ ਲਿਜਾਂਦਾ ਹੋਇਆ ਮੇਰਾ ਹੱਥ ਅੱਧ ਵਿਚਾਲੀ ਰੁਕਿਆ ਰਹਿ ਗਿਆ ਅਤੇ ਮੈਂ ਬੈਰੀਮੋਰ ਵੱਲ ਇੱਕ ਟੱਕ ਵੇਖਦਾ ਰਿਹਾ। ਤਾਂ ਤੁਹਾਨੂੰ ਇਹ ਗੱਲ ਪਤਾ ਹੈ ਕਿ ਉੱਥੇ ਕੋਈ ਦੂਜਾ ਆਦਮੀ ਵੀ ਹੈ? ਜੀ ਹਾਂ ਸਰ, ਜੰਗਲ 'ਚ ਕੋਈ ਇੱਕ ਦੂਜਾ ਆਦਮੀ ਵੀ ਹੈ। ਕੀ ਤੁਸੀਂ ਉਹਨੂੰ ਦੇਖਿਆ? ਜੀ ਨਹੀਂ ਸਰ। ਤਾਂ ਫਿਰ ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ? ਸੈਲਡਨ ਨੇ ਮੈਨੂੰ ਉਸ ਬਾਰੇ ਦੱਸਿਆ ਸੀ ਸਰ। ਤਕਰੀਬਨ ਇੱਕ ਹਫ਼ਤਾ ਜਾਂ ਉਸ ਤੋਂ ਥੋੜ੍ਹਾ ਪਹਿਲਾਂ ਹੀ ਉਹ ਵੀ ਉਸ ਜੰਗਲ 'ਚ ਲੁਕਿਆ ਹੋਇਆ ਹੈ, ਪਰ ਜਿੰਨਾ ਕੁ ਮੈਂ ਸਮਝ ਸਕਿਆ ਉਸ ਤੋਂ ਮੈਨੂੰ ਇੰਜ ਨਹੀਂ ਲੱਗਾ ਕਿ ਉਹ ਕੋਈ ਮੁਜਰਿਮ ਹੋਏਗਾ। ਪਰ ਉਹ ਜੋ ਕੋਈ ਵੀ ਹੈ ਡਾਕਟਰ ਵਾਟਸਨ, ਮੈਨੂੰ ਇਹ ਸਾਰਾ ਚੱਕਰ ਗੜਬੜ ਲੱਗ ਰਿਹਾ, ਬਹੁਤ ਜ਼ਿਆਦਾ ਗੜਬੜ ਲੱਗ ਰਹੀ ਹੈ। ਉਹ ਅਚਾਨਕ ਹੀ ਬੜੀ ਭਾਵੁਕਤਾ ਭਰੀ ਘਬਰਾਹਟ ਨਾਲ ਬੋਲ ਰਿਹਾ ਸੀ। ਮੇਰੀ ਗੱਲ ਨੂੰ ਜ਼ਰਾ ਆਰਾਮ ਨਾਲ ਸੁਣੋ ਬੈਰੀਮੋਰ। ਮੇਰੀ ਇਸ ਮਾਮਲੇ 'ਚ ਜੋ ਵੀ ਦਿਲਚਸਪੀ ਹੈ ਉਹ ਤੁਹਾਡੇ ਮਾਲਕ ਕਰਕੇ ਹੈ। ਇੱਥੇ ਆਉਣ ਦਾ ਮੇਰਾ ਉਦੇਸ਼ ਉਹਨਾਂ ਦੀ ਮਦਦ ਕਰਨ ਦੇ ਇਲਾਵਾ ਹੋਰ ਕੁਝ ਨਹੀਂ। ਇਸ ਲਈ ਮੈਨੂੰ ਸਾਫ਼-ਸਾਫ਼ ਦੱਸੋ ਕਿ ਤੁਹਾਨੂੰ ਕੀ ਗੜਬੜ ਲੱਗ ਰਹੀ ਹੈ। ਉਹ ਜੋ ਕੁਝ ਵੀ ਉੱਥੇ ਜੰਗਲ 'ਚ ਹੋ ਰਿਹਾ ਸਰ। ਆਖਰ ਉਹ ਬਾਰਿਸ਼ ਦੀ ਮਾਰ ਖਾਂਦੀ ਖਿੜਕੀ ਵੱਲ ਇਸ਼ਾਰਾ ਕਰਦਾ ਹੋਇਆ ਕੂਕਿਆ, ਜਿਹੜੀ ਜੰਗਲ ਵੱਲ ਖੁੱਲ੍ਹਦੀ ਸੀ। ਉੱਥੇ ਕੋਈ ਨਾ ਕੋਈ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਮੈਂ ਸਹੁੰ ਖਾ ਕੇ ਕਹਿ ਸਕਦਾ, ਉੱਥੇ ਕੋਈ ਬੜਾ ਹੀ ਭਿਆਨਕ ਚੱਕਰ ਚਲਾਇਆ ਜਾ ਰਿਹਾ ਹੈ। ਮੈਨੂੰ ਸਭ ਤੋਂ ਵੱਧ ਖੁਸ਼ੀ ਹੋਏਗੀ ਸਰ ਜੇ ਸਰ ਹੈਨਰੀ ਫਿਰ ਵਾਪਸ ਲੰਡਨ ਚਲੇ ਜਾਣ। ਪਰ ਅਜਿਹੀ ਕਿਹੜੀ ਗੱਲ ਹੈ ਜਿਸ ਕਰਕੇ ਤੁਸੀਂ ਇੰਨੀ ਬੁਰੀ ਤਰ੍ਹਾਂ ਭੈ-ਭੀਤ ਹੋਏ ਹੋ? ਜ਼ਰਾ ਸਰ ਚਾਰਲਸ ਦੀ ਮੌਤ ਬਾਰੇ ਸੋਚੋ। ਕੀ ਉਹ ਘੱਟ ਭੈ-ਭੀਤ ਕਰਨ ਵਾਲੀ ਗੱਲ ਸੀ? ਫਿਰ ਉਹ ਰਾਤ ਨੂੰ ਜੰਗਲ 'ਚੋਂ ਆਉਂਦੀਆਂ ਹੋਈਆਂ ਭਿਆਨਕ ਆਵਾਜ਼ਾਂ, ਹਨੇਰਾ ਢਲਣ ਪਿੱਛੋਂ ਕੋਈ ਆਦਮੀ ਕਿਸੇ ਲਾਲਚ ਵਸ ਵੀ ਉੱਧਰ ਵੱਲ ਮੂੰਹ ਨਹੀਂ ਕਰੇਗਾ। ਫਿਰ ਵੀ ਉੱਥੇ ਕੋਈ ਅਜਨਬੀ ਲੁਕਿਆ ਹੋਇਆ ਹੈ। ਕੀ ਦੇਖਦਾ ਭਾਲਦਾ ਭੌਂ ਰਿਹਾ ਹੈ ਉੱਥੇ? ਕਿਸ ਮੌਕੇ ਦੀ ਉਡੀਕ ਹੈ ਉਹਨੂੰ? ਕੀ ਇਰਾਦਾ ਹੈ ਉਹਦਾ? ਬਾਸਕਰਵਿਲੇ ਦੇ ਇਰਦ ਗਿਰਦ ਕਿਸੇ ਦੇ ਘੁੰਮਦੇ ਰਹਿਣ ਦਾ ਸਾਫ਼ ਮਤਲਬ ਹੈ ਕਿ ਉਹਦਾ ਇਰਾਦਾ ਠੀਕ ਨਹੀਂ ਹੈ।
ਮੈਂ ਤਾਂ ਉਸੇ ਦਿਨ ਬੜੀ ਖੁਸ਼ੀ ਨਾਲ ਇੱਥੋਂ ਚਲੇ ਜਾਣ ਲਈ ਤਿਆਰ ਬੈਠਾ, ਜਿਸ ਦਿਨ ਸਰ ਹੈਨਰੀ ਦੇ ਨਵੇਂ ਨੌਕਰ ਇੱਥੋਂ ਦਾ ਸਾਰਾ ਬੰਦੋਬਸਤ ਸਾਂਭ ਲੈਣਗੇ। ਪਰ ਤੁਸੀਂ ਉਸ ਅਜਨਬੀ ਦੀ ਗੱਲ ਕਰ ਰਹੇ ਸੀ। ਮੈਂ ਉਹਨੂੰ ਮੁੱਖ ਵਿਸ਼ੇ ਉੱਤੇ ਰੱਖਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ, ਕੀ ਉਸ ਬਾਰੇ ਮੈਨੂੰ ਕੁਝ ਦੱਸ ਸਕਦੇ ਹੋ? ਸੇਲਡਨ ਦਾ ਉਸ ਬਾਰੇ ਕੀ ਕਹਿਣਾ ਹੈ? ਕਿ ਉਹਨੂੰ ਪਤਾ ਹੈ ਕਿ ਉਹ ਅਜਨਬੀ ਵੀ ਉੱਥੇ ਕਿਤੇ ਲੁਕਿਆ ਹੋਇਆ, ਜਾਂ ਉਹ ਉੱਥੇ ਕੀ ਕਰ ਰਿਹਾ? ਉਹਨੇ ਉਹਨੂੰ 1-2 ਵਾਰੀ ਦੇਖਿਆ, ਪਰ ਉਹ ਅਜਨਬੀ ਬੜਾ ਸ਼ਾਤਰ ਹੈ, ਕੁਝ ਖਾਸ ਪਤਾ ਨਹੀਂ ਲੱਗਣ ਦਿੰਦਾ। ਪਹਿਲਾਂ ਤਾਂ ਸੇਲਡਨ ਨੇ ਸੋਚਿਆ ਕਿ ਸ਼ਾਇਦ ਉਹ ਪੁਲਿਸ ਦਾ ਆਦਮੀ ਹੋਏ, ਪਰ ਫਿਰ ਉਹਨੂੰ ਇੰਜ ਮਹਿਸੂਸ ਹੋਇਆ ਕਿ ਉਹ ਆਪਣੀ ਕਿਸੇ ਚੱਕਰ 'ਚ ਘੁੰਮ ਰਿਹਾ। ਸੇਲਡਨ ਦਾ ਕਹਿਣਾ ਹੈ ਕਿ ਦੇਖਣ ਨੂੰ ਤਾਂ ਉਹ ਸ਼ਰੀਫ ਹੀ ਲੱਗਦਾ ਹੈ, ਪਰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਉੱਥੇ ਕਰ ਕੀ ਰਿਹਾ ਹੈ। ਪਰ ਸੇਲਡਨ ਨੇ ਤੁਹਾਨੂੰ ਇਸ ਬਾਰੇ ਕੁਝ ਪਤਾ ਲੱਗਾ ਕਿ ਉਹ ਉੱਥੇ ਰਹਿ ਕਿੱਥੇ ਰਿਹਾ? ਪਹਾੜੀ ਦੀ ਢਲਵਾਨ 'ਤੇ ਜਿਹੜੇ ਉਹ ਪੁਰਾਣੇ ਜ਼ਮਾਨੇ ਦੇ ਟੁੱਟੇ ਭੱਜੇ ਪਥਰੀਲੇ ਮਕਾਨ ਨੇ, ਉਹਨਾਂ 'ਚ ਹੀ ਕਿਤੇ ਰਹਿ ਰਿਹਾ ਹੈ। ਪਰ ਉਹਦੇ ਖਾਣੇ ਦਾ ਇੰਤਜ਼ਾਮ ਕਿਵੇਂ ਹੁੰਦਾ ਹੈ? ਸੇਲਡਨ ਦਾ ਕਹਿਣਾ ਹੈ ਕਿ ਕੋਈ ਮੁੰਡਾ ਹੈ ਉਹਦੇ ਨਾਲ, ਜਿਹੜਾ ਉਹਦੀਆਂ ਜ਼ਰੂਰਤਾਂ ਦਾ ਸਮਾਨ ਉਹਨੂੰ ਲਿਆ ਕੇ ਦਿੰਦਾ ਹੈ। ਮੈਂ ਯਕੀਨ ਨਾਲ ਕਹਿ ਸਕਦਾ ਕਿ ਉਹਦੀ ਜ਼ਰੂਰਤ ਦੇ ਸਮਾਨ ਦੀ ਪੂਰਤੀ ਲਾਜ਼ਮੀ ਕੋਮਟਰਾਸੀ ਤੋਂ ਹੀ ਹੁੰਦੀ ਹੋਏਗੀ। ਬਹੁਤ ਅੱਛੇ ਬੈਰੀਮੋਰ, ਹੁਣ ਤੁਸੀਂ ਜਾ ਸਕਦੇ ਹੋ ਸਕਦਾ ਹੈ ਸ਼ਾਇਦ ਇਸ ਬਾਰੇ ਅਸੀਂ ਫਿਰ ਕਦੀ ਕੁਝ ਗੱਲਾਂ ਕਰੀਏ, ਕਹਿ ਕੇ ਮੈਂ ਉਹਨੂੰ ਵਿਦਾ ਕਰ ਦਿੱਤਾ। ਉਹਦੇ ਜਾਣ ਪਿੱਛੋਂ ਮੈਂ ਖਿੜਕੀ ਕੋਲ ਗਿਆ ਤੇ ਉਹਦੇ ਧੁੰਦਲੇ ਸ਼ੀਸ਼ੇ ਵਿੱਚੋਂ ਗੱਜਦੇ ਬੱਦਲਾਂ ਦੇ ਤੇਜ਼ ਹਵਾਵਾਂ 'ਚ ਝੂਮਦੇ ਰੁੱਖਾਂ ਦੇ ਕਾਲੇ ਪਰਛਾਵਿਆਂ ਨੂੰ ਦੇਖਦਾ ਹੋਇਆ ਸੋਚਣ ਲੱਗਾ ਕਿ ਜਦੋਂ ਇਹ ਰਾਤ ਇੱਥੇ ਘਰ 'ਚ ਏਡੀ ਭਿਆਨਕ ਲੱਗ ਰਹੀ ਹੈ ਤੇ ਫਿਰ ਉੱਥੇ ਜੰਗਲ 'ਚ ਤਾਂ ਪਤਾ ਨਹੀਂ ਕੈਸੀ ਲੱਗ ਰਹੀ ਹੋਏਗੀ। ਪ੍ਰਾਗੈਤਿਹਾਸਿਕ ਸਮੇਂ ਦੇ ਕਿਸੇ ਪਥਰੀਲੇ ਘਰ 'ਚੋਂ ਅਜਨਬੀ ਕਰੂਰ ਮੌਸਮ ਤੋਂ ਕਿਸ ਤਰ੍ਹਾਂ ਆਪਣਾ ਬਚਾਅ ਕਰ ਰਿਹਾ ਹੋਏਗਾ। ਨਫ਼ਰਤ ਦੀ ਕੈਸੀ ਭਿਅੰਕਰ ਅੱਗ ਉਹਦੇ ਦਿਲ 'ਚ ਮੱਚ ਰਹੀ ਹੋਏਗੀ, ਜਿਹਨੇ ਉਹਨੂੰ ਇਸ ਮੌਸਮ ਵਿੱਚ ਵੀ ਉਸ ਜੰਗਲ 'ਚ ਭਟਕਣ ਲਈ ਮਜਬੂਰ ਕੀਤਾ ਹੋਇਆ। ਕਿਹੜਾ ਪੱਕਾ ਤੇ ਖਤਰਨਾਕ ਇਰਾਦਾ ਉਹਨੇ ਆਪਣੇ ਦਿਲ 'ਚ ਲੁਕਾਇਆ ਹੋਇਆ, ਜਿਸ ਕਰਕੇ ਉਹ ਇਹ ਸਭ ਮੁਸੀਬਤਾਂ ਝੱਲ ਰਿਹਾ। ਜੰਗਲ ਦੇ ਉਹਨਾਂ ਪਥਰੀਲੇ ਘਰਾਂ ਵਿੱਚ ਹੀ ਸ਼ਾਇਦ ਮੇਰੀ ਉਸ ਸਮੱਸਿਆ ਦਾ ਹੱਲ ਲੁਕਿਆ ਹੋਇਆ, ਜਿਹਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ। ਮੈਂ ਸਹੁੰ ਖਾਧੀ ਕਿ ਕੱਲ੍ਹ ਦਾ ਦਿਨ ਢਲਣ ਤੋਂ ਪਹਿਲਾਂ ਮੈਂ ਉਹ ਸਭ ਕੁਝ ਕਰਾਂਗਾ ਜੋ ਕਿਸੇ ਆਦਮੀ ਦੇ ਵੱਸ 'ਚ ਹੈ, ਤਾਂ ਕਿ ਇਸ ਰਹੱਸ ਦਾ ਪਰਦਾਫਾਸ਼ ਹੋ ਜਾਏ। ਧੰਨਵਾਦ। 11ਵਾਂ ਕਾਂਡ, ਪਹਾੜੀ ਟੀਸੀ ਵਾਲਾ ਅਜਨਬੀ। ਮੇਰੀ ਡਾਇਰੀ ਵਿੱਚੋਂ ਜਿਹੜੇ ਹਿੱਸੇ ਪਿਛਲੇ ਕਾਂਡ ਵਿੱਚ ਦਿੱਤੇ ਗਏ ਨੇ, ਉਹਨਾਂ ਨਾਲ ਹੀ ਇਹ ਕਹਾਣੀ 18 ਅਕਤੂਬਰ ਤੱਕ ਪਹੁੰਚ ਜਾਂਦੀ ਹੈ। ਇਹ ਤਾਂ ਉਹ ਦਿਨ ਸੀ ਜਦੋਂ ਘਟਨਾਵਾਂ ਬੜੀ ਤੇਜ਼ੀ ਨਾਲ ਘੁੰਮਦੀਆਂ ਹੋਈਆਂ ਆਪਣੇ ਭਿਆਨਕ ਨਤੀਜਿਆਂ ਵੱਲ ਵਧਦੀਆਂ ਰਹੀਆਂ। ਅਗਲੇ ਕੁਝ ਦਿਨਾਂ ਦੀਆਂ ਘਟਨਾਵਾਂ ਮੇਰੇ ਦਿਮਾਗ ਉੱਤੇ ਆਪਣੀ ਅਮਿੱਟ ਛਾਪ ਛੱਡ ਗਈਆਂ ਤੇ ਆਪਣੇ ਨੋਟਸਾਂ ਦਾ ਸਹਾਰਾ ਲਏ ਬਿਨਾਂ ਮੈਂ ਉਹਨਾਂ ਨੂੰ ਬਾਖੂਬੀ ਬਿਆਨ ਕਰ ਸਕਦਾ। ਮੈਂ ਉਸ ਅਗਲੇ ਦਿਨ ਤੋਂ ਸ਼ੁਰੂ ਕਰਦਾ ਜਦੋਂ ਮੈਂ ਉਹਨਾਂ 2 ਮਹੱਤਵਪੂਰਨ ਤੱਥਾਂ ਦਾ ਮਿਲਾਨ ਕੀਤਾ ਸੀ, ਜਿਨ੍ਹਾਂ 'ਚੋਂ ਇੱਕ ਤਾਂ ਮਿਸਿਜ਼ ਲਾਰਾ ਲਿਓਨਸ ਦਾ ਖੱਤ ਲਿਖ ਕੇ ਸਰ ਚਾਰਲਸ ਨੂੰ ਮਿਲਣ ਲਈ ਇਹਨੂੰ ਸਮੇਂ ਤੇ ਸਥਾਨ 'ਤੇ ਬੁਲਾਇਆ ਗਿਆ ਸੀ ਜਿੱਥੇ ਉਹਦੀ ਮੌਤ ਹੋਈ ਸੀ। ਦੂਜਾ ਉਸ ਜੰਗਲ 'ਚ ਭੌਂਦੇ ਉਸ ਆਦਮੀ ਦਾ, ਜਿਹੜਾ ਪਹਾੜੀ ਢਲਵਾਨ ਦੇ ਕਿਸੇ ਪਥਰੀਲੇ ਘਰ ਠਹਿਰਿਆ ਹੋਇਆ ਸੀ। ਇਹਨਾਂ ਦੋਵਾਂ ਤੱਥਾਂ ਨੂੰ ਹਾਸਲ ਕਰਨ ਪਿੱਛੋਂ ਮੈਂ ਮਹਿਸੂਸ ਕੀਤਾ ਕਿ ਜੇ ਮੈਂ ਇਹਨਾਂ ਰਹੱਸਾਂ ਉੱਪਰ ਹੋਰ ਵੱਧ ਰੌਸ਼ਨੀ ਨਾ ਪਾ ਸਕਿਆ ਤਾਂ ਪੱਕੇ ਤੌਰ 'ਤੇ ਮੇਰੇ ਅੰਦਰ ਬੁੱਧੀ ਤੇ ਹੌਸਲੇ ਦੀ ਖਾਸੀ ਕਮੀ ਹੈ। ਪਿਛਲੀ ਸ਼ਾਮ ਮੈਨੂੰ ਜਗੀਰਦਾਰ ਨੂੰ ਇਹ ਦੱਸਣ ਦਾ ਮੌਕਾ ਨਹੀਂ ਮਿਲਿਆ ਸੀ ਕਿ ਮੈਂ ਮਿਸਿਜ਼ ਲਿਓਨਸ ਬਾਰੇ ਕੁਝ ਜਾਣ ਚੁੱਕਿਆ, ਕਿਉਂਕਿ ਡਾਕਟਰ ਮਾਰਟੀਮਰ ਕਾਫੀ ਦੇਰ ਤੱਕ ਉਸ ਨਾਲ ਬੈਠਾ ਤਾਸ਼ ਖੇਡਦਾ ਰਿਹਾ ਸੀ। ਚਲੋ ਖੈਰ, ਨਾਸ਼ਤੇ ਉੱਤੇ ਮੈਂ ਉਹਨੂੰ ਸਭ ਕੁਝ ਦੱਸ ਦਿੱਤਾ ਤੇ ਪੁੱਛਿਆ ਕਿ ਕੀ ਉਹ ਕੋਮਟਰਾਸੀ ਤੱਕ ਮੇਰੇ ਨਾਲ ਚੱਲਣਾ ਚਾਹੁਣਗੇ। ਪਹਿਲਾਂ ਤਾਂ ਉਹ ਚੱਲਣ ਲਈ ਫੌਰਨ ਕਾਹਲੇ ਹੋ ਗਏ, ਪਰ ਬਾਅਦ 'ਚ ਸੋਚ ਵਿਚਾਰ ਕਰਨ ਪਿੱਛੋਂ ਅਸੀਂ ਦੋਵਾਂ ਨੇ ਇਹ ਫੈਸਲਾ ਕੀਤਾ ਕਿ ਮੇਰੇ ਇਕੱਲੇ ਜਾਣ ਨਾਲ ਸ਼ਾਇਦ ਵਧੇਰੇ ਬਿਹਤਰ ਨਤੀਜੇ ਹਾਸਲ ਹੋਣਗੇ। ਖਤਰਾ ਇਹ ਸੀ ਕਿ ਸ਼ਾਇਦ ਸਰ ਹੈਨਰੀ ਦੇ ਨਾਮ 'ਤੇ ਰੁਤਬੇ ਕਰਕੇ ਅਸੀਂ ਕੋਈ ਖਾਸ ਜਾਣਕਾਰੀ ਹਾਸਲ ਨਾ ਕਰ ਸਕੀਏ। ਇਸ ਲਈ ਮੈਂ ਸਰ ਹੈਨਰੀ ਨੂੰ ਉੱਥੇ ਛੱਡ ਕੇ ਬੱਗੀ 'ਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਨਿਕਲ ਪਿਆ। ਜਦੋਂ ਮੈਂ ਕੋਮਟਰਾਸੀ ਪਹੁੰਚਿਆ ਤਾਂ ਮੈਂ ਪਰਕਿੰਸ ਨੂੰ ਘੋੜਿਆਂ ਨੂੰ ਆਰਾਮ ਦੇਣ ਲਈ ਕਿਹਾ ਤੇ ਫਿਰ ਉਸ ਔਰਤ ਬਾਰੇ ਪੁੱਛ-ਗਿੱਛ ਕਰਨ ਲੱਗਾ ਜਿਸ ਨੂੰ ਮੈਂ ਕੁਝ ਸਵਾਲ ਪੁੱਛਣ ਲਈ ਆਖਿਆ ਸੀ। ਮੈਨੂੰ ਉਹਦਾ ਘਰ ਲੱਭਣ 'ਚ ਕੋਈ ਦਿੱਕਤ ਨਹੀਂ ਹੋਈ, ਜਿਹੜਾ ਬਸਤੀ ਦੇ ਵਿਚਾਲੇ ਹੀ ਸੀ ਤੇ ਇੱਕ ਨਾਲੋਂ ਵੱਧ ਕਮਰਿਆਂ ਵਾਲਾ ਠੀਕ-ਠਾਕ ਜਿਹਾ ਘਰ ਸੀ। ਇੱਕ ਨੌਕਰਾਣੀ ਨੇ ਬਿਨਾਂ ਕੋਈ ਪੁੱਛ-ਗਿੱਛ ਕੀਤੇ ਮੈਨੂੰ ਅੰਦਰ ਪਹੁੰਚਾ ਦਿੱਤਾ। ਜਿਵੇਂ ਹੀ ਮੈਂ ਸਿਟਿੰਗ ਰੂਮ 'ਚ ਵੜਿਆ, ਇੱਕ ਔਰਤ ਜਿਹੜੀ ਰਿਮਿੰਗਟਨ ਟਾਈਪਰਾਈਟਰ ਦੇ ਸਾਹਮਣੇ ਬੈਠੀ ਸੀ, ਯਕਦਮ ਬੁੜਕ ਕੇ ਖੜੀ ਹੋ ਗਈ ਤੇ ਉਹਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਪਰ ਉਦੋਂ ਉਹਦਾ ਚਿਹਰਾ ਯਕਦਮ ਲੱਥ ਗਿਆ ਜਦੋਂ ਉਹਨੇ ਦੇਖਿਆ ਕਿ ਮੈਂ ਇੱਕ ਅਜਨਬੀ ਹਾਂ। ਉਹ ਫੌਰਨ ਬੈਠ ਗਈ ਤੇ ਉਹਨੇ ਮੇਰੇ ਆਉਣ ਦਾ ਕਾਰਨ ਪੁੱਛਿਆ। ਮਿਸਿਜ਼ ਲਿਓਨਸ ਦਾ ਪਹਿਲਾ ਪ੍ਰਭਾਵ ਮੇਰੇ ਉੱਤੇ ਇਹ ਪਿਆ ਕਿ ਬੇਹੱਦ ਖੂਬਸੂਰਤ ਸੀ।
ਉਹਦੀਆਂ ਅੱਖਾਂ ਦੇ ਵਾਲ ਇੱਕੋ ਜਿਹੇ ਯਾਨੀ ਗੂੜੇ ਬਦਾਮੀ ਰੰਗ ਦੇ ਸਨ। ਉਹਦੀਆਂ ਗੱਲਾਂ ਹਾਲਾਂਕਿ ਥੋੜ੍ਹੀਆਂ ਚਿੱਤਰੀਦਾਰ ਸਨ, ਪਰ ਅਜਿਹੇ ਹਲਕੇ ਗੁਲਾਬੀ ਰੰਗ ਦੀ ਲਾਲੀ ਚੜ੍ਹੀਆਂ ਸਨ ਜਿਹੋ ਜਿਹੀ ਖਿੜੇ ਹੋਏ ਗੁਲਾਬਾਂ 'ਤੇ ਹੁੰਦੀ ਹੈ। ਦੇਖਦਿਆਂ ਹੀ ਪਹਿਲਾ ਪ੍ਰਭਾਵ ਇਹਨਾਂ ਸ਼ਬਦਾਂ ਨੂੰ ਮੈਂ ਦੁਹਰਾ ਰਿਹਾ ਉਹਦੇ ਪ੍ਰਤੀ ਪ੍ਰਸ਼ੰਸਾ ਦਾ ਹੀ ਸੀ, ਪਰ ਦੂਜਾ ਪ੍ਰਭਾਵ ਕੁਝ ਆਲੋਚਨਾਤਮਕ ਦਾ ਸੀ। ਉਹਦੇ ਚਿਹਰੇ ਉੱਪਰ ਕੁਝ ਗਲਤ ਵੀ ਹੈ ਸੀ। ਉਹਦੇ ਚਿਹਰੇ ਤੇ ਅੱਖਾਂ 'ਚ ਕੁਝ ਅਜੀਬ ਕਿਸਮ ਦੀ ਸਖਤੀ ਤੇ ਕਠੋਰਤਾ ਨਜ਼ਰ ਆਉਂਦੀ ਸੀ। ਬੁੱਲਾਂ ਦਾ ਢਿੱਲਾਪਨ ਵੀ ਉਹਦੀ ਸੁੰਦਰਤਾ ਨੂੰ ਕੁਝ ਘੱਟ ਕਰ ਰਿਹਾ ਸੀ। ਉਸ ਵੇਲੇ ਮੈਂ ਸਿਰਫ ਇਸ ਗੱਲ ਦੇ ਪ੍ਰਤੀ ਸੁਚੇਤ ਸੀ ਕਿ ਮੈਂ ਇੱਕ ਬਹੁਤ ਹੀ ਖੂਬਸੂਰਤ ਔਰਤ ਦੇ ਸਾਹਮਣੇ ਖੜਾਂ ਤੇ ਉਹ ਮੈਥੋਂ ਇੱਥੇ ਆਉਣ ਦਾ ਕਾਰਨ ਪੁੱਛ ਰਹੀ ਹੈ। ਉਦੋਂ ਤੱਕ ਮੈਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਨਹੀਂ ਸੀ ਕਿ ਮੇਰਾ ਮਿਸ਼ਨ ਕਿੰਨਾ ਨਾਜ਼ੁਕ ਹੈ। ਮੈਂ ਤੁਹਾਡੇ ਪਿਤਾ ਜੀ ਨੂੰ ਜਾਣਦਾ, ਮੈਂ ਕਿਹਾ। ਇੱਕ ਬੜੀ ਬੇਹੂਦਾ ਜਾਣ ਪਛਾਣ ਸੀ ਤੇ ਉਸ ਔਰਤ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਵੀ ਕਰਵਾ ਦਿੱਤਾ। ਮੇਰੇ ਤੇ ਮੇਰੇ ਪਿਤਾ ਵਿਚਕਾਰ ਹੁਣ ਕੋਈ ਸਬੰਧ ਨਹੀਂ, ਉਹ ਬੋਲੀ। ਮੇਰਾ ਹੁਣ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹਨਾਂ ਦੇ ਦੋਸਤਾਂ ਨਾਲ ਵੀ ਮੇਰਾ ਕੋਈ ਸਬੰਧ ਨਹੀਂ। ਜੇ ਸਵਰਗੀ ਸਰ ਚਾਰਲਸ ਤੇ ਕੁਝ ਹੋਰ ਸੱਜਣ ਲੋਕਾਂ ਦੀ ਕਿਰਪਾ ਨਾ ਹੁੰਦੀ ਤਾਂ ਅੱਜ ਮੈਂ ਭੁੱਖੀ ਮਰ ਰਹੀ ਹੁੰਦੀ। ਮੇਰਾ ਇੰਨਾ ਕੁ ਖਿਆਲ ਰੱਖਦਾ ਹੈ ਮੇਰਾ ਬਾਪ। ਅਸਲ 'ਚ ਤਾਂ ਮੈਂ ਸਰ ਚਾਰਲਸ ਬਾਸਕਰਵਿਲੇ ਬਾਰੇ ਹੀ ਤੁਹਾਡੇ ਨਾਲ ਗੱਲ ਕਰਨ ਆਇਆ। ਚਿੱਤਰੀ ਉਸ ਔਰਤ ਦੇ ਸਾਰੇ ਚਿਹਰੇ 'ਤੇ ਫੈਲਣੀ ਸ਼ੁਰੂ ਹੋ ਗਈ। ਉਹਨਾਂ ਬਾਰੇ ਮੈਂ ਤੁਹਾਨੂੰ ਕੀ ਦੱਸ ਸਕਦੀ ਹਾਂ, ਉਹਨੇ ਪੁੱਛਿਆ। ਉਹਦੀਆਂ ਉਂਗਲਾਂ ਬੇਚੈਨੀ ਨਾਲ ਟਾਈਪਰਾਈਟਰ ਉੱਤੇ ਡਗਮਗਾਉਣ ਲੱਗੀਆਂ ਸਨ। ਤੁਸੀਂ ਉਹਨਾਂ ਨੂੰ ਜਾਣਦੇ ਸੋ ਜਾਂ ਨਹੀਂ? ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਮੈਂ ਉਹਨਾਂ ਦੇ ਅਹਿਸਾਨਾਂ ਨਾਲ ਦਬੀ ਹੋਈ ਹਾਂ। ਅੱਜ ਜੇ ਮੈਂ ਆਪਣੇ ਪੈਰਾਂ 'ਤੇ ਖੜ੍ਹੀ ਹਾਂ ਤਾਂ ਸਿਰਫ ਇਸ ਕਰਕੇ ਕਿ ਉਹਨਾਂ ਮੁਸੀਬਤ ਦੇ ਦਿਨਾਂ 'ਚ ਮੇਰਾ ਕਾਫੀ ਸਾਥ ਦਿੱਤਾ ਸੀ। ਕਿ ਉਹਨਾਂ ਨਾਲ ਤੁਹਾਡੀ ਚਿੱਠੀ ਪੱਤਰੀ ਵੀ ਚੱਲਦੀ ਸੀ? ਉਸ ਔਰਤ ਨੇ ਕਾਹਲ ਨਾਲ ਨਜ਼ਰਾਂ ਚੁੱਕ ਕੇ ਮੇਰੇ ਵੱਲ ਦੇਖਿਆ। ਉਹਦੀਆਂ ਅੱਖਾਂ 'ਚ ਗੁੱਸੇ ਦੀ ਝਲਕ ਸੀ। ਇਹਨਾਂ ਸਵਾਲਾਂ ਦਾ ਮਤਲਬ ਕੀ ਹੈ? ਉਹਨੇ ਤਿੱਖੀ ਸੁਰ 'ਚ ਪੁੱਛਿਆ। ਮਤਲਬ ਤਾਂ ਸਿਰਫ ਇੰਨਾ ਕੁ ਹੈ ਕਿ ਇਹ ਮਾਮਲਾ ਲੋਕਾਂ 'ਚ ਬਹੁਤਾ ਨਾ ਉਛਲੇ। ਮੈਂ ਸ਼ਾਂਤ ਸੁਰ 'ਚ ਕਿਹਾ, ਬਿਹਤਰ ਹੈ ਮੈਂ ਇਹ ਸਵਾਲ ਇੱਥੇ ਕਰ ਲਵਾਂ ਬਜਾਏ ਇਹਦੇ ਕਿ ਮਾਮਲਾ ਸਾਡੇ ਹੱਥਾਂ 'ਚੋਂ ਨਿਕਲ ਜਾਏ। ਉਹ ਚੁੱਪ ਬੈਠੀ ਰਹੀ। ਚਿਹਰਾ ਹੁਣ ਵੀ ਪੀਲਾ ਪਿਆ ਹੋਇਆ ਸੀ। ਫਿਰ ਉਹਦੇ ਚਿਹਰੇ ਦੇ ਭਾਵ ਬਦਲਣ ਲੱਗੇ ਤੇ ਉਹਨੇ ਬੜੀਆਂ ਹੀ ਬੇਬਾਕ ਤੇ ਬਾਗੀ ਨਜ਼ਰ ਨਾਲ ਮੇਰੇ ਵੱਲ ਦੇਖਿਆ। ਇਹ ਮਾਮਲਾ ਕਿੱਥੋਂ ਨਿਕਲ ਕੇ ਕਿੱਥੇ ਜਾਂਦਾ ਹੈ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ, ਉਹ ਬੋਲੀ। ਫਿਰ ਵੀ ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਸਰ ਚਾਰਲਸ ਦੇ ਸਨਮਾਨ ਨੂੰ ਠੇਸ ਪਹੁੰਚਣ ਦੀ ਸੰਭਾਵਨਾ ਹੋਏ। ਇਸ ਲਈ ਮੈਂ ਜਵਾਬ ਦੇਣ ਲਈ ਤਿਆਰ ਹਾਂ। ਦੱਸੋ ਕੀ ਸਵਾਲ ਨੇ ਤੁਹਾਡੇ? ਕੀ ਸਰ ਚਾਰਲਸ ਨਾਲ ਤੁਹਾਡੀ ਚਿੱਠੀ ਪੱਤਰੀ ਚੱਲਦੀ ਸੀ? ਮੈਂ ਉਹਨਾਂ ਦੀ ਸ਼ਰਾਫਤ ਤੇ ਉਦਾਰਤਾ ਪ੍ਰਤੀ ਧੰਨਵਾਦ ਕਰਨ ਲਈ 1-2 ਚਿੱਠੀਆਂ ਲਿਖੀਆਂ ਸੀ। ਕੀ ਤੁਹਾਨੂੰ ਉਹਨਾਂ ਚਿੱਠੀਆਂ ਦੀ ਤਾਰੀਖ ਚੇਤੇ ਹੈ? ਬਿਲਕੁਲ ਨਹੀਂ। ਕੀ ਤੁਸੀਂ ਉਹਨਾਂ ਨੂੰ ਕਦੀ ਮਿਲੇ ਹੋ? ਹਾਂ, 1-2 ਵਾਰੀ ਮਿਲੀ ਹਾਂ। ਜਦੋਂ ਕਦੀ ਉਹ ਕੂਮਟਰਾਸੀ ਆਉਂਦੇ ਸਨ। ਉਹ ਬੜੇ ਇਕਾਂਤ ਪਸੰਦ ਕਿਸਮ ਦੇ ਆਦਮੀ ਸਨ। ਭਲਾਈ ਵੀ ਕਰਦੇ ਸਨ ਤਾਂ ਇਸ ਤਰ੍ਹਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਪਰ ਜੇ ਤੁਸੀਂ ਉਹਨਾਂ ਨੂੰ ਕਦੇ ਕਦਾਰ ਹੀ ਮਿਲੇ ਸੋ ਤੇ ਕਦੇ ਕਦਾਰ ਹੀ ਚਿੱਠੀ ਪੱਤਰੀ ਕਰਦੇ ਸੋ ਤਾਂ ਫਿਰ ਉਹਨਾਂ ਨੂੰ ਇਹ ਕਿੰਜ ਪਤਾ ਲੱਗ ਗਿਆ ਕਿ ਤੁਸੀਂ ਪਰੇਸ਼ਾਨ ਹੋ ਤੇ ਤੁਹਾਨੂੰ ਮਦਦ ਚਾਹੀਦੀ ਹੈ, ਜਿਵੇਂ ਕਿ ਹੁਣੇ ਤੁਸੀਂ ਦੱਸਿਆ ਕਿ ਉਹਨਾਂ ਤੁਹਾਡੀ ਮਦਦ ਕੀਤੀ ਸੀ। ਬਹੁਤ ਸਾਰੇ ਭਲੇ ਆਦਮੀ ਸਨ ਜੋ ਮੇਰੀਆਂ ਪਰੇਸ਼ਾਨੀਆਂ ਤੇ ਦੁੱਖ ਭਰੀ ਹਾਲਤ ਨੂੰ ਜਾਣਦੇ ਸਨ। ਉਹਨਾਂ ਸਾਰੇ ਲੋਕਾਂ ਨੇ ਰਲ ਕੇ ਮੇਰੀ ਮਦਦ ਕੀਤੀ। ਉਹਨਾਂ 'ਚੋਂ ਇੱਕ ਮਿਸਟਰ ਸਟੇਪਲਟਨ ਨੇ, ਸਰ ਚਾਰਲਸ ਦੇ ਗੁਆਂਢੀ ਤੇ ਖਾਸ ਦੋਸਤ। ਉਹ ਬੜੇ ਹੀ ਮਿਹਰਬਾਨ ਰਹੇ ਮੇਰੇ 'ਤੇ। ਉਹਨਾਂ ਰਾਹੀਂ ਸਰ ਚਾਰਲਸ ਨੂੰ ਮੇਰੀਆਂ ਮੁਸੀਬਤਾਂ ਤੇ ਪਰੇਸ਼ਾਨੀਆਂ ਬਾਰੇ ਪਤਾ ਲੱਗਿਆ। ਮੈਨੂੰ ਇਹ ਗੱਲ ਪਹਿਲਾਂ ਹੀ ਪਤਾ ਲੱਗ ਚੁੱਕੀ ਸੀ ਕਿ ਸਰ ਚਾਰਲਸ ਪਹਿਲਾਂ ਵੀ ਕਈ ਵਾਰ ਸਟੇਪਲਟਨ ਦੇ ਜ਼ਰੀਏ ਲੋਕਾਂ ਦੀ ਮਦਦ ਕਰ ਚੁੱਕੇ ਸਨ। ਇਸ ਲਈ ਉਸ ਔਰਤ ਦੇ ਬਿਆਨ 'ਚ ਸੱਚਾਈ ਦੀ ਰਲਤ ਲੱਗਦੀ ਸੀ। ਕੀ ਕਦੀ ਤੁਸੀਂ ਸਰ ਚਾਰਲਸ ਨੂੰ ਚਿੱਠੀ ਲਿਖ ਕੇ ਮਿਲਣ ਲਈ ਬੁਲਾਇਆ ਸੀ? ਮੈਂ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਪੁੱਛਿਆ। ਮਿਸਿਜ਼ ਲਿਓਂਸ ਦਾ ਚਿਹਰਾ ਯਕਦਮ ਗੁੱਸੇ ਵਸ ਭਖ ਉੱਠਿਆ। ਕੀ ਗੱਲ ਹੈ ਸ਼੍ਰੀਮਾਨ, ਇਹ ਤਾਂ ਬੜਾ ਹੀ ਅਜੀਬੋ-ਗਰੀਬ ਸਵਾਲ ਕਰ ਰਹੇ ਹੋ ਤੁਸੀਂ। ਇਸ ਲਈ ਮੈਂ ਮਾफ़ੀ ਚਾਹੁੰਦਾ ਮੈਡਮ, ਪਰ ਇਸ ਸਵਾਲ ਦਾ ਜਵਾਬ ਬੜਾ ਜ਼ਰੂਰੀ ਹੈ। ਤਾਂ ਫਿਰ ਇਹਦਾ ਇੱਕੋ ਜਵਾਬ ਹੈ, ਨਹੀਂ, ਕਦੇ ਨਹੀਂ। ਕੀ ਤੁਸੀਂ ਉਸ ਦਿਨ ਵੀ ਉਹਨਾਂ ਨੂੰ ਨਹੀਂ ਮਿਲੇ ਸੀ ਜਿਸ ਦਿਨ ਸਰ ਚਾਰਲਸ ਦੀ ਮੌਤ ਹੋਈ ਸੀ? ਭਖ ਦੀ ਲਾਲੀ ਇੱਕੋ ਛਿਣ 'ਚ ਗਾਇਬ ਹੋ ਗਈ ਤੇ ਉਹਦੀ ਜਗ੍ਹਾ ਮੇਰੇ ਸਾਹਮਣੇ ਇੱਕ ਅਜਿਹਾ ਚਿਹਰਾ ਸੀ ਜਿਸ ਉੱਤੇ ਮੌਤ ਵਰਗੀ ਸਫੈਦੀ ਪੁੱਜੀ ਹੋਈ ਸੀ। ਉਹਦੇ ਸੁੱਕੇ ਬੁੱਲ੍ਹਾਂ 'ਚੋਂ ਨਹੀਂ ਦਾ ਸ਼ਬਦ ਨਹੀਂ ਸੀ ਨਿਕਲ ਰਿਹਾ, ਜਿਹੜਾ ਸੁਣਾਈ ਦੇਣ ਦੀ ਬਜਾਏ ਮੈਨੂੰ ਉਹਦੀਆਂ ਅੱਖਾਂ 'ਚ ਝਾਕਦਾ ਨਜ਼ਰ ਆ ਰਿਹਾ ਸੀ। ਲੱਗਦਾ ਹੈ ਤੁਹਾਡੀ ਯਾਦਦਾਸ਼ਤ ਤੁਹਾਡਾ ਸਾਥ ਨਹੀਂ ਦੇ ਰਹੀ, ਮੈਂ ਬੋਲਿਆ। ਤੁਹਾਡੀ ਚਿੱਠੀ ਦੇ ਇੱਕ ਹਿੱਸੇ ਨੂੰ ਵੀ ਮੈਂ ਦੁਹਰਾ ਸਕਦਾ। ਲਿਖਿਆ ਸੀ, ਪਲੀਜ਼ ਤੁਸੀਂ ਕਿਉਂਕਿ ਇੱਕ ਸੱਜਣ ਪੁਰਖ ਹੋ, ਇਸ ਲਈ ਮਿਹਰਬਾਨੀ ਕਰਕੇ ਇਸ ਚਿੱਠੀ ਨੂੰ ਸਾੜ ਦੇਣਾ ਤੇ ਠੀਕ 10 ਵਜੇ ਗੇਟ 'ਤੇ ਮਿਲਣਾ। ਇੱਕ ਵਾਰੀ ਤਾਂ ਮੈਨੂੰ ਇੰਜ ਲੱਗਾ ਜਿਵੇਂ ਉਹ ਚੱਕਰ ਖਾ ਕੇ ਡਿੱਗ ਪਏਗੀ, ਪਰ ਫਿਰ ਉਹਨੇ ਬੜੀ ਹਿੰਮਤ ਨਾਲ ਆਪਣੇ ਆਪ ਨੂੰ ਸੰਭਾਲ ਲਿਆ। ਕਿ ਦੁਨੀਆ 'ਚ ਸ਼ਰੀਫ ਆਦਮੀ ਨਾਂ ਦੀ ਕੋਈ ਚੀਜ਼ ਨਹੀਂ ਹੈ? ਉਹਨੇ ਉਖੜੀ ਜਿਹੀ ਆਵਾਜ਼ 'ਚ ਕਿਹਾ।
ਇੰਜ ਕਹਿ ਕੇ ਤੁਸੀਂ ਸਰ ਚਾਰਲਸ ਨਾਲ ਅਨਿਆਂ ਕਰ ਰਹੇ ਹੋ। ਉਹਨਾਂ ਨੇ ਚਿੱਠੀ ਸਾੜ ਦਿੱਤੀ ਸੀ, ਪਰ ਕਈ ਵਾਰ ਇੰਜ ਹੁੰਦਾ ਕਿ ਸੜ ਜਾਣ ਦੇ ਬਾਵਜੂਦ ਵੀ ਕਾਗਜ਼ ਉੱਤੇ ਲਿਖੀ ਇਬਾਰਤ ਪੜ੍ਹੀ ਜਾ ਸਕਦੀ ਹੈ। ਹੁਣ ਤਾਂ ਤੁਸੀਂ ਸਵੀਕਾਰ ਕਰਦੇ ਹੋ ਕਿ ਤੁਸੀਂ ਉਹਨਾਂ ਨੂੰ ਚਿੱਠੀ ਲਿਖੀ ਸੀ। ਹਾਂ, ਲਿਖੀ ਸੀ ਮੈਂ ਚਿੱਠੀ ਉਹਨਾਂ ਨੂੰ। ਉਹ ਇਸ ਤਰ੍ਹਾਂ ਬੋਲੀ ਜਿਵੇਂ ਸ਼ਬਦ ਉਹਦੇ ਦਿਲ ਦੀਆਂ ਡੂੰਘਾਣਾਂ 'ਚੋਂ ਨਿਕਲ ਕੇ ਲੁੜਕਦੇ ਹੋਏ ਬਾਹਰ ਵੱਲ ਆ ਰਹੇ ਹੋਣ। ਹਾਂ, ਬਿਲਕੁਲ ਲਿਖਿਆ ਸੀ ਮੈਂ। ਇਸ ਗੱਲ ਤੋਂ ਇਨਕਾਰ ਕਿਉਂ ਕਰਾਂ? ਕੋਈ ਕਾਰਨ ਅਜਿਹਾ ਨਹੀਂ ਹੈ ਜਿਸ ਕਾਰਨ ਮੈਨੂੰ ਸ਼ਰਮਿੰਦਾ ਹੋਣਾ ਪਏ। ਮੈਂ ਚਾਹੁੰਦੀ ਸੀ ਸਰ ਚਾਰਲਸ ਮੇਰੀ ਮਦਦ ਕਰਨ। ਮੈਂ ਸੋਚਦੀ ਸੀ ਕਿ ਜੇ ਉਹਨਾਂ ਨਾਲ ਕੋਈ ਇੱਕ ਮੁਲਾਕਾਤ ਹੋ ਗਈ ਤਾਂ ਉਹ ਮੇਰੀ ਮਦਦ ਕਰਨ ਲਈ ਤਿਆਰ ਹੋ ਜਾਣਗੇ। ਇਸ ਲਈ ਮੈਂ ਉਹਨਾਂ ਨੂੰ ਮਿਲਣ ਲਈ ਕਿਹਾ ਸੀ। ਪਰ ਰਾਤ ਦੇ 10 ਵਜੇ ਅਜਿਹੀ ਗੱਲ ਲਈ ਤਾਂ ਇੱਕ ਬੜਾ ਹੀ ਬੇਤੁਕਾ ਜਿਹਾ ਸਮਾਂ ਹੈ। ਮੈਨੂੰ ਅਚਾਨਕ ਪਤਾ ਲੱਗਿਆ ਸੀ ਕਿ ਉਹ ਅਗਲੇ ਦਿਨ ਲੰਦਨ ਜਾ ਰਹੇ ਨੇ ਤੇ ਸ਼ਾਇਦ ਮਹੀਨਿਆਂ ਤੱਕ ਵਾਪਸ ਨਾ ਆਉਣ। ਇਹਦੇ ਇਲਾਵਾ ਕੁਝ ਹੋਰ ਖਾਸ ਕਾਰਨ ਵੀ ਸਨ ਜਿਨ੍ਹਾਂ ਕਰਕੇ ਮੈਂ ਉੱਥੇ ਪਹਿਲਾਂ ਨਹੀਂ ਪਹੁੰਚ ਸਕਦੀ ਸੀ। ਪਰ ਤੁਸੀਂ ਉਹਨਾਂ ਨੂੰ ਘਰ ਮਿਲਣ ਦੀ ਬਜਾਏ ਪਿਛਲੇ ਜੰਗਲ ਵਾਲੇ ਗੇਟ 'ਤੇ ਮਿਲਣਾ ਹੀ ਕਿਉਂ ਬਿਹਤਰ ਸਮਝਿਆ? ਕੀ ਤੁਸੀਂ ਸਮਝਦੇ ਹੋ ਕਿ ਰਾਤ ਦੇ ਉਸ ਸਮੇਂ ਇੱਕ ਇਕੱਲੀ ਔਰਤ ਦਾ ਕਿਸੇ ਕੁਆਰੇ ਆਦਮੀ ਦੇ ਘਰ ਜਾਣਾ ਠੀਕ ਰਹਿੰਦਾ? ਜਵਾਬ 'ਚ ਉਹਨੇ ਵੀ ਸਵਾਲ ਕੀਤਾ। ਖੈਰ, ਇਹਨੂੰ ਛੱਡੋ। ਇਹ ਦੱਸੋ, ਜਦੋਂ ਤੁਸੀਂ ਉੱਥੇ ਪਹੁੰਚੇ ਤਾਂ ਉਹ ਤੋਂ ਬਾਅਦ ਕੀ ਹੋਇਆ? ਮੈਂ ਉੱਥੇ ਗਈ ਹੀ ਨਹੀਂ। ਕੀ ਕਹਿ ਰਹੇ ਹੋ ਤੁਸੀਂ? ਮੈਂ ਸੱਚ ਕਹਿ ਰਹੀ ਹਾਂ। ਜੋ ਵੀ ਤੁਸੀਂ ਕਹੋ, ਮੈਂ ਉਹ ਵੱਡੀ ਤੋਂ ਵੱਡੀ ਸਹੁੰ ਖਾਣ ਲਈ ਤਿਆਰ ਹਾਂ ਕਿ ਮੈਂ ਉੱਥੇ ਗਈ ਹੀ ਨਹੀਂ। ਵਿਚਕਾਰ ਇੱਕ ਅਜਿਹਾ ਖਾਸ ਕੰਮ ਆ ਗਿਆ ਜਿਸ ਕਰਕੇ ਮੈਂ ਜਾ ਹੀ ਨਹੀਂ ਸਕੀ। ਉਹ ਖਾਸ ਕੰਮ ਕੀ ਸੀ? ਉਹ ਮੇਰਾ ਨਿੱਜੀ ਮਾਮਲਾ ਹੈ, ਮੈਂ ਤੁਹਾਨੂੰ ਨਹੀਂ ਦੱਸ ਸਕਦੀ। ਤੁਸੀਂ ਇਹ ਤਾਂ ਮੰਨਦੇ ਹੋ ਕਿ ਤੁਸੀਂ ਸਰ ਚਾਰਲਸ ਨਾਲ ਠੀਕ ਉਸ ਸਮੇਂ 'ਤੇ ਐਨ ਉਸੇ ਜਗ੍ਹਾ ਮਿਲਣ ਦਾ ਸਮਾਂ ਤੈਅ ਕੀਤਾ ਜਿੱਥੇ ਕਿ ਉਹਨਾਂ ਦੀ ਮੌਤ ਹੋਈ। ਪਰ ਤੁਸੀਂ ਇਸ ਗੱਲ ਤੋਂ ਇਨਕਾਰ ਕਰ ਰਹੇ ਹੋ ਕਿ ਤੁਸੀਂ ਮਿਲਣ ਲਈ ਪਹੁੰਚੇ ਸੀ। ਬਿਲਕੁਲ ਠੀਕ, ਸੱਚਾਈ ਇਹੋ ਹੈ। ਵਾਰੀ-ਵਾਰੀ ਮੈਂ ਉਸ ਨਾਲ ਸਵਾਲ ਜਵਾਬ ਕੀਤੇ ਪਰ ਉਸ ਪੁਆਇੰਟ ਨੂੰ ਅੱਗੇ ਨਾ ਵਧਾ ਸਕਿਆ। ਮਿਸਿਸ ਲਿਓਨਸ, ਅਖੀਰ ਜਦੋਂ ਮੁਲਾਕਾਤ ਦਾ ਕੋਈ ਸਿੱਟਾ ਨਿਕਲਦਾ ਨਾ ਦੇਖਿਆ ਤਾਂ ਮੈਂ ਉੱਠਦਿਆਂ ਹੋਇਆਂ ਕਿਹਾ, ਤੁਸੀਂ ਜੋ ਕੁਝ ਵੀ ਜਾਣਦੇ ਹੋ ਉਹਨੂੰ ਸਾਫ਼-ਸਾਫ਼ ਨਾ ਦੱਸ ਕੇ ਆਪਣੇ ਆਪ ਨੂੰ ਇੱਕ ਬਹੁਤ ਹੀ ਵੱਡੀ ਗਲਤ ਸਥਿਤੀ 'ਚ ਫਸਾਉਣ ਦਾ ਖਤਰਾ ਮੁੱਲ ਲੈ ਰਹੇ ਹੋ। ਜੇ ਮੈਂ ਇਸ ਮਾਮਲੇ 'ਚ ਪੁਲਿਸ ਦੀ ਮਦਦ ਲਈ ਤਾਂ ਫਿਰ ਤੁਸੀਂ ਖੁਦ ਹੀ ਸਮਝ ਸਕਦੇ ਹੋ ਤੁਸੀਂ ਕਿੱਡੀ ਭਾਰੀ ਮੁਸੀਬਤ 'ਚ ਫਸ ਜਾਓਗੇ। ਜੇ ਤੁਸੀਂ ਨਿਰਦੋਸ਼ ਹੋ ਤਾਂ ਫਿਰ ਤੁਸੀਂ ਸਰ ਚਾਰਲਸ ਨੂੰ ਚਿੱਠੀ ਲਿਖਣ ਬਾਰੇ ਪਹਿਲੀ ਵਾਰ ਕਿਉਂ ਇਨਕਾਰ ਕੀਤਾ ਸੀ? ਕਿਉਂਕਿ ਮੈਨੂੰ ਡਰ ਸੀ ਕਿ ਇਸ ਗੱਲ 'ਤੇ ਕੁਝ ਜ਼ਿਆਦਾ ਗਲਤ ਅਰਥ ਲਏ ਜਾ ਸਕਦੇ ਨੇ। ਉਸ ਨਾਲ ਸ਼ਾਇਦ ਮੇਰੀ ਖਾਸੀ ਬਦਨਾਮੀ ਹੋਏਗੀ। ਤੇ ਤੁਸੀਂ ਇਸ ਚਿੱਠੀ 'ਚ ਇਹ ਕਿਉਂ ਲਿਖਿਆ ਕਿ ਸਰ ਚਾਰਲਸ ਉਹਨੂੰ ਨਸ਼ਟ ਕਰ ਦੇਣ? ਜਦੋਂ ਤੁਸੀਂ ਇਹ ਚਿੱਠੀ ਪੜ੍ਹੀ ਹੋਈ ਹੈ ਤਾਂ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ। ਮੈਂ ਇਹ ਨਹੀਂ ਕਿਹਾ ਕਿ ਮੈਂ ਇਹ ਪੂਰੀ ਚਿੱਠੀ ਪੜ੍ਹੀ ਹੈ, ਪਰ ਤੁਸੀਂ ਉਹਦਾ ਕੁਝ ਹਿੱਸਾ ਤਾਂ ਸੁਣਾਇਆ ਸੀ। ਮੈਂ ਉਹਦੀਆਂ ਇਹ ਲਾਈਨਾਂ ਸੁਣਾਈਆਂ ਸਨ ਜਿਹੜੀਆਂ ਸ਼ਾਇਦ ਤੁਸੀਂ ਅਖੀਰ 'ਚ ਲਿਖੀਆਂ ਸੀ। ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਚਿੱਠੀ ਨੂੰ ਸਾੜ ਦਿੱਤਾ ਗਿਆ ਸੀ, ਬਸ ਇਹੋ ਲਾਈਨਾਂ ਪੜ੍ਹੀਆਂ ਜਾ ਸਕਦੀਆਂ ਸਨ। ਮੈਂ ਇੱਕ ਵਾਰੀ ਫਿਰ ਤੁਹਾਤੋਂ ਪੁੱਛ ਰਿਹਾ ਕਿ ਤੁਸੀਂ ਉਹ ਚਿੱਠੀ ਵਿੱਚ ਇਹ ਗੱਲ ਇੰਨਾ ਜ਼ੋਰ ਦੇ ਕੇ ਸਰ ਚਾਰਲਸ ਨੂੰ ਕਿਉਂ ਲਿਖੀ ਕਿ ਉਹ ਉਹਨੂੰ ਸਾੜ ਦੇਣ? ਇਹ ਜਾਣਨਾ ਬੜਾ ਜ਼ਰੂਰੀ ਹੈ, ਵਿਸ਼ੇਸ਼ ਕਰਕੇ ਇਸ ਲਈ ਕਿ ਇਹ ਚਿੱਠੀ ਉਹਨਾਂ ਨੂੰ ਉਹਨਾਂ ਦੀ ਮੌਤ ਵਾਲੇ ਦਿਨ ਹੀ ਮਿਲੀ ਸੀ। ਇਹ ਮੇਰਾ ਇੱਕ ਬੜਾ ਹੀ ਨਿੱਜੀ ਮਾਮਲਾ ਹੈ। ਫਿਰ ਤਾਂ ਤੁਹਾਡੇ ਲਈ ਇਹ ਹੋਰ ਵੀ ਵੱਧ ਜ਼ਰੂਰੀ ਹੈ ਕਿ ਤੁਸੀਂ ਪੁਲਿਸ ਦੀ ਪੁੱਛਗਿੱਛ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰੋ, ਕਿਉਂਕਿ ਪੁਲਿਸ ਵਿਚਕਾਰ ਆ ਗਈ ਤਾਂ ਇਹ ਨਿੱਜੀ ਮਾਮਲਾ ਪੂਰੀ ਤਰ੍ਹਾਂ ਸ਼ਰੇਆਮ ਹੋ ਜਾਏਗਾ। ਮੇਰੀ ਜ਼ਿੰਦਗੀ ਨੂੰ ਮੇਰੇ ਉਸ ਪਤੀ ਨੇ ਨਰਕ ਬਣਾ ਦਿੱਤਾ ਸੀ ਜਿਹਨੂੰ ਮੈਂ ਨਫ਼ਰਤ ਕਰਦੀ ਸੀ। ਕਾਨੂੰਨ ਉਸ ਵੱਲ ਸੀ। ਹਰ ਦਿਨ ਮੈਂ ਇਸ ਸੰਭਾਵਨਾ ਤੋਂ ਡਰਦੀ ਰਹਿੰਦੀ ਸੀ ਕਿ ਉਹ ਕਾਨੂੰਨ ਦੀ ਮਦਦ ਨਾਲ ਮੈਨੂੰ ਆਪਣੇ ਨਾਲ ਰਹਿਣ ਲਈ ਮਜਬੂਰ ਕਰੇਗਾ। ਜਦੋਂ ਮੈਂ ਸਰ ਚਾਰਲਸ ਨੂੰ ਇਹ ਚਿੱਠੀ ਲਿਖੀ ਤਾਂ ਉਸ ਵੇਲੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਕਿ ਅਜਿਹੀਆਂ ਕੁਝ ਸੰਭਾਵਨਾਵਾਂ ਨੇ ਕਿ ਜੇ ਕੁਝ ਪੈਸੇ ਖਰਚ ਕਰਾਂ ਤਾਂ ਮੈਂ ਹਮੇਸ਼ਾ ਲਈ ਉਹ ਤੋਂ ਆਜ਼ਾਦ ਹੋ ਸਕਦੀ ਹਾਂ। ਤੇ ਮੇਰੇ ਲਈ ਬੜੀ ਵੱਡੀ ਗੱਲ ਸੀ। ਮੇਰੇ ਦਿਲ ਦਿਮਾਗ ਦਾ ਚੈਨ ਤੇ ਸਕੂਨ, ਮੇਰੀ ਸਾਰੀ ਖੁਸ਼ੀ ਤੇ ਆਤਮ ਸਨਮਾਨ ਸਭ ਕੁਝ ਇਸ 'ਤੇ ਨਿਰਭਰ ਕਰਦਾ ਸੀ। ਸਰ ਚਾਰਲਸ ਦੀ ਉਦਾਰਤਾ ਦਾ ਮੈਨੂੰ ਪਤਾ ਸੀ। ਇਸ ਲਈ ਮੈਂ ਸੋਚਿਆ ਕਿ ਜੇ ਉਹ ਮੇਰੇ ਮੂੰਹੋਂ ਮੇਰੀ ਮੁਸੀਬਤ ਬਾਰੇ ਸੁਣਨਗੇ ਤਾਂ ਜ਼ਰੂਰ ਮਦਦ ਕਰਨਗੇ। ਤਾਂ ਫਿਰ ਤੁਸੀਂ ਗਏ ਕਿਉਂ ਨਹੀਂ? ਕਿਉਂਕਿ ਇਸ ਦੌਰਾਨ ਮੈਨੂੰ ਹੋਰ ਕਿਤੋਂ ਮਦਦ ਮਿਲ ਗਈ ਸੀ। ਤਾਂ ਫਿਰ ਤੁਸੀਂ ਸਰ ਚਾਰਲਸ ਨੂੰ ਚਿੱਠੀ ਲਿਖ ਕੇ ਇਸ ਬਾਰੇ ਦੱਸਿਆ ਕਿਉਂ ਨਹੀਂ? ਜ਼ਰੂਰ ਦੱਸਦੀ ਜੇ ਅਗਲੀ ਸਵੇਰ ਮੈਂ ਅਖਬਾਰ 'ਚ ਉਹਨਾਂ ਦੀ ਮੌਤ ਦੀ ਖਬਰ ਨਾ ਪੜ੍ਹ ਲਈ ਹੁੰਦੀ। ਉਸ ਔਰਤ ਦੀ ਕਹਾਣੀ 'ਚ ਕਿਧਰੇ ਵੀ ਕੋਈ ਝੋਲ ਨਹੀਂ ਸੀ ਤੇ ਮੇਰੇ ਸਾਰੇ ਸਵਾਲ ਉਹਨੂੰ ਥਿੜਕਾਉਣ 'ਚ ਨਾਕਾਮਯਾਬ ਰਹੇ ਸਨ। ਹੁਣ ਤਾਂ ਬਸ ਉਹਦੀ ਸੱਚਾਈ ਦਾ ਪਤਾ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਲੈਣ ਪਿੱਛੋਂ ਹੀ ਲੱਗ ਸਕਦਾ ਸੀ ਕਿ ਕੀ ਉਸ ਦੁਖਦਾਈ ਘਟਨਾ ਤੋਂ ਪਹਿਲਾਂ ਹੀ ਉਹਨੇ ਆਪਣੇ ਪਤੀ ਦੇ ਖਿਲਾਫ ਤਲਾਕ ਦਾ ਮੁਕੱਦਮਾ ਦਾਇਰ ਕੀਤਾ ਹੋਇਆ ਸੀ। ਇਹਦੀ ਸੰਭਾਵਨਾ ਘੱਟ ਸੀ ਕਿ ਜੇ ਉਹ ਵਾਕਈ ਬਾਸਰਵਿਲੇ ਗਈ ਸੀ ਤਾਂ ਵੀ ਇਹ ਕਹਿਣ ਦਾ ਹੌਸਲਾ ਕਰਦੀ ਕਿ ਉਹ ਉੱਥੇ ਨਹੀਂ ਗਈ ਸੀ। ਵੈਸੇ ਵੀ ਉਹਨੂੰ ਉੱਥੋਂ ਤੱਕ ਜਾਣ ਲਈ ਲਾਜ਼ਮੀ ਤੌਰ 'ਤੇ ਕਿਸੇ ਘੋੜਾ ਗੱਡੀ ਦੀ ਲੋੜ ਪੈਂਦੀ ਤਾਂ ਕਿ ਸਵੇਰ ਦਾ ਚਾਨਣ ਪਸਰਨ ਤੋਂ ਪਹਿਲਾਂ ਕੋਮਟਰਾਸੀ ਪਰਤ ਸਕਦੀ। ਅਜਿਹੀ ਹਾਲਤ 'ਚ ਉਸ ਲਈ ਇਸ ਗੱਲ ਨੂੰ ਲੁਕਾਈ ਰੱਖਣਾ ਬੜਾ ਮੁਸ਼ਕਲ ਸੀ।
ਇਸ ਲਈ ਸੰਭਾਵਨਾ ਇਸੇ ਗੱਲ ਦੀ ਸੀ ਕਿ ਉਹ ਸੱਚ ਬੋਲ ਰਹੀ ਸੀ, ਜਾਂ ਫਿਰ ਪੂਰਾ ਨਹੀਂ ਤਾਂ ਕਾਫੀ ਹੱਦ ਤੱਕ ਤਾਂ ਬੋਲ ਹੀ ਰਹੀ ਸੀ। ਮੈਂ ਉੱਥੋਂ ਬੜਾ ਉਲਝਿਆ ਹੋਇਆ ਤੇ ਨਿਰਾਸ਼ ਜਿਹਾ ਵਾਪਸ ਪਰਤਿਆ। ਇੱਕ ਵਾਰ ਫੇਰ ਮੇਰੇ ਸਾਹਮਣੇ ਇੱਕ ਵੱਡੀ ਸਾਰੀ ਕੰਧ ਖੜੀ ਹੋਈ ਸੀ, ਜਿਹਦੇ ਪਾਰ ਜਾਣ ਦਾ ਕੋਈ ਉਪਾਅ ਨਹੀਂ ਸੀ। ਇੰਜ ਲੱਗਦਾ ਸੀ ਇਹ ਕੰਧ ਹਰੇਕ ਉਸ ਰਸਤੇ ਅੱਗੇ ਉਸਰੀ ਹੋਈ ਸੀ ਜਿਸ ਰਾਹੀਂ ਮੈਂ ਆਪਣੇ ਇਸ ਮਿਸ਼ਨ ਦੇ ਨਿਸ਼ਾਨੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਵਾਪਸੀ ਵੇਲੇ ਮੈਂ ਜਿੰਨਾ ਵੀ ਉਸ ਔਰਤ ਦੇ ਚਿਹਰੇ ਬਾਰੇ ਸੋਚਦਾ ਰਿਹਾ ਸੀ, ਓਨਾ ਹੀ ਇੰਜ ਲੱਗਦਾ ਰਿਹਾ ਜਿਵੇਂ ਮੈਥੋਂ ਕੋਈ ਗੱਲ ਲੁਕਾਈ ਗਈ ਹੈ। ਕੀ ਗੱਲ ਹੋ ਸਕਦੀ ਹੈ? ਉਹ ਪੀਲੀ ਕਿਉਂ ਪੈ ਗਈ ਸੀ? ਆਖਰ ਮੰਨਣ ਤੋਂ ਪਹਿਲਾਂ ਉਦੋਂ ਤੱਕ ਹਰੇਕ ਗੱਲ ਤੋਂ ਇਨਕਾਰ ਕਿਉਂ ਕਰਦੀ ਰਹੀ ਸੀ, ਜਦੋਂ ਤੱਕ ਕਿ ਉਸ ਉੱਤੇ ਜ਼ਬਰਦਸਤੀ ਥੋਪ ਨਹੀਂ ਦਿੱਤੀ ਜਾਂਦੀ ਸੀ? ਉਸ ਸਰ ਚਾਰਲਸ ਦੀ ਮੌਤ ਦੇ ਸਮੇਂ ਬਾਰੇ ਇੰਨਾ ਚੁੱਪ ਰਹਿ ਕੇ ਉਹਨੂੰ ਟਾਲਣਾ ਕਿਉਂ ਚਾਹੁੰਦੀ ਸੀ? ਜ਼ਾਹਰ ਸੀ ਇਸ ਸਾਰੇ ਮਾਮਲੇ ਤੋਂ ਇੰਨੀ ਅਣਜਾਣ ਨਹੀਂ ਹੋ ਸਕਦੀ ਜਿੰਨਾ ਮੈਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਕਾਫੀ ਸੋਚ ਵਿਚਾਰ ਕਰਨ ਪਿੱਛੋਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਫਿਲਹਾਲ ਤਾਂ ਮੈਂ ਇਸ ਦਿਸ਼ਾ 'ਚ ਹੋਰ ਅੱਗੇ ਨਹੀਂ ਵੱਧ ਸਕਦਾ। ਸੋ ਹੁਣ ਮੈਨੂੰ ਆਪਣੀ ਦੂਜੀ ਕੜੀ ਯਾਨੀ ਉਸ ਅਜਨਬੀ ਦੀ ਭਾਲ ਕਰਨੀ ਚਾਹੀਦੀ ਹੈ, ਜਿਹੜਾ ਜੰਗਲ ਦੇ ਉਹਨਾਂ ਪਥਰੀਲੇ ਘਰਾਂ 'ਚ ਕਿਤੇ ਲੁਕਿਆ ਹੋਇਆ, ਜਿਹੜੇ ਕਦੀ ਪਹਿਲੇ ਪੱਥਰ ਯੁੱਗ ਦੇ ਮਨੁੱਖਾਂ ਦੀ ਰਿਹਾਇਸ਼ਗਾਹ ਰਹਿ ਚੁੱਕੇ ਸਨ। ਪਰ ਇਹ ਕੰਮ ਵੀ ਕੋਈ ਆਸਾਨ ਨਹੀਂ ਸੀ, ਕਿਉਂਕਿ ਬੱਗੀ 'ਚ ਵਾਪਸ ਪਰਤਦਿਆਂ ਹੋਇਆਂ ਮੈਂ ਮਹਿਸੂਸ ਕੀਤਾ ਕਿ ਉੱਥੇ ਤਾਂ ਕਈ ਪਹਾੜੀਆਂ ਅਜਿਹੀਆਂ ਸਨ ਜਿਨ੍ਹਾਂ ਉੱਪਰ ਉਸ ਪੁਰਾਣੇ ਜ਼ਮਾਨੇ ਦੇ ਲੋਕਾਂ ਦੀ ਰਿਹਾਇਸ਼ ਦੇ ਖੰਡਰ ਖਿਲਰੇ ਹੋਏ ਸਨ। ਬੈਰੀਮੋਰ ਨੇ ਤਾਂ ਸਿਰਫ ਇਹੋ ਇਸ਼ਾਰਾ ਦਿੱਤਾ ਸੀ ਕਿ ਉਹ ਅਜਨਬੀ ਇਹਨਾਂ ਉਜਾੜ ਪਥਰੀਲੇ ਘਰਾਂ ਵਿੱਚੋਂ ਕਿਸੇ ਵਿੱਚ ਰਹਿੰਦਾ ਹੈ, ਪਰ ਇਹ ਤਾਂ ਉਸ ਜੰਗਲ ਵਿੱਚ ਚਾਰੇ ਪਾਸੇ ਸੈਂਕੜੇ ਕੀ ਹਜ਼ਾਰਾਂ ਦੀ ਗਿਣਤੀ 'ਚ ਫੈਲੇ ਹੋਏ ਸਨ। ਪਰ ਮੇਰਾ ਆਪਣਾ ਅੰਦਾਜ਼ਾ ਹੀ ਮੇਰਾ ਰਾਹ ਦਸੇਰਾ ਸੀ, ਕਿਉਂਕਿ ਮੈਂ ਉਸ ਆਦਮੀ ਨੂੰ ਕਾਲੀ ਪਹਾੜੀ ਦੀ ਟੀਸੀ ਤੇ ਖੜਾ ਦੇਖ ਚੁੱਕਿਆ ਸੀ। ਇਸ ਲਈ ਮੈਂ ਉਸ ਜਗ੍ਹਾ ਨੂੰ ਆਪਣਾ ਕੇਂਦਰ ਸਥਾਨ ਬਣਾ ਕੇ ਉਹਦੀ ਭਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇੱਕ ਇੱਕ ਕਰਕੇ ਮੈਂ ਜੰਗਲ ਦੇ ਉਹਨਾਂ ਸਾਰੇ ਪਥਰੀਲੇ ਘਰਾਂ ਨੂੰ ਛਾਣ ਮਾਰਾਂਗਾ ਜਦੋਂ ਤੱਕ ਮੈਂ ਆਪਣੇ ਸ਼ਿਕਾਰ ਦਾ ਪਤਾ ਨਹੀਂ ਲਾ ਲੈਂਦਾ। ਇੱਕ ਵਾਰੀ ਉਹ ਅਜਨਬੀ ਮੇਰੇ ਹੱਥ ਆ ਗਿਆ ਤਾਂ ਫਿਰ ਮੈਂ ਖੁਦ ਉਹਦੇ ਮੂੰਹੋਂ ਹੀ ਸਾਰੀ ਸੱਚਾਈ ਉਗਲਵਾ ਲਵਾਂਗਾ ਕਿ ਉਹ ਕੌਣ ਹੈ, ਇੰਨੇ ਅਰਸੇ ਦਾ ਸਾਡੇ ਪਿੱਛੇ ਕਿਉਂ ਪਿਆ ਹੋਇਆ ਹੈ। ਲੋੜ ਪਈ ਤਾਂ ਆਪਣੇ ਰਿਵਾਲਵਰ ਦਾ ਇਸਤੇਮਾਲ ਕਰਨ ਤੋਂ ਵੀ ਨਹੀਂ ਝਿਜਕਾਂਗਾ। ਭਾਵੇਂ ਇੱਕ ਵਾਰੀ ਉਹ ਰੀਜੈਂਟ ਸਟਰੀਟ ਦੀ ਭੀੜ ਵਿੱਚ ਸਾਡੇ ਹੱਥੋਂ ਨਿਕਲ ਗਿਆ ਸੀ, ਪਰ ਇਸ ਜੰਗਲ ਦੇ ਵੀਰਾਨ ਇਲਾਕੇ ਵਿੱਚੋਂ ਮੇਰੇ ਹੱਥੋਂ ਨਹੀਂ ਨਿਕਲ ਕੇ ਜਾ ਸਕੇਗਾ। ਇਹਦੇ ਨਾਲ ਇਹ ਵੀ ਸੀ ਕਿ ਜੇ ਮੈਂ ਉਹਦੇ ਲੁਕਣ ਵਾਲੀ ਜਗ੍ਹਾ ਨੂੰ ਲੱਭ ਲਿਆ ਤੇ ਉਸ ਵੇਲੇ ਉੱਥੇ ਨਾ ਹੋਇਆ ਤਾਂ ਫੈਸਲਾ ਕੀਤਾ ਸੀ ਕਿ ਮੈਂ ਉੱਥੇ ਹੀ ਉਹਦੇ ਮੁੜਨ ਦੀ ਉਡੀਕ ਕਰਾਂਗਾ, ਭਾਵੇਂ ਉਹ ਕਿੰਨੀ ਦੇਰ ਬਾਅਦ ਕਿਉਂ ਨਾ ਆਏ। ਲੰਦਨ ਵਿੱਚ ਉਹ ਹੋਮਸ ਦੇ ਹੱਥੋਂ ਨਿਕਲ ਗਿਆ ਸੀ। ਜੇ ਮੈਂ ਉਹਨੂੰ ਫੜ ਲੈਂਦਾ ਤਾਂ ਇਹ ਮੇਰੇ ਲਈ ਵਾਕਈ ਮਾਣ ਵਾਲੀ ਗੱਲ ਹੋਏਗੀ। ਮੈਂ ਇਸ ਕੰਮ ਨੂੰ ਕਰਨ ਵਿੱਚ ਕਾਮਯਾਬ ਹੋ ਜਾਵਾਂਗਾ, ਜਿਹਨੂੰ ਕਰਨ 'ਚ ਮੇਰਾ ਗੁਰੂ ਨਾਕਾਮਯਾਬ ਰਿਹਾ ਸੀ। ਇਸ ਮੁਹਿੰਮ ਦੌਰਾਨ ਕਿਸਮਤ ਬਾਰ-ਬਾਰ ਸਾਡੇ ਖਿਲਾਫ ਰਹੀ ਸੀ, ਪਰ ਆਖਰਕਾਰ ਇਸ ਵਾਰ ਉਹ ਮੇਰੀ ਮਦਦ ਲਈ ਆਈ ਗਈ। ਖੁਸ਼ਕਿਸਮਤੀ ਦਾ ਸੁਨੇਹਾ ਰਸਾਇਣ ਦੀ ਹੋਰ ਕੋਈ ਨਹੀਂ, ਖੁਦ ਫਰੈਕਲੈਂਡ ਸੀ, ਜਿਹੜਾ ਆਪਣੀਆਂ ਲਾਪਰੀਆਂ ਮੁੱਛਾਂ ਵਾਲੇ ਲਾਲ ਚਿਹਰੇ ਸਮੇਤ ਆਪਣੇ ਬਗੀਚੇ ਦੇ ਦਰਵਾਜ਼ੇ ਤੇ ਖੜਾ ਸੀ। ਦਰਵਾਜ਼ਾ ਜਿਹੜਾ ਉਸ ਮੁੱਖ ਰਾਹ ਉੱਤੇ ਖੁੱਲ੍ਹਦਾ ਸੀ ਜਿਸ ਤੋਂ ਮੈਂ ਉਸ ਵੇਲੇ ਲੰਘ ਰਿਹਾ ਸੀ। ਨਮਸਕਾਰ ਡਾਕਟਰ ਵਾਟਸਨ, ਉਹ ਬੜੀ ਅਜੀਬ ਜਿਹੀ ਖੁਸ਼ ਮਿਜਾਜ਼ੀ ਨਾਲ ਬੋਲਿਆ। ਆਪਣੇ ਘੋੜਿਆਂ ਨੂੰ ਥੋੜ੍ਹਾ ਆਰਾਮ ਦਿਓ ਭਾਈ, ਆਓ ਮੇਰੇ ਨਾਲ ਵਾਈਨ ਦਾ ਇੱਕ ਗਲਾਸ ਪੀ ਕੇ ਮੈਨੂੰ ਵਧਾਈ ਦਿਓ। ਜਦੋਂ ਦਾ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਕਿ ਉਹਨੇ ਆਪਣੀ ਧੀ ਦੇ ਨਾਲ ਕੈਸਾ ਵਿਹਾਰ ਕੀਤਾ ਸੀ, ਉਦੋਂ ਦਾ ਮੇਰੇ ਦਿਲ 'ਚ ਉਸ ਲਈ ਕੋਈ ਖਾਸ ਦੋਸਤਾਨਾ ਭਾਵ ਨਹੀਂ ਸੀ ਰਿਹਾ। ਪਰ ਮੈਂ ਪਰਕਿੰਸ ਨੂੰ ਬੱਗੀ ਦੇ ਨਾਲ ਘਰ ਭੇਜਣਾ ਚਾਹੁੰਦਾ ਸੀ ਤੇ ਇਹ ਮੌਕਾ ਮੈਨੂੰ ਬਿਲਕੁਲ ਠੀਕ ਲੱਗਿਆ। ਮੈਂ ਹੇਠਾਂ ਉਤਰ ਆਇਆ ਤੇ ਸਰ ਹੈਨਰੀ ਦੇ ਲਈ ਸੁਨੇਹਾ ਭੇਜ ਦਿੱਤਾ ਕਿ ਘੁੰਮ ਫਿਰ ਕੇ ਡਿਨਰ ਦੇ ਟਾਈਮ ਤੱਕ ਪਹੁੰਚ ਜਾਵਾਂਗਾ। ਉਸ ਪਿੱਛੋਂ ਮੈਂ ਫਰੈਕਲੈਂਡ ਦੇ ਪਿੱਛੇ ਉਹਦੇ ਡਰਾਇੰਗ ਰੂਮ 'ਚ ਪਹੁੰਚਿਆ। ਅੱਜ ਦਾ ਦਿਨ ਤਾਂ ਮੇਰੇ ਲਈ ਬੜਾ ਵਧੀਆ ਰਿਹਾ ਭਰਾ। ਮੇਰੀ ਜ਼ਿੰਦਗੀ ਦੇ ਖੁਸ਼ੀਆਂ ਭਰੇ ਦਿਨਾਂ ਵਿੱਚੋਂ ਇੱਕ, ਉਹ ਖੁਸ਼ੀ ਨਾਲ ਚਹਿਕਦਾ ਹੋਇਆ ਬੋਲਿਆ। ਅੱਜ ਮੇਰੀ ਦੋਹਰੀ ਜਿੱਤ ਹੋਈ ਹੈ। ਮੈਂ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾ ਦਿੱਤਾ ਹੈ ਕਿ ਕਾਨੂੰਨ ਹੀ ਹੁੰਦਾ ਹੈ, ਤੇ ਇੱਥੇ ਇੱਕ ਅਜਿਹਾ ਆਦਮੀ ਵੀ ਹੈ ਜਿਹੜਾ ਉਹਨੂੰ ਲਾਗੂ ਕਰਾਏ ਬਿਨਾਂ ਨਹੀਂ ਟਲਦਾ। ਹੋਇਆ ਕੀ? ਮੈਂ ਪੁੱਛਿਆ। ਮੈਂ ਮਿਡਲਟਨ ਵਾਲਿਆਂ ਦੇ ਪਾਰਕ 'ਚੋਂ ਰਸਤਾ ਕੱਢ ਦਿੱਤਾ ਜਨਾਬ, ਠੀਕ ਵਿਚਾਲਿਓ, ਐਨ ਉਹਦੇ ਦਰਵਾਜ਼ੇ ਸਾਹਮਣਿਓਂ 100 ਗਜ਼ ਦਾ ਰਸਤਾ। ਕਹੋ ਕੈਸੀ ਰਹੀ? ਇਹਨਾਂ ਵੱਡੇ ਲੋਕਾਂ ਨੂੰ ਦੱਸ ਦਿੱਤਾ ਕਿ ਉਹ ਆਮ ਆਦਮੀ ਦੇ ਹੱਕ ਨੂੰ ਨਹੀਂ ਮਾਰ ਸਕਦੇ, ਉਸ 'ਤੇ ਕਬਜ਼ਾ ਨਹੀਂ ਕਰ ਸਕਦੇ। ਤੇ ਸੁਣੋ, ਮੈਂ ਉਸ ਜੰਗਲ ਨੂੰ ਬੰਦ ਕਰਵਾ ਦਿੱਤਾ ਜਿੱਥੇ ਉਹ ਫਰਨ ਵਰਦੀ ਵਾਲੇ ਆਪਣੀ ਪਿਕਨਿਕ ਮਨਾਉਂਦੇ ਹੁੰਦੇ ਸੀ। ਉਹ ਬੇਹੂਦਾ ਲੋਕ ਤਾਂ ਇਹ ਸਮਝਦੇ ਸੀ ਕਿ ਜਿਵੇਂ ਉਹ ਜੰਗਲ ਉਹਨਾਂ ਦੇ ਪਿਓ ਦੀ ਜਾਇਦਾਦ ਹੈ ਤੇ ਉਹ ਉਹਦਾ ਜਿਵੇਂ ਚਾਹੁਣ ਇਸਤੇਮਾਲ ਕਰਦੇ ਹੋਏ ਆਪਣੀਆਂ ਬੋਤਲਾਂ ਤੇ ਕਾਗਜ਼ਾਂ ਦਾ ਕੂੜਾ ਖਿਲਾਰ ਸਕਦੇ ਨੇ।
ਅੱਜ ਦੋਵਾਂ ਮੁਕੱਦਮਿਆਂ ਦਾ ਹੀ ਫੈਸਲਾ ਹੋ ਗਿਆ ਡਾਕਟਰ ਵਾਟਸਨ, ਤੇ ਦੋਵੇਂ ਮੇਰੇ ਹੱਕ 'ਚ ਹੋਏ। ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਧ ਖੁਸ਼ੀ ਵਾਲਾ ਦਿਨ ਹੈ। ਪਰ ਤੁਸੀਂ ਇਹ ਕਮਾਲ ਕਿੰਝ ਦਿਖਾਇਆ? ਕਿਤਾਬਾਂ ਦੀ ਮਦਦ ਨਾਲ ਜਨਾਬ, ਕਾਨੂੰਨ ਦੀਆਂ ਕਿਤਾਬਾਂ ਦੀ ਮਦਦ ਨਾਲ। ਪੜ੍ਹਨ ਦਾ ਬੜਾ ਫਾਇਦਾ ਹੁੰਦਾ ਹੈ। ਇਸ 'ਚ ਮੇਰੇ 200 ਪਾਉਂਡ ਤਾਂ ਖਰਚ ਹੋ ਗਏ, ਪਰ ਫੈਸਲਾ ਵੀ ਤਾਂ ਮੇਰੇ ਹੱਕ 'ਚ ਹੀ ਹੋਇਆ। ਪਰ ਇਸ 'ਚ ਤੁਹਾਡਾ ਆਪਣਾ ਕੀ ਫਾਇਦਾ ਹੋਇਆ? ਕੁਛ ਵੀ ਨਹੀਂ ਜਨਾਬ, ਕੋਈ ਵੀ ਨਹੀਂ। ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾ ਕਿ ਇਸ ਮਾਮਲੇ 'ਚ ਮੇਰਾ ਆਪਣਾ ਕੋਈ ਲਾਲਚ ਨਹੀਂ ਸੀ। ਇਹ ਸਭ ਮੈਂ ਜਨਤਾ ਦੇ ਪ੍ਰਤੀ ਆਪਣਾ ਫਰਜ਼ ਸਮਝ ਕੇ ਕੀਤਾ। ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਰਾਤ ਫਰਨ ਵਰਦੀ ਵਾਲੇ ਮੇਰਾ ਪੁਤਲਾ ਜ਼ਰੂਰ ਸਾੜਨਗੇ। ਪਿਛਲੀ ਵਾਰ ਮੈਂ ਪੁਲਿਸ 'ਚ ਰਿਪੋਰਟ ਕਰ ਦਿੱਤੀ ਸੀ ਕਿ ਉਹਨਾਂ ਦੇ ਅਜਿਹੇ ਬੇਹੂਦਾ ਪ੍ਰਦਰਸ਼ਨ 'ਤੇ ਰੋਕ ਲੱਗਣੀ ਚਾਹੀਦੀ ਹੈ। ਪਰ ਇਸ ਇਲਾਕੇ ਦੀ ਪੁਲਿਸ ਵੀ ਤਾਂ ਬਦਮਾਸ਼ ਹੈ ਜਨਾਬ। ਇਹਨਾਂ ਲੋਕਾਂ ਨੇ ਮੈਨੂੰ ਉਹ ਸੁਰੱਖਿਆ ਹੀ ਨਹੀਂ ਦਿੱਤੀ ਜਿਹਦਾ ਮੈਂ ਹੱਕਦਾਰ ਹਾਂ। ਇਹ ਮਾਮਲਾ ਵੀ ਬੜੀ ਛੇਤੀ ਲੋਕਾਂ ਦੇ ਸਾਹਮਣੇ ਆ ਜਾਏਗਾ, ਕਿਉਂਕਿ ਹੁਣ ਮੈਂ ਸਰਕਾਰ 'ਤੇ ਕੇਸ ਠੋਕਣ ਜਾ ਰਿਹਾ। ਮੈਂ ਤਾਂ ਪਹਿਲਾਂ ਹੀ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ ਸੀ ਵੀ ਬੜੀ ਛੇਤੀ ਅਜਿਹਾ ਮੌਕਾ ਆਏਗਾ ਕਿ ਉਹਨਾਂ ਨੂੰ ਮੇਰੇ ਨਾਲ ਕੀਤੇ ਵਿਹਾਰ 'ਤੇ ਅਫਸੋਸ ਹੋਏਗਾ, ਅਤੇ ਮੇਰੀ ਗੱਲ ਉਸ ਤੋਂ ਪਹਿਲਾਂ ਹੀ ਸੱਚ ਹੋ ਗਈ। ਉਹ ਕਿਵੇਂ? ਮੈਂ ਪੁੱਛਿਆ। ਬੁੱਢੇ ਦੇ ਚਿਹਰੇ 'ਤੇ ਅਜਿਹੇ ਭਾਵ ਆਏ ਜਿਵੇਂ ਕੋਈ ਬਹੁਤ ਵੱਡਾ ਰਹੱਸ ਜਾਣਦਾ ਹੋਵੇ। ਉਹ ਇਉਂ ਕਿ ਮੈਂ ਉਹਨਾਂ ਨੂੰ ਇੱਕ ਅਜਿਹੀ ਗੱਲ ਦੱਸ ਸਕਦਾ ਹਾਂ ਜਿਹਨੂੰ ਜਾਣਨ ਲਈ ਉਹ ਮਰਦੇ ਫਿਰ ਰਹੇ ਨੇ। ਪਰ ਮੈਂ ਨਹੀਂ ਦੱਸਾਂਗਾ। ਤੇ ਕਿਉਂ ਦੱਸਾਂ? ਦੱਸ ਕੇ ਕਿਉਂ ਮਦਦ ਕਰਾਂ ਮੈਂ ਉਹਨਾਂ ਹਰਾਮੀਆਂ ਦੀ? ਮੇਰਾ ਕੀ ਭਲਾ ਕੀਤਾ ਉਹਨਾਂ ਸਾਲਿਆਂ ਨੇ ਕਦੇ? ਹੁਣ ਤੱਕ ਮੈਂ ਕਿਸੇ ਅਜਿਹੇ ਬਹਾਨੇ ਦੀ ਟੂਹ 'ਚ ਇੱਧਰ ਉੱਧਰ ਦੇਖ ਰਿਹਾ ਸੀ ਤਾਂ ਕਿ ਉਹਦੀ ਬਕਵਾਸ ਸੁਣਨ ਤੋਂ ਬਚਿਆ ਜਾ ਸਕੇ। ਪਰ ਹੁਣ ਅਚਾਨਕ ਹੀ ਮੇਰੇ ਮਨ 'ਚ ਵੱਧ ਤੋਂ ਵੱਧ ਸੁਣਨ ਦੀ ਇੱਛਾ ਪੈਦਾ ਹੋ ਗਈ ਸੀ। ਇੱਕ ਦੋ ਮੁਲਾਕਾਤਾਂ ਵਿੱਚ ਹੀ ਮੈਂ ਉਸ ਬੁੱਢੇ ਬਦਮਾਸ਼ ਦੇ ਵਿਰੋਧਾਭਾਸੀ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ। ਸਮਝ ਗਿਆ ਸੀ ਕਿਸੇ ਵੀ ਮਾਮਲੇ 'ਚ ਵਧੇਰੇ ਦਿਲਚਸਪੀ ਦਿਖਾਉਣ ਦਾ ਸਿੱਧਾ ਸਾਦਾ ਮਤਲਬ ਹੈ ਕਿ ਉਹ ਆਪਣੀ ਗੱਲ ਦੇ ਮਹੱਤਵ ਨੂੰ ਸਮਝ ਕੇ ਯਕਦਮ ਚੁਕੰਨਾ ਹੋ ਕੇ ਚੁੱਪ ਹੋ ਜਾਏਗਾ। ਕੋਈ ਚੋਰੀ ਚਕਾਰੀ ਦਾ ਮਾਮਲਾ ਹੈ ਕਿ? ਮੈਂ ਲਾਪਰਵਾਹੀ ਨਾਲ ਸਰਸਰੀ ਤੌਰ 'ਤੇ ਪੁੱਛਿਆ। ਹਾ ਬੱਚੇ, ਇਹ ਉਸ ਨਾਲੋਂ ਕਿਤੇ ਵੱਡੀ ਅਹਿਮੀਅਤ ਵਾਲਾ ਮਾਮਲਾ ਹੈ। ਕੀ ਤੁਹਾਨੂੰ ਪਤਾ ਹੈ ਕਿ ਉਹ ਫਰਾਰ ਕੈਦੀ ਜੰਗਲ 'ਚ ਮੌਜੂਦ ਹੈ? ਮੈਂ ਤਰਪ ਗਿਆ। ਤੁਸੀਂ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਕਿ ਤੁਹਾਨੂੰ ਪਤਾ ਹੈ ਕਿ ਉਹ ਕਿੱਥੇ ਹੈ? ਮੈਂ ਹੈਰਾਨੀ ਨਾਲ ਪੁੱਛਿਆ। ਮੈਨੂੰ ਭਾਵੇਂ ਇਹ ਪਤਾ ਨਾ ਹੋਏ ਕਿ ਉਹ ਇਸ ਵੇਲੇ ਕਿੱਥੇ ਹੈ, ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਉਹਨੂੰ ਫੜਨ 'ਚ ਪੁਲਿਸ ਦੀ ਮਦਦ ਜ਼ਰੂਰ ਕਰ ਸਕਦਾ। ਕੀ ਤੁਹਾਡੇ ਦਿਮਾਗ 'ਚ ਕਦੇ ਇਹ ਗੱਲ ਆਈ ਹੈ ਕਿ ਉਸ ਆਦਮੀ ਨੂੰ ਫੜਨ ਦਾ ਇੱਕ ਬੜਾ ਹੀ ਆਸਾਨ ਜਿਹਾ ਰਸਤਾ ਹੈ? ਕਿਹੜਾ? ਇਹੀ ਕਿ ਉਹਨੂੰ ਖਾਣਾ ਕਿੱਥੋਂ ਮਿਲਦਾ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸਿੱਧਾ ਉਸ ਤੱਕ ਪਹੁੰਚਿਆ ਜਾ ਸਕਦਾ ਹੈ। ਉਹਨੂੰ ਸੱਚ ਦੇ ਨੇੜੇ ਪਹੁੰਚਦਾ ਵੇਖ ਕੇ ਮੈਂ ਕੁਝ ਬੇਚੈਨੀ ਜਿਹੀ ਮਹਿਸੂਸ ਕਰਨ ਲੱਗਾ। ਇਸ 'ਚ ਤਾਂ ਕੋਈ ਸ਼ੱਕ ਨਹੀਂ ਕਿ ਤੁਸੀਂ ਬੜੇ ਪਤੇ ਦੀ ਗੱਲ ਕਹੀ ਹੈ। ਮੈਂ ਸ਼ਾਂਤ ਸੁਰ 'ਚ ਕਿਹਾ ਅਤੇ ਫਿਰ ਪੁੱਛਿਆ, ਪਰ ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ ਕਿ ਉਹ ਜੰਗਲ 'ਚ ਹੀ ਕਿਤੇ ਲੁਕਿਆ ਹੋਇਆ? ਮੈਨੂੰ ਇਉਂ ਪਤਾ ਲੱਗਿਆ ਕਿ ਉਹਦਾ ਖਾਣਾ ਲੈ ਜਾਣ ਵਾਲੇ ਨੂੰ ਮੈਂ ਖੁਦ ਆਪਣੀਆਂ ਇਹਨਾਂ ਅੱਖਾਂ ਨਾਲ ਖਾਣਾ ਲੈ ਜਾਂਦਿਆਂ ਹੋਇਆਂ ਦੇਖਿਆ। ਮੇਰਾ ਦਿਲ ਡੁੱਬਣ ਲੱਗਾ ਬੈਰੀਮੋਰ ਬਾਰੇ ਸੋਚ ਕੇ। ਦੂਜਿਆਂ ਦੇ ਫੱਟੇ 'ਚ ਲੱਤ ਅੜਾਉਣ ਵਾਲੇ ਇਸ ਘਿਰਨਤ ਬੰਦੇ ਦੀ ਜਕੜ 'ਚ ਫਸਣਾ ਇੱਕ ਬੜੀ ਦੁਖਦਾਈ ਗੱਲ ਸੀ। ਪਰ ਉਹਦੀ ਅਗਲੀ ਗੱਲ ਨੇ ਮੇਰੇ ਦਿਲ ਦੇ ਭਾਰ ਨੂੰ ਹੌਲਾ ਕਰਤਾ। ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਏਗੀ ਕਿ ਉਹਦਾ ਖਾਣਾ ਇੱਕ ਚੋਰ ਲੈ ਕੇ ਜਾਂਦਾ ਹੈ। ਉਹ ਆਪਣੀ ਧੁਨ 'ਚ ਕਹਿ ਰਿਹਾ ਸੀ। ਮੈਂ ਰੋਜ਼ ਉਹਨੂੰ ਆਪਣੀ ਛੱਤ 'ਤੇ ਰੱਖੇ ਟੈਲੀਸਕੋਪ ਦੇ ਜ਼ਰੀਏ ਜਾਂਦਾ ਹੋਇਆ ਦੇਖਦਾ। ਉਹ ਰੋਜ਼ ਇੱਕੋ ਰਸਤੇ ਤੋਂ ਇੱਕੋ ਟਾਈਮ 'ਤੇ ਲੰਘਦਾ ਹੈ। ਹੁਣ ਜ਼ਰਾ ਖੋਪੜੀ 'ਤੇ ਜ਼ੋਰ ਦੇ ਕੇ ਸੋਚੋ ਕਿ ਜੇ ਉਹ ਉਸ ਭਗੌੜੇ ਕੈਦੀ ਲਈ ਖਾਣਾ ਨਹੀਂ ਲੈ ਜਾਂਦਾ ਤਾਂ ਫਿਰ ਕਿਹਦੇ ਲਈ ਲੈ ਕੇ ਜਾਂਦਾ? ਇਹ ਤਾਂ ਵਾਕਈ ਕਿਸਮਤ ਨਾਲ ਸੁਨਹਿਰੀ ਮੌਕਾ ਹੱਥ ਆ ਗਿਆ ਸੀ। ਮੈਂ ਆਪਣੀ ਉਤਸੁਕਤਾ ਦੇ ਕਿਸੇ ਵੀ ਭਾਵ ਨੂੰ ਆਪਣੇ ਚਿਹਰੇ 'ਤੇ ਨਹੀਂ ਆਉਣ ਦਿੱਤਾ। ਫਿਰ ਵੀ ਮੇਰੇ ਦਿਮਾਗ 'ਚ ਇੱਕੋ ਸਮੇਂ ਕਈ ਵਿਚਾਰ ਉਛਲ ਰਹੇ ਸਨ। ਇੱਕ ਚੋਰ? ਬੈਰੀਮੋਰ ਨੇ ਵੀ ਦੱਸਿਆ ਸੀ ਕਿ ਕੋਈ ਮੁੰਡਾ ਸਾਡੇ ਉਹ ਅਜਨਬੀ ਨੂੰ ਰਸਦ ਲੈ ਜਾ ਕੇ ਦਿੰਦਾ ਹੈ। ਫਰੈਂਕਲੈਂਡ ਵੀ ਸਬੱਬ ਨਾਲ ਉਹ ਭਗੌੜੇ ਕੈਦੀ ਦੀ ਨਹੀਂ ਬਲਕਿ ਉਸ ਅਜਨਬੀ ਦੀ ਹੀ ਨਿਸ਼ਾਨਦੇਹੀ ਦਾ ਜ਼ਿਕਰ ਕਰ ਰਿਹਾ ਸੀ। ਜੇ ਇਸ ਤੋਂ ਕੁਝ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ ਤਾਂ ਸ਼ਾਇਦ ਮੈਂ ਇੱਕ ਲੰਮੀ ਥਕਾ ਦੇਣ ਵਾਲੀ ਭਾਲ ਤੋਂ ਬਚ ਜਾਵਾਂ। ਪਰ ਇਸ ਮਾਮਲੇ 'ਚ ਪੱਕੇ ਤੌਰ 'ਤੇ ਅਵਿਸ਼ਵਾਸ ਤੇ ਵਿਰੋਧ ਦੇ ਭਾਵ ਦਰਸਾਉਣਾ ਹੀ ਮੇਰੇ ਲਈ ਹੁਕਮ ਦਾ ਯੱਕਾ ਸਾਬਤ ਹੋ ਸਕਦਾ ਸੀ। ਮੈਂ ਤਾਂ ਸਮਝਦਾ ਉਹ ਜੰਗਲ ਦੇ ਕਿਸੇ ਚਰਵਾਹੇ ਦਾ ਮੁੰਡਾ ਹੋਏਗਾ ਜਿਹੜਾ ਆਪਣੇ ਪਿਓ ਲਈ ਖਾਣਾ ਲੈ ਕੇ ਜਾਂਦਾ ਹੋਏਗਾ। ਆਪਣੀ ਗੱਲ ਮਨਵਾਉਣ ਵਾਲੇ ਆਦਮੀ ਲਈ ਅਸਹਿਮਤੀ ਦਾ ਇੱਕੋ ਬੋਲ ਉਹਨੂੰ ਭੜਕਾਉਣ ਲਈ ਕਾਫੀ ਹੁੰਦਾ ਹੈ। ਉਹ ਬੁੱਢਾ ਆਦਮੀ ਵੀ ਕੁਝ ਅਜਿਹੇ ਤਾਨਾਸ਼ਾਹੀ ਸੁਭਾਅ ਦਾ ਸੀ। ਮੇਰੀ ਗੱਲ ਸੁਣ ਕੇ ਇੰਝ ਭੜਕਿਆ ਜਿਵੇਂ ਅੱਗ 'ਚ ਘਿਓ ਪਾਤਾ ਹੋਵੇ। ਉਹਨੇ ਮੇਰੇ ਵੱਲ ਬੜੀਆਂ ਨਫ਼ਰਤਮਈ ਨਜ਼ਰਾਂ ਨਾਲ ਦੇਖਿਆ ਤੇ ਉਹਦੀਆਂ ਲਾਪਰੀਆਂ ਮੁੱਛਾਂ ਕਿਸੇ ਹਿਰਖੇ ਹੋਏ ਜੰਗਲੀ ਬਿੱਲੇ ਵਾਂਗ ਕੰਬਣ ਲੱਗੀਆਂ। ਆਪਣੀ ਸਮਝ 'ਚ ਤਾਂ ਤੁਸੀਂ ਸ਼ਾਇਦ ਬੜੀ ਵੱਡੀ ਗੱਲ ਆਖੀ। ਉਹ ਬਾਹਰ ਫੈਲੇ ਜੰਗਲ ਵੱਲ ਇਸ਼ਾਰਾ ਕਰਦਾ ਬੋਲਿਆ। ਉਹ ਸਾਹਮਣੇ ਵਾਲੀ ਕਾਲੀ ਪਹਾੜੀ ਨਜ਼ਰ ਆ ਰਹੀ ਹੈ ਨਾ ਤੁਹਾਨੂੰ? ਉਹਦੇ ਕੋਨੇ 'ਤੇ ਜਿਹੜੀ ਇੱਕ ਕੰਡੇਦਾਰ ਝਾੜੀ ਹੈ,
ਉਹਦੇ ਨਾਲ ਹੀ ਉਹ ਹੇਠਲੀ ਟੀਸੀ ਵੀ ਨਜ਼ਰ ਆ ਰਹੀ ਹੋਏਗੀ ਤੁਹਾਨੂੰ। ਉਹ ਟੀਸੀ ਤੇ ਉਹਦੇ ਆਸੇ-ਪਾਸੇ ਦਾ ਇਲਾਕਾ ਬਿਲਕੁਲ ਚਟਾਨੀ ਤੇ ਪਥਰੀਲਾ ਹੈ। ਉੱਥੇ ਘਾਹ ਦਾ ਕੋਈ ਤਿਣਕਾ ਬੜੀ ਮੁਸ਼ਕਿਲ ਨਾਲ ਨਜ਼ਰ ਆਉਂਦਾ ਹੈ। ਅਜਿਹੀ ਥਾਂ ਕੋਈ ਚਰਵਾਹਾ ਕੀ ਆਪਣੀ ਐਸੀ ਤੈਸੀ ਕਰਵਾਉਣ ਲਈ ਰਹੇਗਾ? ਤੁਸੀਂ ਤਾਂ ਯਾਰ ਇੱਕ ਅਜਿਹੀ ਬੇਵਕੂਫਾਨਾ ਗੱਲ ਕਹੀਏ ਕਿ ਬਸ ਕੀ ਆਖਾਂ। ਮੈਂ ਦੱਬਵੀਂ ਜਿਹੀ ਜ਼ੁਬਾਨ ਨਾਲ ਕਿਹਾ ਕਿ ਮੈਂ ਤਾਂ ਸਾਰੀ ਗੱਲ ਨੂੰ ਜਾਣੇ ਸਮਝੇ ਬਿਨਾਂ ਐਵੇਂ ਹੀ ਕਹਿ ਤਾ। ਮੈਨੂੰ ਦਬਦਾ ਦੇਖ ਕੇ ਉਹਨੂੰ ਬੜੀ ਖੁਸ਼ੀ ਹੋਈ ਤੇ ਉਹ ਹੋਰ ਵੀ ਵੱਧ ਉਤਸ਼ਾਹ ਤੇ ਆਤਮ ਵਿਸ਼ਵਾਸ ਨਾਲ ਬੋਲਣ ਲੱਗਾ। ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਜਦੋਂ ਤੱਕ ਮੇਰੇ ਹੱਥ ਕੋਈ ਠੋਸ ਜਾਣਕਾਰੀ ਨਹੀਂ ਆ ਜਾਂਦੀ ਉਦੋਂ ਤੱਕ ਮੈਂ ਕਿਸੇ ਵੀ ਮਾਮਲੇ ਬਾਰੇ ਆਪਣੀ ਕੋਈ ਰਾਏ ਕਾਇਮ ਨਹੀਂ ਕਰਦਾ। ਮੈਂ ਇੱਕ ਵਾਰ ਨਹੀਂ ਕਈ ਵਾਰ ਉਸ ਮੁੰਡੇ ਨੂੰ ਸਮਾਨ ਲੈ ਕੇ ਜਾਂਦਿਆਂ ਦੇਖਿਆ ਹੈ, ਰੋਜ਼ਾਨਾ, ਤੇ ਕਦੀ-ਕਦੀ ਦਿਨ 'ਚ 2 ਵਾਰੀ ਵੀ। ਇਉਂ ਵੀ ਹੋਇਆ। ਪਰ ਰੁਕੋ ਇੱਕ ਮਿੰਟ ਡਾਕਟਰ ਵਾਟਸਨ, ਕੀ ਮੇਰੀਆਂ ਅੱਖਾਂ ਮੈਨੂੰ ਧੋਖਾ ਦੇ ਰਹੀਆਂ ਨੇ ਜਾਂ ਵਾਕਈ ਉਸ ਪਹਾੜੀ 'ਤੇ ਕੋਈ ਚੀਜ਼ ਘੁੰਮ ਰਹੀ ਹੈ? ਹਾਲਾਂਕਿ ਉਹ ਕਈ ਮੀਲ ਦੂਰ ਦਾ ਦ੍ਰਿਸ਼ ਸੀ, ਪਰ ਫਿਰ ਵੀ ਮੈਨੂੰ ਪਹਾੜੀ ਦੇ ਹਲਕੇ ਤੇ ਮਟਮੈਲੇ ਜਿਹੇ ਹਰੇ ਰੰਗ 'ਚ ਇੱਕ ਕਾਲਾ ਜਿਹਾ ਬਿੰਦੂ ਹਰਕਤ ਕਰਦਾ ਹੋਇਆ ਸਪਸ਼ਟ ਦਿਖਾਈ ਦੇ ਰਿਹਾ ਸੀ। ਆਓ ਆਓ ਮੇਰੇ ਨਾਲ, ਫ੍ਰੈਂਕਲੈਂਡ ਪੌੜੀਆਂ ਵੱਲ ਨੱਸਦਾ ਹੋਇਆ ਕੂਕਿਆ। ਤੁਸੀਂ ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖਣਾ ਤੇ ਉਸ ਤੋਂ ਬਾਅਦ ਫੈਸਲਾ ਕਰਨਾ। ਟੈਲੀਸਕੋਪ ਇੱਕ ਵੱਡਾ ਸਾਰਾ ਯੰਤਰ ਸੀ ਜਿਹੜਾ ਆਪਣੀਆਂ 3 ਲੱਤਾਂ ਉੱਤੇ ਛੱਤ ਦੇ ਇੱਕ ਸਮਤਲ ਹਿੱਸੇ ਉੱਪਰ ਰੱਖਿਆ ਹੋਇਆ ਸੀ। ਫ੍ਰੈਂਕਲੈਂਡ ਨੇ ਉਸ ਨਾਲ ਆਪਣੀ ਇੱਕ ਅੱਖ ਲਾਈ ਤੇ ਫਿਰ ਇੱਕ ਜ਼ਬਰਦਸਤ ਸੰਤੁਸ਼ਟੀ ਨਾਲ ਹੁੰਗਰ ਜੀ ਮਾਰੀ। ਜਲਦੀ ਆਓ ਡਾਕਟਰ ਵਾਟਸਨ, ਜਲਦੀ, ਵਰਨਾ ਉਹ ਪਹਾੜੀਆਂ 'ਚ ਗਵਾਚ ਜਾਏਗਾ। ਹਾਂ, ਉਹ ਪੱਕੇ ਤੌਰ 'ਤੇ ਉੱਥੇ ਸੀ। ਇੱਕ ਨਿੱਕਾ ਜਿਹਾ ਮੁੰਡਾ, ਉਹਨੇ ਮੋਢੇ ਉੱਤੇ ਇੱਕ ਛੋਟਾ ਜਿਹਾ ਬੰਡਲ ਚੁੱਕਿਆ ਹੋਇਆ ਸੀ ਤੇ ਹੌਲੀ-ਹੌਲੀ ਪਹਾੜੀ ਉੱਪਰ ਚੜ੍ਹ ਰਿਹਾ ਸੀ। ਜਦੋਂ ਟੀਸੀ 'ਤੇ ਪਹੁੰਚਿਆ ਤਾਂ ਥੋੜ੍ਹੀ ਦੇਰ ਲਈ ਮੈਨੂੰ ਸਪਸ਼ਟ ਨੀਲੇ ਅਸਮਾਨ ਦੇ ਪਰਦੇ ਦੇ ਸਾਹਮਣੇ ਪਾਟੇ ਪੁਰਾਣੇ ਕੱਪੜਿਆਂ ਵਿੱਚ ਲਿਪਟੀ ਹੋਈ ਇੱਕ ਭੱਦੀ ਜਿਹੀ ਆਕ੍ਰਿਤੀ ਦਿਖਾਈ ਦਿੱਤੀ। ਉਹ ਚੋਰ ਨਜ਼ਰਾਂ ਨਾਲ ਬੜੀ ਸਾਵਧਾਨੀ ਨਾਲ ਆਲੇ-ਦੁਆਲੇ ਵੇਖ ਰਿਹਾ ਸੀ, ਜਿਵੇਂ ਉਹਨੂੰ ਆਪਣਾ ਪਿੱਛਾ ਕੀਤੇ ਜਾਣ ਦਾ ਡਰ ਹੋਏ। ਤੇ ਫਿਰ ਉਹ ਪਹਾੜੀ ਦੇ ਪਾਰ ਉਤਰ ਕੇ ਗਾਇਬ ਹੋ ਗਿਆ। ਦੱਸੋ ਹੁਣ ਮੈਂ ਸਹੀ ਹਾਂ ਜਾਂ ਨਹੀਂ? ਬਿਲਕੁਲ ਸਹੀ ਹੋ। ਵਾਕਈ ਇੱਕ ਮੁੰਡਾ ਬੜਾ ਲੁਕਦਾ ਛਿਪਦਾ ਜਿਹਾ ਕੁਝ ਸਮਾਨ ਲੈ ਕੇ ਜਾ ਰਿਹਾ। ਤੇ ਉਹ ਲੁਕਦਾ ਛਿਪਦਾ ਜਿਹਾ ਸਮਾਨ ਲੈ ਕੇ ਕਿੱਥੇ ਜਾ ਰਿਹਾ? ਇਹ ਗੱਲ ਤਾਂ ਕੋਈ ਬੇਵਕੂਫ ਤੋਂ ਬੇਵਕੂਫ ਪੁਲਿਸ ਵਾਲਾ ਵੀ ਬੜੇ ਆਰਾਮ ਨਾਲ ਸਮਝ ਸਕਦਾ। ਪਰ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਦੱਸਣ ਲੱਗਾ ਤੇ ਤੁਹਾਨੂੰ ਵੀ ਸਹੁੰ ਹੈ ਡਾਕਟਰ ਵਾਟਸਨ, ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸਣਾ, ਇੱਕ ਲਫ਼ਜ਼ ਵੀ ਨਹੀਂ, ਸਮਝ ਗਏ ਨਾ? ਜਿਵੇਂ ਤੁਸੀਂ ਆਖੋ। ਉਹ ਲੋਕ ਮੇਰੇ ਨਾਲ ਬੜੀ ਬਦਤਮੀਜ਼ੀ ਨਾਲ ਪੇਸ਼ ਆਏ ਸੀ, ਬੜੀ ਹੀ ਬਦਤਮੀਜ਼ੀ ਨਾਲ। ਜਦੋਂ ਮੈਂ ਉਹਨਾਂ ਦੇ ਖਿਲਾਫ ਮੁਕੱਦਮਾ ਦਾਇਰ ਕਰਾਂਗਾ ਤਾਂ ਸਾਰੀਆਂ ਗੱਲਾਂ ਖੁੱਲ੍ਹ ਕੇ ਸਾਹਮਣੇ ਆ ਜਾਣਗੀਆਂ। ਫਿਰ ਦੇਖਣਾ ਸਾਰੇ ਇਲਾਕੇ 'ਚ ਉਹਨਾਂ ਦੇ ਖਿਲਾਫ ਕਿਹੀ ਗੁੱਸੇ ਦੀ ਲਹਿਰ ਫੈਲਦੀ ਹੈ। ਭਾਵੇਂ ਕੁਝ ਹੋ ਜਾਏ, ਪਰ ਕੋਈ ਮੈਨੂੰ ਪੁਲਿਸ ਦੀ ਮਦਦ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਆਖਰ ਉਹਨਾਂ ਲੋਕਾਂ ਨੇ ਮੇਰੇ ਲਈ ਕੀਤਾ ਹੀ ਕੀ ਹੈ? ਇਹਨਾਂ ਹਰਾਮਜ਼ਾਦਿਆਂ ਦਾ ਵਸ ਚੱਲਦਾ ਤਾਂ ਮੇਰੇ ਪੁਤਲੇ ਦੀ ਜਗ੍ਹਾ ਮੈਨੂੰ ਹੀ ਜਿਉਂਦਾ ਸਾੜ ਦਿੰਦੇ। ਮੈਂ ਹੁਣ ਇੱਥੋਂ ਖਿਸਕਣਾ ਚਾਹੁੰਦਾ ਸੀ। ਤੁਸੀਂ ਕਿਤੇ ਹੁਣੇ ਇੱਥੋਂ ਜਾਣ ਬਾਰੇ ਤਾਂ ਨਹੀਂ ਸੋਚ ਰਹੇ? ਮੇਰੇ ਇਰਾਦੇ ਨੂੰ ਤਾੜਦਿਆਂ ਹੋਇਆਂ ਉਹਨੇ ਕਿਹਾ। ਅਜੇ ਤਾਂ ਦੋਵੇਂ ਰਲ ਕੇ ਬੋਤਲ ਖਾਲੀ ਕਰਾਂਗੇ ਤੇ ਅੱਜ ਦੇ ਦਿਨ ਦਾ ਜਸ਼ਨ ਮਨਾਵਾਂਗੇ। ਮੈਂ ਨਾ ਸਿਰਫ ਬੜੀ ਨਿਮਰਤਾ ਨਾਲ ਉਹਦੀ ਇਸ ਦਾਅਵਤ ਤੋਂ ਇਨਕਾਰ ਕੀਤਾ, ਬਲਕਿ ਬੜੀ ਮੁਸ਼ਕਿਲ ਨਾਲ ਉਹਦੇ ਇਸ ਇਰਾਦੇ ਨੂੰ ਬਦਲਣ 'ਚ ਕਾਮਯਾਬ ਹੋਇਆ ਕਿ ਉਹ ਮੈਨੂੰ ਘਰ ਤੱਕ ਛੱਡ ਕੇ ਆਏਗਾ। ਜਦੋਂ ਤੱਕ ਉਹ ਮੈਨੂੰ ਦੇਖਦਾ ਰਿਹਾ ਉਦੋਂ ਤੱਕ ਮੈਂ ਸੜਕ ਉੱਤੇ ਹੀ ਤੁਰਦਾ ਰਿਹਾ, ਪਰ ਉਹਦੀ ਨਜ਼ਰ ਹਟਦੇ ਹੀ ਮੈਂ ਜੰਗਲ 'ਚ ਵੜ ਕੇ ਉਸ ਚੱਟਾਨੀ ਪਹਾੜੀ ਵੱਲ ਤੁਰ ਪਿਆ ਜਿਸ ਉੱਤੇ ਮੁੰਡਾ ਗਾਇਬ ਹੋਇਆ ਸੀ। ਉਸ ਵੇਲੇ ਸਾਰੇ ਹਾਲਾਤ ਮੇਰੇ ਪੱਖ 'ਚ ਕੰਮ ਕਰ ਰਹੇ ਸਨ। ਮੈਂ ਮਨ ਹੀ ਮਨ ਫੈਸਲਾ ਕੀਤਾ ਕਿ ਕਿਸਮਤ ਨੇ ਮੈਨੂੰ ਅੱਜ ਜਿਹੜਾ ਇਹ ਸੁਨਹਿਰੀ ਮੌਕਾ ਦਿੱਤਾ ਹੈ, ਇਹਨੂੰ ਹੁਣ ਕਿਸੇ ਵੀ ਹਾਲਤ 'ਚ ਮੈਨੂੰ ਖੁੰਝਾਉਣਾ ਨਹੀਂ ਚਾਹੀਦਾ। ਆਪਣੇ ਨਿਸ਼ਾਨੇ ਦੀ ਪ੍ਰਾਪਤੀ ਤੱਕ ਮੈਂ ਆਪਣੀ ਦ੍ਰਿੜਤਾ ਸ਼ਕਤੀ 'ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿਆਂਗਾ। ਜਦੋਂ ਤੱਕ ਮੈਂ ਉਸ ਪਹਾੜੀ ਦੀ ਟੀਸੀ 'ਤੇ ਪਹੁੰਚਿਆ ਉਦੋਂ ਤੱਕ ਸੂਰਜ ਨੇ ਢਲਣਾ ਸ਼ੁਰੂ ਕਰਤਾ ਸੀ। ਹੇਠਲੀਆਂ ਲੰਮੀਆਂ ਢਲਾਣਾਂ ਇੱਕ ਪਾਸਿਓਂ ਸੁਨਹਿਰੀ ਹਰਿਆਲੀ ਨਾਲ ਢਕੀਆਂ ਦਿਖਾਈ ਦੇਣ ਲੱਗ ਪਈਆਂ ਸਨ, ਜਦਕਿ ਦੂਜੇ ਪਾਸੇ ਦੀਆਂ ਢਲਾਣਾਂ ਉੱਤੇ ਕਾਲੇ ਪਰਛਾਵੇਂ ਪਸਰਨ ਲੱਗੇ ਸਨ। ਧੁੰਦ ਦੀ ਇੱਕ ਲਕੀਰ ਜਿਹੀ ਹੇਠਾਂ ਵੱਲ ਦੇ ਸੱਦੇ ਦੇ ਨਾਲ-ਨਾਲ ਫੈਲੀ ਹੋਈ ਸੀ। ਉਹਦੇ ਵਿਚਕਾਰ ਬੇਲੀਵੇਰ ਤੇ ਵਿਕਸੇਨ ਪਹਾੜੀਆਂ ਦੇ ਉਭਾਰ ਬੜੇ ਸ਼ਾਨਦਾਰ ਨਜ਼ਰ ਆ ਰਹੇ ਸਨ। ਉਸ ਵਿਸ਼ਾਲ ਵਿਸਥਾਰ ਉੱਤੇ ਸਥਿਰਤਾ ਤੇ ਸੰਨਾਟਾ ਜਿਹਾ ਛਾਇਆ ਹੋਇਆ ਸੀ। ਨਾ ਕੋਈ ਆਵਾਜ਼ ਸੁਣਾਈ ਦੇ ਰਹੀ ਸੀ, ਨਾ ਹੀ ਕੋਈ ਹਿਲਜੁਲ ਨਜ਼ਰ ਆ ਰਹੀ ਸੀ। ਇੱਕ ਵੱਡਾ ਸਾਰਾ ਪਰਿੰਦਾ, ਜਿਹੜਾ ਕੋਈ ਸਮੁੰਦਰੀ ਪੰਛੀ ਸੀ ਜਾਂ ਕੁਝ ਹੋਰ, ਨੀਲੇ ਅਸਮਾਨ 'ਚ ਕਾਫੀ ਉੱਚਾਈ ਉੱਤੇ ਤੈਰਦਾ ਜਿਹਾ ਨਜ਼ਰ ਆ ਰਿਹਾ ਸੀ। ਉਹ ਤੇ ਮੈਂ ਸਿਰਫ 2 ਪ੍ਰਾਣੀ ਉਸ ਉੱਚੇ ਅਸਮਾਨੀ ਗੁੰਬਦ ਦੇ ਹੇਠਲੇ ਉਜਾੜ ਵਿਚਕਾਰ ਦਿਖਾਈ ਦੇ ਰਹੇ ਸੀ। ਉਸ ਨਿਰਜਿੰਦ ਦ੍ਰਿਸ਼ 'ਚ ਇੱਕ ਅਜੀਬ ਕਿਸਮ ਦੇ ਇਕੱਲੇਪਣ ਦਾ ਅਹਿਸਾਸ ਹੋ ਰਿਹਾ ਸੀ। ਜਿਸ ਕਾਰਜ ਲਈ ਮੈਂ ਆਇਆ ਸੀ ਉਹਦੇ ਰਹੱਸ ਦੇ ਮਹੱਤਵ ਨੂੰ ਚੇਤੇ ਕਰਕੇ ਮੇਰੇ ਸਰੀਰ 'ਚ ਇੱਕ ਠੰਡੀ ਲਹਿਰ ਦੌੜ ਗਈ।
ਉਹ ਮੁੰਡਾ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਿਹਾ, ਪਰ ਮੇਰੇ ਹੇਠਾਂ ਵੱਲ ਪਹਾੜੀਆਂ ਢਲਾਣਾਂ ਉੱਤੇ ਉਹ ਪੁਰਾਣੇ ਜ਼ਮਾਨੇ ਦੇ ਪੱਥਰ ਦੇ ਘਰ ਖਿਲਰੇ ਹੋਏ ਨਜ਼ਰ ਆ ਰਹੇ ਸਨ। ਉਹਨਾਂ ਵਿੱਚੋਂ ਕਿਸੇ ਦੀ ਅਜੇ ਇੰਨੀ ਛੱਤ ਬਾਕੀ ਸੀ ਕਿ ਉਹ ਬਾਹਰਲੇ ਮੌਸਮ ਤੋਂ ਥੋੜ੍ਹਾ ਬਹੁਤ ਬਚਾਅ ਕਰ ਸਕੇ। ਤੇ ਫਿਰ ਜਦੋਂ ਮੈਨੂੰ ਦਿਖਾਈ ਦਿੱਤੀ ਤਾਂ ਮੇਰਾ ਕਲੇਜਾ ਬੁੜਕ ਕੇ ਮੇਰੇ ਹਲਕ 'ਚ ਆ ਗਿਆ, ਕਿਉਂਕਿ ਮੇਰੇ ਖਿਆਲ 'ਚ ਇਹੋ ਗੁਫਾ ਹੋਣੀ ਚਾਹੀਦੀ ਹੈ ਜਿੱਥੇ ਉਹ ਅਜਨਬੀ ਲੁਕਿਆ ਹੋਇਆ ਹੈ। ਆਖਿਰਕਾਰ ਮੈਂ ਉਸ ਦਹਿਲੀਜ਼ ਉੱਤੇ ਪੈਰ ਰੱਖ ਹੀ ਦਿੱਤਾ ਜਿੱਥੇ ਉਹ ਲੁਕਿਆ ਹੋਇਆ ਹੈ। ਹੁਣ ਉਹ ਆਪਣੇ ਸਾਰੇ ਰਹੱਸ ਸਮੇਤ ਮੇਰੇ ਕਾਬੂ 'ਚ ਹੋਏਗਾ। ਮੈਂ ਉਨੀ ਸਾਵਧਾਨੀ ਨਾਲ ਉਸ ਪੱਥਰੀਲੇ ਝੌਂਪੜੀ ਨੁਮਾ ਘਰ ਦੇ ਨਜ਼ਦੀਕ ਪਹੁੰਚਿਆ ਜਿੰਨੀ ਸਾਵਧਾਨੀ ਨਾਲ ਸਟੇਪਲਟਨ ਆਪਣੇ ਜਾਲ ਦੇ ਨਾਲ ਕਿਸੇ ਆਰਾਮ ਕਰ ਰਹੀ ਤਿਤਲੀ ਦੇ ਨਜ਼ਦੀਕ ਪਹੁੰਚਦਾ ਸੀ। ਉਸ ਨਾਲੋਂ ਵੀ ਵੱਧ ਸਾਵਧਾਨੀ ਨਾਲ ਮੈਂ ਆਲੇ ਦੁਆਲੇ ਦਾ ਨਿਰੀਖਣ ਕੀਤਾ ਤੇ ਇਹ ਦੇਖ ਕੇ ਮੈਨੂੰ ਤਸੱਲੀ ਹੋਈ ਕਿ ਉਹ ਜਗ੍ਹਾ ਵਾਕਈ ਰਹਿਣ ਲਈ ਇਸਤੇਮਾਲ ਕੀਤੀ ਜਾ ਸਕਦੀ ਸੀ। ਹਰ ਪਾਸੇ ਸન્ਨਾਟਾ ਸੀ, ਕੋਈ ਆਵਾਜ਼ ਜਾਂ ਆਹਟ ਸੁਣਾਈ ਨਹੀਂ ਸੀ ਦੇ ਰਹੀ। ਉਹ ਅਜਨਬੀ ਜਾਂ ਤਾਂ ਅੰਦਰ ਕਿਤੇ ਲੁਕਿਆ ਬੈਠਾ ਸੀ ਜਾਂ ਫਿਰ ਸ਼ਾਇਦ ਜੰਗਲ ਵਿੱਚ ਹੀ ਕਿਧਰੇ ਭੌਂ ਰਿਹਾ ਸੀ। ਮੇਰੀ ਸਾਰੀ ਦੇਹ 'ਚ ਰੋਮਾਂਚ ਦੀ ਸਨਸਨੀ ਜਿਹੀ ਦੌੜ ਗਈ। ਆਪਣੀ ਸਿਗਰਟ ਇੱਕ ਪਾਸੇ ਸੁੱਟ ਕੇ ਮੈਂ ਰਿਵਾਲਵਰ ਦੇ ਦਸਤੇ ਉੱਤੇ ਆਪਣੀ ਪਕੜ ਮਜ਼ਬੂਤ ਕੀਤੀ ਤੇ ਤੇਜ਼ ਤੁਰਦਾ ਹੋਇਆ ਦਰਵਾਜ਼ੇ ਤੱਕ ਪਹੁੰਚ ਗਿਆ। ਅੰਦਰ ਝਾਕ ਕੇ ਦੇਖਿਆ, ਉਹ ਜਗ੍ਹਾ ਖਾਲੀ ਪਈ ਹੋਈ ਸੀ, ਪਰ ਉੱਥੇ ਇਸ ਗੱਲ ਦੇ ਬਹੁਤ ਸਾਰੇ ਸਬੂਤ ਸਨ ਕਿ ਮੇਰੀ ਤਲਾਸ਼ ਮੈਨੂੰ ਕਿਸੇ ਗਲਤ ਜਗ੍ਹਾ ਨਹੀਂ ਸੀ ਲੈ ਕੇ ਆਈ। ਇਹ ਪੱਕੇ ਤੌਰ 'ਤੇ ਉਹੀ ਜਗ੍ਹਾ ਸੀ ਜਿੱਥੇ ਉਹ ਅਜਨਬੀ ਰਹਿੰਦਾ ਸੀ। ਇੱਕ ਆਇਤਾਕਾਰ ਪੱਥਰ ਦੇ ਚਬੂਤਰੇ ਉੱਤੇ ਬਰਸਾਤੀ 'ਚ ਲਿਪਟੇ ਹੋਏ ਕੁਝ ਕੰਬਲ ਰੱਖੇ ਸਨ। ਇਹ ਉਹੀ ਜਗ੍ਹਾ ਸੀ ਜਿੱਥੇ ਕਿਸੇ ਯੁੱਗ 'ਚ ਪ੍ਰਾਗੈਤਿਹਾਸਿਕ ਕਾਲ ਦਾ ਨਿਓਲਿਥਿਕ ਮਨੁੱਖ ਰਹਿੰਦਾ ਸੀ। ਇੱਕ ਪਾਸੇ ਬਣੀ ਹੋਈ ਚੁੱਲ੍ਹੇ ਵਰਗੀ ਜਗ੍ਹਾ 'ਚ ਬਲੀਆਂ ਹੋਈਆਂ ਲੱਕੜਾਂ ਦੀ ਸੁਆਹ ਪਈ ਹੋਈ ਸੀ। ਉਸ ਕੋਲ ਖਾਣਾ ਬਣਾਉਣ ਵਾਲੇ ਕੁਝ ਭਾਂਡੇ ਤੇ ਪਾਣੀ ਨਾਲ ਅੱਧੀ ਭਰੀ ਇੱਕ ਬਾਲਟੀ ਰੱਖੀ ਸੀ। ਇੱਕ ਪਾਸੇ ਲੱਗਿਆ ਹੋਇਆ ਖਾਲੀ ਟੀਨ ਦੇ ਡੱਬਿਆਂ ਦਾ ਢੇਰ ਇਸ ਗੱਲ ਦਾ ਸਬੂਤ ਸੀ ਕਿ ਉਹ ਜਗ੍ਹਾ ਕਾਫੀ ਅਰਸੇ ਤੋਂ ਇਸਤੇਮਾਲ ਕੀਤੀ ਜਾ ਰਹੀ ਸੀ। ਜਦੋਂ ਮੇਰੀਆਂ ਅੱਖਾਂ ਅੰਦਰਲੀ ਧੁੰਦਲੀ ਰੌਸ਼ਨੀ 'ਚ ਕੁਝ ਵੇਖਣ ਯੋਗ ਹੋਈਆਂ ਤਾਂ ਮੈਨੂੰ ਇੱਕ ਖੂੰਜੇ ਵਿੱਚ ਇੱਕ ਮੱਗ ਤੇ ਸ਼ਰਾਬ ਦੀ ਅੱਧੀ ਭਰੀ ਬੋਤਲ ਵੀ ਨਜ਼ਰ ਆ ਗਈ। ਇਹਦੇ ਨਾਲ ਹੀ ਉਹ ਪਥਰੀਲੇ ਘਰ ਦੇ ਵਿਚਕਾਰ ਇੱਕ ਸਮਤਲ ਸਿਲ ਰੱਖੀ ਹੋਈ ਸੀ ਜਿਹੜੀ ਮੇਜ਼ ਦਾ ਕੰਮ ਦੇਣ ਲਈ ਪੂਰੀ ਤਰ੍ਹਾਂ ਵਰਤੀ ਜਾ ਸਕਦੀ ਸੀ। ਇਸ ਉੱਤੇ ਕੱਪੜੇ 'ਚ ਲਪੇਟਿਆ ਹੋਇਆ ਇੱਕ ਛੋਟਾ ਜਿਹਾ ਬੰਡਲ ਰੱਖਿਆ ਹੋਇਆ ਸੀ। ਬਿਨਾਂ ਸ਼ੱਕ ਇਹ ਉਹੀ ਬੰਡਲ ਸੀ ਜਿਹੜਾ ਮੈਂ ਟੈਲੀਸਕੋਪ ਰਾਹੀਂ ਉਸ ਮੁੰਡੇ ਦੇ ਮੋਢੇ ਉੱਤੇ ਰੱਖਿਆ ਦੇਖਿਆ ਸੀ। ਉਸ 'ਚ ਇੱਕ ਵੱਡੀ ਸਾਰੀ ਪਾਓ ਰੋਟੀ ਦੇ ਨਾਲ ਟੀਨ ਦੇ ਇੱਕ ਡੱਬੇ 'ਚ ਮਾਸ ਤੇ ਦੂਜੇ ਡੱਬੇ 'ਚ ਆੜੂਆਂ ਦਾ ਅਚਾਰ ਸੀ। ਉਸ ਵੇਲੇ ਮੈਂ ਬੁਰੀ ਤਰ੍ਹਾਂ ਤ੍ਰਭਕਿਆ ਜਦੋਂ ਉਸ ਸਾਰੇ ਸਮਾਨ ਨੂੰ ਨਿਰਖਣ ਤੋਂ ਬਾਅਦ ਉਹਨੂੰ ਫੇਰ ਪਹਿਲਾਂ ਵਾਂਗ ਲਪੇਟਦਿਆਂ ਹੋਇਆ ਮੇਰੀ ਨਜ਼ਰ ਅਚਾਨਕ ਉਹਦੇ ਹੇਠ ਨੱਪੇ ਹੋਏ ਕਾਗਜ਼ ਤੇ ਪਈ ਜਿਸ ਤੇ ਕੁਝ ਲਿਖਿਆ ਸੀ। ਜਦੋਂ ਮੈਂ ਉਹਨੂੰ ਚੁੱਕ ਕੇ ਪੜ੍ਹਿਆ ਤਾਂ ਮੈਨੂੰ ਉਸ ਉੱਤੇ ਬੜੀ ਬੇਢੰਗੀ ਜਿਹੀ ਲਿਖਾਵਟ ਵਿੱਚ ਇਹ ਸੁਨੇਹਾ ਲਿਖਾਈ ਦਿੱਤਾ, ਡਾਕਟਰ ਵਾਟਸਨ ਅੱਜ ਟਰਾਸੀ ਗਏ। ਇੱਕ ਮਿੰਟ ਤੱਕ ਤਾਂ ਮੈਂ ਉਸ ਕਾਗਜ਼ ਨੂੰ ਹੱਥ 'ਚ ਫੜੀ ਉਸ ਸੰਖੇਪ ਜਿਹੇ ਸੁਨੇਹੇ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਇੱਕ ਅਰਥ ਤਾਂ ਇਹੀ ਸਮਝ ਆਇਆ ਕਿ ਉਹ ਰਹੱਸਮਈ ਆਦਮੀ ਦੀ ਅਸਲ ਦਿਲਚਸਪੀ ਮੇਰੇ 'ਚ ਹੈ ਤੇ ਉਹ ਅਸਲ 'ਚ ਸਰ ਹੈਨਰੀ ਦਾ ਨਹੀਂ ਬਲਕਿ ਮੇਰਾ ਪਿੱਛਾ ਕਰ ਰਿਹਾ। ਮੇਰਾ ਪਿੱਛਾ ਵੀ ਉਹ ਖੁਦ ਨਹੀਂ ਕਰ ਰਿਹਾ ਬਲਕਿ ਆਪਣੇ ਕਿਸੇ ਆਦਮੀ ਤੋਂ ਮੇਰੀ ਜਸੂਸੀ ਕਰਵਾ ਰਿਹਾ। ਸ਼ਾਇਦ ਇਹ ਮੁੰਡਾ ਹੀ ਉਸ ਲਈ ਜਸੂਸੀ ਕਰ ਰਿਹਾ ਹੋਵੇ ਤੇ ਉਹਨੇ ਹੀ ਰਿਪੋਰਟ ਦਿੱਤੀ ਹੈ। ਸ਼ਾਇਦ ਜੰਗਲ 'ਚ ਆਉਣ ਪਿੱਛੋਂ ਮੇਰੀ ਕੋਈ ਗਤੀਵਿਧੀ ਅਜਿਹੀ ਨਹੀਂ ਰਹੀ ਹੋਏਗੀ ਜਿਹਦੀ ਨਿਗਰਾਨੀ ਕਰਕੇ ਰਿਪੋਰਟ ਨਾ ਭੇਜੀ ਗਈ ਹੋਵੇ। ਸ਼ਾਇਦ ਇਸ ਲਈ ਇਹ ਅਹਿਸਾਸ ਹੁੰਦਾ ਰਿਹਾ ਸੀ ਕਿ ਜਿਵੇਂ ਕੋਈ ਅਨਾਮ ਸ਼ਕਤੀ ਪੂਰੀ ਮੁਹਾਰਤ ਤੇ ਹੁਸ਼ਿਆਰੀ ਨਾਲ ਆਪਣਾ ਅਦ੍ਰਿਸ਼ ਜਾਲ ਵਿੱਚ ਇਸ ਚਲਾਕੀ ਨਾਲ ਫਸਾਉਂਦੀ ਜਾ ਰਹੀ ਹੈ ਕਿ ਸਾਨੂੰ ਇਸ ਗੱਲ ਦਾ ਉਦੋਂ ਤੱਕ ਪਤਾ ਨਾ ਲੱਗੇ ਜਦੋਂ ਤੱਕ ਅਸੀਂ ਪੂਰੀ ਤਰ੍ਹਾਂ ਉਸ 'ਚ ਉਲਝ ਨਾ ਜਾਈਏ। ਜੇ ਇਹ ਇੱਕ ਰਿਪੋਰਟ ਹੈ ਤਾਂ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਹੋਣਗੀਆਂ। ਇਸ ਲਈ ਮੈਂ ਉੱਥੋਂ ਹੀ ਚੰਗੀ ਤਰ੍ਹਾਂ ਤਲਾਸ਼ੀ ਲਈ, ਪਰ ਉੱਥੇ ਉਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲੀ। ਅਜਿਹੀ ਵੀ ਕੋਈ ਚੀਜ਼ ਜਾਂ ਨਿਸ਼ਾਨੀ ਨਹੀਂ ਮਿਲੀ ਜਿਸ ਤੋਂ ਉਸ ਆਦਮੀ ਜਾਂ ਉਹਦੇ ਇਰਾਦੇ ਬਾਰੇ ਕੋਈ ਜਾਣਕਾਰੀ ਹਾਸਲ ਹੋ ਸਕਦੀ ਜਿਹੜਾ ਉਸ ਵਿਚਿੱਤਰ ਖਤਰਨਾਕ ਤੇ ਔਕੜਾਂ ਭਰੀ ਜਗ੍ਹਾ ਤੇ ਰਹਿ ਰਿਹਾ ਸੀ, ਜਾਂ ਕੋਈ ਐਡਾ ਸਾਹਸੀ ਰੁਚੀ ਵਾਲਾ ਆਦਮੀ ਹੋਏ ਜਿਹੜਾ ਜ਼ਿੰਦਗੀ ਦੀਆਂ ਸੌਖਾਂ ਸਹੂਲਤਾਂ ਦੀ ਕੋਈ ਪਰਵਾਹ ਨਾ ਕਰਦਾ ਹੋਏ। ਜਦੋਂ ਮੈਂ ਉਸ ਜ਼ਬਰਦਸਤ ਬਾਰਿਸ਼ ਬਾਰੇ ਸੋਚਦਿਆਂ ਹੋਇਆਂ ਉੱਪਰ ਨੰਗੀ ਛੱਤ ਨੂੰ ਦੇਖਿਆ ਤਾਂ ਮੈਨੂੰ ਬੜੀ ਤੇਜ਼ੀ ਨਾਲ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹਦਾ ਇਰਾਦਾ ਕਿੰਨਾ ਮਜ਼ਬੂਤ ਹੋਏਗਾ ਜਿਹੜਾ ਇਹ ਮੁਸੀਬਤ ਝੱਲ ਰਿਹਾ। ਕਿ ਉਹ ਸਾਡਾ ਕੋਈ ਕੱਟੜ ਦੁਸ਼ਮਣ ਹੈ ਜਾਂ ਕਿਸੇ ਵਿਸ਼ੇਸ਼ ਸੰਜੋਗ ਵੱਸ ਸਾਡਾ ਕੋਈ ਰੱਖਿਅਕ ਦੇਵਤਾ।
ਤੇ ਮੈਂ ਫੈਸਲਾ ਕੀਤਾ ਕਿ ਜਦੋਂ ਤੱਕ ਇਸ ਗੱਲ ਦਾ ਪਤਾ ਨਹੀਂ ਲਾ ਲਵਾਂਗਾ ਉਦੋਂ ਤੱਕ ਇੱਥੋਂ ਜਾਵਾਂਗਾ ਨਹੀਂ। ਬਾਹਰ ਸੂਰਜ ਹੋਰ ਢਲ ਚੁੱਕਿਆ ਸੀ ਤੇ ਪੱਛਮ ਦਿਸ਼ਾ ਸੁਨਹਿਰੀ ਤੇ ਬੈਂਗਣੀ ਰੰਗਾਂ ਨਾਲ ਅਜਬ ਹੋਈ ਸੀ। ਉਹਦਾ ਪ੍ਰਤੀਬਿੰਬ ਗ੍ਰੇਟ ਗ੍ਰਿਮਪੇਨ ਮਾਇਰ ਨਾਂ ਦੀ ਉਸ ਦਲਦਲ ਤੇ ਦੂਰ ਤੱਕ ਫੈਲੇ ਹੋਏ ਛੋਟੇ ਛੋਟੇ ਪਾਣੀ ਦੇ ਟੋਭਿਆਂ ਉੱਤੇ ਫੈਲਿਆ ਹੋਇਆ ਸੀ। ਬਾਕਰ ਵੇਲੇ ਹਾਲ ਵਿੱਚ ਦੀਆਂ 2 ਮੀਨਾਰਾਂ ਵੀ ਚਮਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ ਤੇ ਪਾਸੀਂ ਉੱਠਦਾ ਹੋਇਆ ਧੂੰਆਂ ਦੂਰੋਂ ਹੀ ਗ੍ਰਿਮਪੇਨ ਪਿੰਡ ਦੇ ਹੋਣ ਦੀ ਗਵਾਹੀ ਦੇ ਰਿਹਾ ਸੀ। ਉਹਨਾਂ ਦੋਵਾਂ ਦੇ ਵਿਚਕਾਰਲੀ ਪਹਾੜੀ ਦੇ ਪਿੱਛੇ ਸਟੇਪਲਟਨ ਦਾ ਮਕਾਨ ਸੀ। ਸ਼ਾਮ ਦੀ ਸੁਨਹਿਰੀ ਰੋਸ਼ਨੀ ਵਿੱਚ ਸਭ ਕੁਝ ਬੜਾ ਹੀ ਸ਼ਾਂਤ, ਸ਼ਾਨਦਾਰ ਤੇ ਸੁਖਾਵਾਂ ਜਿਹਾ ਦਿਖਾਈ ਦੇ ਰਿਹਾ ਸੀ। ਪਰ ਇਸ ਸਭ ਨੂੰ ਦੇਖਦਿਆਂ ਹੋਇਆਂ ਵੀ ਉਸ ਪ੍ਰਾਕਿਰਤਿਕ ਦ੍ਰਿਸ਼ ਦਾ ਕੋਈ ਪ੍ਰਭਾਵ ਮੇਰੇ ਉੱਤੇ ਨਹੀਂ ਸੀ ਪੈ ਰਿਹਾ, ਕਿਉਂਕਿ ਮੇਰਾ ਦਿਲ ਤਾਂ ਉਸ ਅਜਨਬੀ ਨਾਲ ਹੋਣ ਵਾਲੇ ਆਪਣੇ ਉਸ ਸੰਭਾਵੀ ਟਕਰਾਅ ਬਾਰੇ ਸੋਚ ਕੇ ਸ਼ੰਕਾਵਾਂ ਨਾਲ ਘਿਰਿਆ ਧੜਕ ਰਿਹਾ ਸੀ, ਜਿਹੜੀਆਂ ਸਮਾਂ ਬੀਤਣ ਦੇ ਨਾਲ ਨਾਲ ਹੋਰ ਵੀ ਵੱਧਦੀਆਂ ਜਾ ਰਹੀਆਂ ਸਨ। ਕੀ ਪਤਾ ਉਸ ਟਾਕਰੇ ਦਾ ਕੀ ਨਤੀਜਾ ਨਿਕਲੇ। ਧੜਕਦੇ ਦਿਲ ਪਰ ਮਜ਼ਬੂਤ ਇਰਾਦੇ ਨਾਲ ਮੈਂ ਉਸ ਪਥਰੀਲੇ ਮਕਾਨ ਦੀ ਇੱਕ ਹਨੇਰੀ ਜਗ੍ਹਾ ਲੁਕਿਆ ਹੋਇਆ ਸ਼ੱਕੀ ਜਿਹੇ ਹੌਸਲੇ ਨਾਲ ਉੱਥੋਂ ਦੇ ਨਵੇਂ ਵਸਨੀਕ ਦੇ ਮੁੜਨ ਦੀ ਉਡੀਕ ਕਰਦਾ ਰਿਹਾ ਤੇ ਆਖਰਕਾਰ ਮੈਨੂੰ ਉਹਦੀ ਆਹਟ ਸੁਣਾਈ ਦਿੱਤੀ। ਕਾਫੀ ਦੂਰ ਤੋਂ ਬੂਟਾਂ ਦੀਆਂ ਅੱਡੀਆਂ ਦੇ ਪੱਥਰ ਨਾਲ ਟਕਰਾਉਣ ਦੀ ਤਿੱਖੀ ਜਿਹੀ ਆਵਾਜ਼ ਆਈ। ਉਸ ਪਿੱਛੋਂ ਪਲ ਪਲ ਉਹ ਆਵਾਜ਼ ਨੇੜੇ ਤੋਂ ਨੇੜੇ ਹੁੰਦੀ ਜਾ ਰਹੀ ਸੀ। ਮੈਂ ਪਿੱਛੇ ਵੱਲ ਹਟ ਕੇ ਸਭ ਤੋਂ ਹਨੇਰੇ ਖੁੰਝੇ 'ਚ ਖਿਸਕ ਗਿਆ ਤੇ ਆਪਣੀ ਜੇਬ 'ਚ ਰਿਵਾਲਵਰ ਨੂੰ ਮਜ਼ਬੂਤੀ ਨਾਲ ਫੜ ਲਿਆ। ਪਰ ਇਹਦੇ ਨਾਲ ਹੀ ਮੈਂ ਇਸ ਗੱਲ ਦਾ ਫੈਸਲਾ ਵੀ ਕਰ ਲਿਆ ਕਿ ਜਦੋਂ ਤੱਕ ਮੈਨੂੰ ਉਸ ਅਜਨਬੀ ਦੀ ਇੱਕ ਝਲਕ ਦੇਖਣ ਦਾ ਮੌਕਾ ਨਾ ਮਿਲ ਜਾਏ ਉਦੋਂ ਤੱਕ ਮੈਂ ਉਹਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਨਹੀਂ ਹੋਣ ਦਿਆਂਗਾ। ਫਿਰ ਅਚਾਨਕ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ ਤੇ ਇੱਕ ਪੱਕਾ ਪੀਡਾ ਸੰਨਾਟਾ ਪਸਰ ਗਿਆ, ਜਿਹਦਾ ਮਤਲਬ ਸੀ ਉਹ ਰੁਕ ਗਿਆ। ਉਸ ਪਿੱਛੋਂ ਆਵਾਜ਼ਾਂ ਫੇਰ ਅੱਗੇ ਨੂੰ ਆਉਂਦੀਆਂ ਸੁਣਾਈ ਦਿੱਤੀਆਂ ਤੇ ਇੱਕ ਪਰਛਾਵਾਂ ਉਸ ਸੁਰਾਖ ਵਰਗੇ ਦਰਵਾਜ਼ੇ ਉੱਤੇ ਪਿਆ। ਇਹ ਤਾਂ ਇੱਕ ਬੜੀ ਨਿਵੇਕਲੀ ਜਿਹੀ ਸ਼ਾਮ ਹੈ, ਮਾਈ ਡੀਅਰ ਵਾਟਸਨ, ਇੱਕ ਜਾਣੀ ਪਛਾਣੀ ਆਵਾਜ਼ ਸੁਣਾਈ ਦਿੱਤੀ। ਮੇਰਾ ਖਿਆਲ ਹੈ ਤੁਸੀਂ ਅੰਦਰ ਦੀ ਬਜਾਏ ਬਾਹਰ ਵਧੇਰੇ ਸੁਖਾਲੀ ਸਥਿਤੀ ਵਿੱਚ ਰਹਿੰਦੇ। ਧੰਨਵਾਦ।